ਇੱਕ ਹੁਣ ਜਿਹੜੇ ਦਿਨ ਚੱਲ ਰਹੇ, ਜੂਨ ਦਾ ਮਹੀਨਾ ਚੱਲ ਰਿਹਾ, 1 ਤੋਂ 6 ਦਿਨ ਤੱਕ ਇਹ ਸਾਲ ਦਾ ਜਿਹੜਾ ਪੀਰੀਅਡ ਹੈ, ਇਹਦੇ ਵਿੱਚ ਬੜੀ ਹਲਚਲ ਹੁੰਦੀ ਆ। ਪਰ ਇਸ ਮਤਲਬ ਵੈਸੇ ਨੋਰਮਲੀ ਉਹੀ ਲੋਕੀ ਬੋਲਦੇ ਆ, ਹਰ ਸਾਲ ਆ ਕੇ ਉਹੀ ਪੱਕੀ ਸਪੀਚ ਦਿੰਦੇ ਆ, ਚਾਹੇ ਉਹ ਖਾਲਿਸਤਾਨੀ ਨੇ ਚਾਹੇ ਜਾਗਰੂਕ ਨੇ। ਪਰ ਜਿੰਨੀ ਕਿ ਮੇਰੀ ਯਾਦ ਦੀ ਉਮਰ, ਜਿੰਨਾ ਕਿ ਮੈਨੂੰ ਯਾਦ ਆ, ਪਿਛਲੇ 4, 5, 6 ਸਾਲ ਤੋਂ ਮੈਂ ਜਦੋਂ ਦੇਖਦਾ ਆ ਰਿਹਾ ਇਸ 84 ਦੇ ਗੇੜ ਦੇ ਵਿੱਚ, ਨੋਰਮਲੀ ਤਾਂ ਮੈਂ ਇਸ ਟੌਪਿਕ 'ਤੇ ਨਹੀਂ ਗੱਲ ਕਰਦਾ ਕਿਉਂਕਿ ਭਾਜੀ ਹੋਣਾ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ, ਉਹਨਾਂ ਨੇੜਿਓਂ ਦੇਖਿਆ ਤੇ ਬੰਦਿਆਂ ਨੂੰ ਜਾਣਦੇ, ਉਹਨਾਂ ਦਾ ਮਾਹੌਲ ਉਹਨਾਂ ਟਾਈਮ ਦਾ ਮੇਰੀ ਉਮਰ ਨਹੀਂ ਸੀਗੀ। ਪਰ ਐਕਟੀ ਜੂਨ 84 ਨਾਲੋਂ ਜਿਹੜਾ ਮੈਨੂੰ ਐਂ ਲੱਗਦਾ ਮੁੱਦਾ ਹੈਗਾ ਮੇਨ ਲੱਗ ਰਿਹਾ ਜਾਂ ਹੋ ਰਿਹਾ ਆਸੇ ਪਾਸੇ ਚੱਲ ਰਿਹਾ, ਉਹ ਵੀ ਕਦੇ ਵੀ ਅਕਾਲ ਤਖਤ ਜਾਂ ਟਕਸਾਲ ਨੇ ਰਲ ਕੇ ਇੱਕ ਬੰਦੇ ਦੇ ਖਿਲਾਫ ਖੜਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਦੀ ਘੜੀ ਜੂਨ 84 ਦੇ ਵਿੱਚ ਉਹ ਚਲੋ ਬੰਦ ਨੇ COVID-19 ਕਰਕੇ, ਇਹ ਵੀ ਪਹਿਲੀ ਵਾਰ ਹੋਇਆ ਕ੍ਰਿਸ਼ਮਾ ਵੀ ਦਰਬਾਰ ਸਾਹਿਬ ਬੰਦ ਆ ਕਿਸੇ ਵੀ ਹਾਲਾਤਾਂ ਕਰਕੇ, ਕਰੋਨਾ ਵਾਇਰਸ ਕਰਕੇ ਬੰਦ ਕਰਤਾ ਉਹਨਾਂ ਨੇ ਦਰਬਾਰ ਸਾਹਿਬ। ਐਕਚੁਅਲੀ 6 ਜੂਨ ਨੂੰ ਤੇ ਨਹੀਂ ਹੈਗਾ, 8 ਜੂਨ ਨੂੰ ਕਹਿੰਦੇ ਆ ਖੋਲ੍ਹਣਾ ਵਾ, ਤਾਂ ਇਸ ਕਰਕੇ ਦਰਬਾਰ ਸਾਹਿਬ ਐਕਚੁਅਲੀ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਜਾਊਗਾ। ਇਹ ਵੀ 35-36 ਸਾਲਾਂ 'ਚ ਪਹਿਲੀ ਵਾਰ ਹੋਇਆ। ਹਰ ਨਵੀਂ ਚੀਜ਼ ਪਹਿਲੀ ਵਾਰ ਹੀ ਹੁੰਦੀ ਹੈ। ਫਿਰ ਹੌਲੀ ਹੌਲੀ ਜਿਹੜੇ ਬੰਦੇ ਕਦੇ ਸੋਚਦੇ ਹੋਣੇ ਵੀ ਇਹ ਕਦੇ ਹੋ ਹੀ ਨਹੀਂ ਸਕਦਾ ਵੀ 6 ਜੂਨ ਹੋਵੇ ਜਾਂ 1 ਜੂਨ ਹੋਵੇ ਤੇ ਦਰਬਾਰ ਸਾਹਿਬ, ਵੈਸੇ ਵੀ ਕਿਸੇ ਵੀ ਹਾਲਾਤ ਦੇ ਵਿੱਚ ਦਰਬਾਰ ਸਾਹਿਬ ਦੇ ਦਰਵਾਜ਼ੇ ਨਹੀਂ ਬੰਦ ਹੋ ਸਕਦੇ। ਤੇ ਉਹ ਬੰਤਾ ਸਿੰਘ ਕਰਕੇ ਜਿਹੜੇ ਕਹਿੰਦੇ ਆ ਵੀ ਪਰਫਿਊਮ ਨਹੀਂ ਵਰਤ ਰਿਹਾ ਕਿਉਂਕਿ ਉਹ 'ਚ ਅਲਕੋਹਲ ਹੁੰਦੀ ਆ, ਉਹ ਭੁੱਲ ਗਏ ਵੀ ਹੁਣ ਉਹੀ ਹੈਂਡ ਸੈਨੀਟਾਈਜ਼ਰ ਨਾਲ ਜਿਹੜਾ ਆਲਮੋਸਟ 60 to 70% ਪਿਓਰ ਅਲਕੋਹਲ ਆ, ਉਹਦੇ ਨਾਲ ਉਹ ਹੱਥ ਧੋਆਏ ਜਾਂਦੇ ਦਰਬਾਰ ਸਾਹਿਬ ਤੇ ਜਾਣ ਤੋਂ ਪਹਿਲਾਂ। ਇਹੀ ਗੱਲ ਸੀ ਕਿ ਮਨੌਤ ਦਾ ਨਹੀਂ ਕੋਈ ਇੱਦਾਂ ਚੱਕਰ ਹੈਗਾ। ਜੇ ਆਪਾਂ ਦੇਖਿਆ ਜਾਵੇ ਨਾ, ਮਨੌਤਾਂ ਬਣਦੀਆਂ ਰਹਿੰਦੀਆਂ ਨੇ ਉਸ ਸਮੇਂ ਦੇ ਹਿਸਾਬ ਨਾਲ, ਉਸ ਵੇਲੇ ਜਿੰਨੀ ਕੁ ਅਗਲਿਆਂ ਨੂੰ ਅਕਲ ਹੁੰਦੀ ਆ ਜਾਂ ਜਿਹੀ ਸਹੂਲਤ ਹੁੰਦੀ ਆ, ਜਿੰਨੀ ਸਮਾਜ ਨੇ ਤਰੱਕੀ ਕੀਤੀ ਹੁੰਦੀ ਹੈ ਜਾਂ ਜਿੰਨਾ ਉਹਨਾਂ ਦਾ ਸਮਾਜ ਦਾ ਦਾਇਰਾ ਹੁੰਦਾ, ਉਹਦੇ ਹਿਸਾਬ ਨਾਲ ਬੰਦੇ ਆਦੀ ਮਨੌਤ ਕਰ ਲੈਂਦੇ ਆ। ਪ੍ਰੋਬਲਮ ਕਿੱਥੇ ਆਉਂਦੀ ਆ? ਪ੍ਰੋਬਲਮ ਇਹ ਹੁੰਦੀ ਹੈ ਵੀ ਜਿਹੜੀ ਮਨੌਤ ਅਪਗ੍ਰੇਡ ਨਹੀਂ ਹੋ ਰਹੀ, ਉਹ ਪਰੰਪਰਾ ਬਣ ਜਾਂਦੀ ਹੈ। ਉਦੋਂ ਜਦੋਂ ਮਨੌਤ ਪਹਿਲੀ ਵਾਰ ਬਣੀ ਹੁੰਦੀ ਹੈ ਉਦੋਂ ਬੜੀ ਕ੍ਰਾਂਤੀਕਾਰੀ ਆਈ ਹੁੰਦੀ ਹੈ, ਪਰ ਥੋੜੇ ਚਿਰ ਬਾਅਦ ਉਹਦੇ ਵਿੱਚ ਕਿਉਂਕਿ ਨਵੀਨਤਾ ਨਹੀਂ ਰਹਿੰਦੀ, ਉਹ ਆਪ ਪਰੰਪਰਾ ਬਣ ਜਾਂਦੀ ਹੈ। ਹੁਣ ਜਿਹੜੇ ਬੰਦਿਆਂ ਨੇ ਇੱਕ ਮਨੌਤ ਖੜੀ ਕਰਨ ਲਈ ਬੜਾ ਜ਼ੋਰ ਲਾਇਆ ਹੋਵੇ, ਕੁਰਬਾਨੀ ਕੀਤੀ ਹੋਵੇ, ਕੁਛ ਵੀ ਕੀਤਾ ਹੋਵੇ, ਉਹ ਬੰਦਿਆਂ ਦੀ ਜਦੋਂ ਮਨੌਤ ਟੁੱਟੂਗੀ ਉਹ ਬੰਦੇ ਦਾ ਚੀਕਾਂ ਮਾਰਨਗੇ। ਪਰ ਹੱਦ ਇਸ ਗੱਲ ਦੀ ਆ ਬਈ ਜਿਹੜੇ ਬੰਦੇ ਪਿੱਛੇ ਭੰਨ ਕੇ ਆਏ ਸੀ ਨਾ, ਲੋਕਾਂ ਨੂੰ ਭੰਡ ਕੇ ਆਏ ਸੀਗੇ, ਜਾਂ ਜਿਵੇਂ ਜਾਗਰੂਕ ਲਾਣਾ ਵਾ ਵੀ ਜਿਹੜੇ ਸਾਧਨ ਭੰਡ ਕੇ ਗਾਂਹ ਆਏ ਸੀ ਵੀ ਹਾਂ ਉਹਨਾਂ ਦੀ ਮਨੌਤਾਂ ਗਲਤ ਆ, ਉਹਨਾਂ ਦੀਆਂ ਪਰੰਪਰਾਵਾਂ ਗਲਤ ਨੇ, ਵੀ ਇਹ ਪਰੰਪਰਾਵਾਦੀ ਲੋਕ ਨੇ। ਇਕੱਲੇ ਸਾਡੇ ਨਾਲ ਇੱਕ ਸਰੋਤੇ ਜੀ ਹੁਣੀ ਹੋ ਗਏ, ਕਹੂੰਗਾ ਹੋਲਡ ਕਰ ਲਿਓ ਜੀ 1 ਮਿੰਟ ਲਈ, ਗੱਲ ਕਰ ਲੈਂਦੇ ਬਈ। ਇਹੀ ਜੇ ਤੁਸੀਂ ਪਿੱਛੇ ਨੂੰ ਜਾਣਦੇ ਹੋ, ਕਿਸੇ ਨੇ ਵੀ ਮਨੌਤ ਤੋੜੀ ਆ, ਇਹ ਭੁੱਲ ਗਏ ਵੀ ਅਸੀਂ ਵੀ ਉਹਨਾਂ ਦੀਆਂ ਮਨੌਤਾਂ ਤੋੜ ਕੇ ਉਹਨਾਂ ਦੀਆਂ ਜੋਤਾਂ ਤੇ, ਚਲੋ ਅੱਜ ਤੇ ਘਿਓ ਖਿਚੜੀ ਹੋਇਆ, ਪਰ ਦੱਸਣਾ ਬਹੁਤ ਮੁਸ਼ਕਿਲ ਆ। ਅੱਜ ਆਪਾਂ ਨਿੱਕੇ 2-3 ਕਲਿੱਪ ਸੁਣਾਉਣੇ, ਸਾਨੂੰ ਪਤਾ ਲੱਗ ਜਾਣਾ ਵੀ ਜਿਹੜੀ ਅਸੀਂ ਮਨੌਤ ਭੰਨੀ ਉਦੋਂ ਅਸੀਂ ਕਿੰਨਾ ਕ੍ਰੈਡਿਟ ਖਾਦਾ ਵੀ ਅਸੀਂ ਨੇਰੀ ਲਿਆਤੀ, ਅਸੀਂ ਸਾਧਾਂ ਨੂੰ ਨਹੀਂ ਮੰਨਦੇ। ਠੀਕ ਹੈ, ਦੈਟਸ ਗੁੱਡ, ਚਲੋ ਵੀ ਤੁਸੀਂ ਉਦੋਂ ਅੱਡ ਹੋ ਗਏ। ਹੁਣ ਕਿਉਂਕਿ ਤੁਹਾਡੀ ਜਿਹੜੀ 25 ਸਾਲ ਪਹਿਲਾਂ ਗੱਲ ਨਵੀਂ ਸੀ, ਉਹ ਅੱਜ ਪੁਰਾਣੀ ਹੋ ਗਈ ਆ, ਤੁਸੀਂ ਕੋਈ ਅਪਗ੍ਰੇਡ ਨਹੀਂ ਕੀਤਾ। ਤੁਸੀਂ 25 ਸਾਲ ਪਹਿਲਾਂ ਜਿਹੜੇ ਹੁਣ ਮਿਸ਼ਨਿੰਗ ਦੇ ਪ੍ਰਚਾਰਕ ਨੇ, ਚਲੋ ਜਦੋਂ ਭਾਜੀ ਗੱਲ ਕਰਦੇ ਆ ਉਹਨਾਂ ਨੂੰ ਤਾਂ ਨਹੀਂ ਮੈਂ ਜਾਣਦਾ ਸੀ, ਦੇਖੀ ਉਹਨਾਂ ਵੀ ਜਿਹੜੇ ਪਰਪਸ ਨਾਲ ਜਿਹੜਾ ਉਹਦਾ ਮਕਸਦ ਸੀਗਾ ਜਿਹਦੇ ਕਰਕੇ ਸਕੂਲ ਖੋਲ੍ਹਿਆ ਗਿਆ ਸੀਗਾ, ਮਿਸ਼ਨਰੀ ਕਾਲਜ ਖੋਲ੍ਹਿਆ ਗਿਆ ਸੀਗਾ, ਵੀ ਉਹਨਾਂ ਦਾ ਇਰਾਦਾ ਕੀ ਸੀ ਜਾਂ ਉਹਨਾਂ ਦੀ ਸੋਚਣੀ ਕੀ ਸੀ, ਉਹ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਸੀ, ਦੈਟਸ ਟੋਟਲੀ ਡਿਫਰੈਂਟ ਟੌਪਿਕ। ਕਿਉਂਕਿ ਗੱਲ ਤਾਂ ਅੱਜ ਦੀ ਹੋਣੀ ਹੈ ਨਾ, ਵੀ ਅੱਜ ਉੱਥੇ ਕੌਣ ਬੈਠਾ ਉਸ ਸੰਸਥਾ ਦੇ ਵਿੱਚ। ਤੁਸੀਂ ਪਿੱਛੋਂ ਜਾ ਕੇ ਕਦੇ ਨਹੀਂ ਕਹਿ ਸਕਦੇ, ਇੱਥੋਂ ਹਜ਼ਾਰਾਂ ਵਾਰ ਗੱਲ ਹੋ ਗਈ, ਤੁਸੀਂ ਇਹ ਨਹੀਂ ਕਹਿੰਦੇ ਅਸੀਂ ਪਹਿਲੀ ਗੱਡੀ ਦੁਨੀਆ ਦੀ ਸਭ ਤੋਂ ਸੋਹਣੀ ਬਣਾਈ ਸੀ। ਉਹਨਾਂ ਨੇ ਅੱਜ ਪੁੱਛਣਾ ਅੱਜ ਮਾਰਕੀਟ ਦੀ ਡਿਮਾਂਡ ਕੀ ਆ, ਅੱਜ ਟੈਕਨੋਲੋਜੀ ਕਿੱਥੇ ਖੜੀ ਆ, ਅੱਜ ਤੁਸੀਂ ਆਪਦਾ ਪ੍ਰੋਡਕਟ ਜੇ ਮਾਰਕੀਟ ਵਿੱਚ ਵੇਚਣਾ, ਕੈਨ ਇਟ ਕੰਪੀਟ। ਤੁਸੀਂ ਪੁਰਾਣਾ ਕ੍ਰੈਡਿਟ ਲੈ ਨਹੀਂ ਸਕਦੇ, ਹੁਣ ਉਹ ਹੋ ਗਿਆ। ਪਰ ਜਿਹੜੀ ਪਰੰਪਰਾ ਵਾ ਚੱਲ ਰਹੀ ਆ, ਮਨੌਤ ਆ, ਹਰ ਬੰਦੇ ਨੇ ਜ਼ਿੰਦਗੀ 'ਚ ਆਦੀ ਮਨੌਤ 2 ਕਾਰਨਾਂ ਕਰਕੇ ਤੋੜੀ ਆ। ਕੋਈ ਬਿਰਲਾ ਹੋ ਜਿਹਨੇ ਮਤਲਬ ਸਮਾਜ ਦੇ ਪੱਖ ਤੋਂ ਤੋੜੀ ਹੋਵੇ, ਉਹ ਬਹੁਤ ਉਂਗਲਾਂ ਤੇ ਗਿਣੇ ਜਾਂਦੇ ਆ। ਬਾਕੀ ਛੋਟੀਆਂ ਛੋਟੀਆਂ ਮਨੌਤਾਂ ਸਾਡੀ ਜ਼ਿੰਦਗੀ 'ਚ ਜਿੱਦਾਂ ਹੀ ਸਾਡਾ ਕੋਈ ਸੌਖਾ ਲੱਗਦਾ, ਕੋਈ ਜੁਗਾੜ ਲੱਗਦਾ, ਸਾਨੂੰ ਲਾਲਚ ਆ, ਸਾਨੂੰ ਕੁਛ ਮਿਲਦਾ, ਜਾਂ ਕਹਿੰਦੇ ਨਿੱਜੀ ਸਵਾਰਥ ਖਾਤਰ ਬੰਦੇ ਕੋਈ ਵੀ ਮਨੌਤ ਤੋੜ ਸਕਦੇ ਆ, ਕੋਈ ਵੀ ਮਨੌਤ। ਜਦ ਤੱਕ ਉਹਨਾਂ ਦਾ ਸਵਾਰਥ ਨਹੀਂ ਪੂਰਾ ਹੁੰਦਾ ਤਦ ਤੱਕ ਖੜੇ ਆ, ਪਰ ਜਦੋਂ ਉਹਨਾਂ ਦਾ ਸਵਾਰਥ ਪੂਰਾ ਹੁੰਦਾ ਉਸ ਗੱਲ ਤੋਂ, ਉਹ ਮਨੌਤ ਛੱਡ ਕੇ ਪਰੇ ਹੋ ਜਾਂਦੇ ਤੇ ਬੰਦਾ ਕੋਈ ਸਵਾਲ ਵੀ ਨਹੀਂ ਪੁੱਛਦਾ। ਹੈਰਾਨੀ ਦੀ ਇਹ ਗੱਲ ਆ ਵੀ ਜਦੋਂ ਮਨੌਤ ਤੋੜ ਕੇ ਗਾਂਹ ਲੰਘ ਜਾਂਦੇ ਆ, ਜਦੋਂ ਸਵਾਰਥ ਹੱਲ ਹੋ ਜਾਂਦਾ, ਉਹੀ ਪਤੰਦਰ ਫਿਰ ਉਸੇ ਮਨੌਤ ਦੇ ਉੱਤੇ ਖੜ ਜਾਂਦੇ ਆ। ਹੁਣ ਛੋਟੀ ਆਪਾਂ ਗੱਲ ਕਰਦੇ ਨੇ ਵੀ ਕਿਸੇ ਟਾਈਮ ਇਹ ਮਨੌਤ ਸੀਗੀ, ਚਾਹੇ ਭਾਈ ਪੰਥਪ੍ਰੀਤ ਹੋਣੀ ਸੀਗੇ ਨਾਲੇ, ਉਦੋਂ ਪਹਿਲਾਂ ਜਿਹੜੇ ਸਾਧ ਸੀ ਵੀ ਜਿਹੜਾ ਸ਼੍ਰੀ ਸਾਹਿਬ ਆ ਇਹ ਅੰਗ ਆ ਸਾਡਾ, ਇਹ ਅੱਡ ਨਹੀਂ ਕੀਤਾ ਜਾ ਸਕਦਾ, ਇਹ ਸਾਨੂੰ ਹੁਕਮ ਆ। ਜਹਾਜ਼ ਆਏ, ਜਹਾਜ਼ਾਂ 'ਚ 1 ਮਿੰਟ ਲਾਇਆ, ਟੇਚੀ 'ਚ ਪਾਏ ਚੜ੍ਹ ਗਏ, ਮਨੌਤ ਟੁੱਟ ਗਈ। ਪਰ ਹੈਰਾਨੀ ਦੀ ਗੱਲ ਆ ਵੀ ਜਿਹੜੇ ਬੰਦੇ ਜਹਾਜ਼ 'ਚ
ਟੇਚੀ 'ਚ ਰੱਖ ਕੇ, ਜੋ ਆਪਾਂ ਟੇਚੀ ਕਹਿੰਦੇ ਜਿਹੜਾ ਕਾਰਗੋ 'ਚ ਰੱਖਦੇ ਆ, ਕੈਰੀ ਔਨ ਬੈਗ 'ਚ ਨਹੀਂ ਲੈ ਕੇ ਜਾ ਸਕਦੇ। ਐ ਨਹੀਂ ਕਹਿੰਦੇ ਵੀ ਮੈਂ ਤਾਂ ਆਪਦੀ ਗੋਦੀ 'ਚ ਬੜੀ ਰਿਸਪੈਕਟ ਨਾਲ ਰੱਖਿਆ ਉਹੀ ਬੈਗ। ਚਲੋ ਮੈਂ 에ਅਰਕ੍ਰਾਫਟ ਇੰਜੀਨੀਅਰ, ਉਹਨਾਂ ਨੂੰ ਦੇਖਦਾ ਲੋਡ ਕਰਦਿਆਂ ਨੂੰ, ਉਹ ਜਿਹੜੇ ਬੈਗ 'ਚ ਇਹਨਾਂ ਦਾ ਜਾਂਦਾ ਸ਼੍ਰੀ ਸਾਹਿਬ, ਉਸ ਬੈਗ 'ਚ ਬਾਕੀ ਸਾਰਿਆਂ ਦਾ ਸਾਰਾ ਕੁਛ ਹੀ ਹੁੰਦਾ ਬੈਗਾਂ 'ਚ ਅੱਡ ਤਰ੍ਹਾਂ ਦਾ। ਸੋ ਜਿਵੇਂ ਆਮ ਲਗੇਜ ਜਾਂਦਾ ਇੱਦਾਂ ਕੋਈ ਕੱਪੜਾ ਹੈਗਾ, ਕੋਈ ਜੁੱਤੀ ਆ, ਕੋਈ ਕਿਤਾਬ ਆ, ਕੁਛ ਵੀ ਜਿਵੇਂ ਟੇਚੀ 'ਚ ਪਾਇਆ ਹੁੰਦਾ ਆਮ ਲੋਕਾਂ ਨੇ ਸਮਾਨ, ਉਵੇਂ ਉਹਨਾਂ ਨੇ ਸ਼੍ਰੀ ਸਾਹਿਬ ਪਾਈ ਹੁੰਦੀ ਆ। ਪਰ ਜਦੋਂ ਬਾਹਰ ਚਲੇ ਜਾਂਦੇ ਆ ਉੱਥੇ ਕੀ ਕਰਦੇ ਆ, ਉੱਥੇ ਅੱਜ ਫੇਰ ਉਸੇ ਗੱਲ ਤੇ ਪਹਿਰਾ ਦਿੱਤਾ ਜਾਂਦਾ ਵੀ ਨਹੀਂ ਕਿਰਪਾਨ ਤੇ ਸਾਡਾ ਹੱਕ ਆ, ਸਾਨੂੰ ਛੇਵੇਂ ਪਾਤਸ਼ਾਹ ਦੇ ਕੇ ਗਏ ਆ। ਜਾਂ ਇਹ ਪਤੰਦਰ ਜਦੋਂ ਟੂਰ ਲਾ ਕੇ ਜਾਂਦੇ ਆ ਉੱਥੇ ਦੀਵਾਨਾਂ 'ਚ ਮੈਂ ਨਹੀਂ ਸੁਣਿਆ ਭਾਈ ਪੰਥ ਨੇ ਕਿਹਾ ਹੋਵੇ ਵੀ ਦੇਖੋ ਜੀ ਮੈਂ ਆਇਆ ਸ਼੍ਰੀ ਸਾਹਿਬ ਲਾ ਕੇ ਜਹਾਜ਼ 'ਚ, ਮੈਂ ਨਹੀਂ ਮੰਨਦਾ ਸਾਡਾ ਅੰਗ। ਤੁਸੀਂ ਜੇ ਕਿਸੇ ਨੇ ਸਟੇਟਮੈਂਟ ਸੁਣੀ ਹੋਵੇ ਜਾਂ ਧੁੰਦਲੀ ਸਟੇਟਮੈਂਟ ਸੁਣੀ ਹੋਵੇ ਤਾਂ ਮੈਨੂੰ ਦੱਸ ਦਿਓ, ਆਈ ਵੀ ਰੀਅਲੀ ਕੀਨ ਟੂ ਨੋ। ਪਰ ਨਹੀਂ, ਜਦੋਂ ਹੀ ਵਾਪਸ ਆ ਜਾਂਦੇ ਜਿੰਨੇ ਸੰਪਰਦਾਇ ਨੇ ਫਿਰ ਕੀ ਕਹਿੰਦੇ ਆ, ਨਹੀਂ ਨਹੀਂ ਨਹੀਂ, ਇਹ ਤਾਂ ਸਾਡੀ ਪਰੰਪਰਾ ਵਾ, ਪਰੰਪਰਾ ਨਹੀਂ ਤੋੜੀ ਜਾ ਸਕਦੀ, ਜਿਹੜਾ ਪਰੰਪਰਾ ਤੋੜੂਗਾ ਉਹਦਾ ਅਸੀਂ ਵਿਰੋਧ ਕਰਾਂਗੇ। ਪਰ ਜਦੋਂ ਆਪ ਤੋੜਦੇ ਆ, ਜਦੋਂ ਸਵਾਰਥ ਹੱਲ ਹੁੰਦਾ, ਉਦੋਂ ਕੋਈ ਫਰਕ ਨਹੀਂ। ਗੱਲ ਕੀ ਹੋਈ, ਹੁਣ ਜਿਹੜਿਆਂ ਬੰਦਿਆਂ ਨੇ ਆਪਦੇ ਸਵਾਰਥ ਖਾਤਰ ਪਰੰਪਰਾ ਤੋੜੀਆਂ, ਉਹ ਜਦੋਂ ਵਾਪਸ ਪਰੰਪਰਾ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਦੂਜੇ ਧਰਮਾਂ ਦੀਆਂ ਐਗਜ਼ਾਮਪਲਾਂ ਦੇਣੀਆਂ ਪੈਂਦੀਆਂ ਵੀ ਉਹ ਵੀ ਤਾਂ ਇਹੀ ਕਰਦੇ ਆ। ਜੇ ਉਹ ਰੱਬ ਨੂੰ ਇੱਦਾਂ ਮੰਨਦੇ ਆ, ਸਾਡੇ ਭਾਈ ਨੇ ਉਹ। ਹੁਣ ਜਿਹੜਾ ਮਸਲਾ ਚੱਲ ਰਿਹਾ ਕਹਿਣ ਨੂੰ ਵੀ ਹਿੰਦੂਆਂ ਤੇ ਸਿੱਖਾਂ ਦਾ, ਜਾਂ 84 ਦੇ ਵਿਚਾਲੇ ਜਿਹੜੀ ਟੈਨਸ਼ਨ ਸੀਗੀ, ਜਾਂ ਜਿੱਦਾਂ ਕਤਲ ਹੋਇਆ, ਜੋ ਕੁਛ ਵੀ ਹੋਇਆ, ਜਾਂ ਜਦੋਂ ਇੰਦਰਾ ਗਾਂਧੀ ਨੂੰ ਬਾਹਮਣੀ ਕਹਿ ਕੇ ਬੁਲਾਇਆ ਜਾਂਦਾ ਵੀ ਹਾਂ 30 40 ਆਉਣੇ ਆ, ਲੱਲੀ ਰਾਮ ਛੱਲੀ ਰਾਮ, ਜੋ ਵੀ ਸੰਦਰਭ ਹੈਗਾ ਉਸ ਕੰਸੈਪਟ ਦੇ ਵਿੱਚ, ਉਹਦੇ ਵਿੱਚੋਂ ਅੱਜ ਜਿਹੜੀ ਮੈਂ ਪਲੇ ਕਰਨੀ ਹੈ ਨਾ ਵੀਡੀਓ, ਉਹਦੀ ਆਪਣੇ ਜਿੰਦ ਬਰਾੜੀ ਦਾ ਥੋੜਾ ਜਿਹਾ ਕਲਿੱਪ ਆ, ਬਾਕੀ ਤਾਂ ਨੋਰਮਲ ਗੱਲ ਚੱਲਦੀ ਹੈ। ਜਿਹੜੇ ਕੰਸਰਨ ਆ ਇੱਦਾਂ ਇਹੀ ਆ, ਇੱਦਾਂ ਹੀ ਜਸਵਿੰਦਰ ਸਿੰਘ ਜਿਹਨੂੰ ਆਪਾਂ ਬੂਟ ਕਹਿੰਦੇ ਆ, ਉਹਦਾ ਇੱਕ ਕਲਿੱਪ ਆ, ਉਹਦਾ ਵੀ ਥੋੜਾ ਜਿਹਾ ਪਾਰਟ ਚਲਾਉਣਾ ਵਾ। ਫਿਰ ਮੈਂ ਇਹ ਸਵਾਲ ਬਾਅਦ ਚ ਪੁੱਛਣਾ ਵਾ ਵੀ ਜੇ ਤੁਸੀਂ ਏਦਾਂ ਮੰਨਦੇ ਹੋ ਫਿਰ ਤਾਂ ਰੌਲਾ ਹੀ ਕੋਈ ਨਹੀਂ ਰਹਿ ਗਿਆ ਪਿੱਛੇ, ਫਿਰ ਲੜਾਈ ਹੈ ਕੀ ਨਾ। ਤੁਸੀਂ ਤਾਂ ਮਤਲਬ ਅੱਜ ਨਾਨਕ ਪਾਤਸ਼ਾਹ ਨੂੰ ਵੀ ਦੂਜੇ ਪਾਸੇ ਖੜਾ ਕਰਤਾ, ਉਹਨਾਂ ਤੇ ਸਵਾਲ ਖੜਾ ਕਰਤਾ ਵੀ ਜਿਹੜੀ ਉਹਨਾਂ ਨੇ ਪਰੰਪਰਾ ਤੋੜੀ ਆ ਉਹ ਬਹੁਤ ਵੱਡੀ ਗਲਤੀ ਕੀਤੀ ਆ। ਉਹ ਜਦੋਂ ਆਪਾਂ ਵੀਡੀਓ ਚਲਾਵਾਂਗੇ ਤੁਹਾਨੂੰ ਪਤਾ ਲੱਗ ਜਾਣਾ। ਪਹਿਲਾਂ ਸਾਡੇ ਨਾਲ ਸਰੋਤੇ ਉਹਨਾਂ ਦੀ ਗੱਲ ਸੁਣ ਲਈ, ਫਿਰ ਆਪਾਂ ਟੌਪਿਕ ਸਟਾਰਟ ਕਰਦੇ ਹਾਂ। ਹਾਂਜੀ, ਸਵਾਗਤ ਹੈ ਤੁਹਾਡਾ 07 ਤੇ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਆਪਣੇ ਮੇਰਾ ਸਵਾਲ ਨਹੀਂ, ਬਸ ਮੈਂ ਪੁੱਛਣਾ ਸੀ ਤੁਹਾਨੂੰ। ਹਾਂਜੀ ਭਾਈ ਆਪਣੇ ਬਲਵਿੰਦਰ ਮਠੱਡਾ ਸਾਹਿਬ ਨਹੀਂ ਆਉਂਦੇ ਜੀ, ਕਈ ਚਿਰ ਹੋ ਗਏ, ਉਹਨੂੰ ਕਿੱਧਰ ਨੇ, ਉਹ ਮਿਸ ਕਰ ਰਹੇ ਉਹਨਾਂ ਨੂੰ। ਹਾਂਜੀ ਜੀ, ਤੁਹਾਡਾ ਸੁਨੇਹਾ ਮਿਲ ਜਾਣਾ, ਵੀ ਸੁਣਦੇ ਹੋਣੇ ਆ, ਉਹ ਆਉਣਗੇ, ਉਹਨਾਂ ਦੇ ਆਪਦੇ ਕੰਮ ਨੇ ਜੀ। ਤੇ ਹੋਰ ਕੋਈ ਸਵਾਲ ਆ ਤਾਂ ਦੱਸੋ। ਬਸ ਸਵਾਲ ਇਹੀ ਸੀ ਮੇਰਾ, ਕਿਉਂਕਿ ਚੰਗੀ ਗੱਲ ਹੁੰਦੀ ਉਹਨੂੰ ਵੀ ਬਹੁਤ ਮਿਸ ਕਰ ਰਹੇ, ਕਈ ਹਫ਼ਤੇ ਹੋ ਗਏ ਆਈ ਨਹੀਂ। ਨਹੀਂ ਠੀਕ ਹੈ ਜੀ, ਸੁਣ ਲਿਆ ਮੈਂ, ਬਸ ਸੁਣ ਲਿਆ, ਫਿਰ ਆ ਜਾਣਗੇ ਮੈਨੂੰ ਲੱਗਦਾ। ਹਾਂ, ਆਲਰਾਈਟ, ਥੈਂਕ ਯੂ ਬ੍ਰੇ, ਧੰਨਵਾਦ ਜੀ, ਥੈਂਕ ਯੂ। ਸਾਡੇ ਨੈਕਸਟ ਸਰੋਤੇ 08 ਤੇ ਆਈ। ਹਾਂਜੀ, ਸਵਾਗਤ ਹੈ ਤੁਹਾਡਾ। ਹੈਲੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ ਨੇ? ਵਧੀਆ ਜੀ, ਤੁਸੀਂ ਦੱਸੋ, ਤੁਸੀਂ ਕੌਣ ਬੋਲਦੇ? ਹਾਂ, ਗੁਰਤੇਜ ਘੋਲੀਆ ਬੋਲਦਾ। ਹਾਂਜੀ, ਗੁਰਤੇਜ ਘੋਲੀਆ। ਹਾਂਜੀ ਦੱਸੋ। ਹਾਂ, ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਆਪਣੇ, ਮੈਂ ਪਿਛਲੇ ਪਹਿਲੀ ਕਈ ਵੀ ਨਹੀਂ ਫੋਨ ਕੀਤਾ ਸੀ ਤੁਹਾਨੂੰ, ਕੁਦਰਤੀ ਚੱਕਿਆ ਨਹੀਂ ਤੁਸੀਂ। ਹਾਂਜੀ। ਤੇ ਜਿਹੜੀ ਆਹ ਗੱਲ ਕਰਦੇ ਆਪਣੇ ਵਰਿੰਦਰ ਗੋਲਡੀ ਹੋਣਾ ਨੇ ਪਿਛਲੇ ਪ੍ਰੋਗਰਾਮ ਕੀਤੇ ਆਪਣੇ। ਹਾਂਜੀ। ਇਹਨਾਂ ਨੂੰ ਉਹ ਨਹੀਂ ਸਮਝ ਲੱਗਦੀ ਵੀ ਅਸੀਂ ਕਿੱਥੇ ਕਿਹੜੇ ਮੁਲਕ 'ਚ ਬੈਠੇ ਆ, ਗੱਲਾਂ ਕਿਹੜੀਆਂ ਕਰ ਰਹੇ ਅਸੀਂ। ਹਾਂਜੀ। ਵਰਿੰਦਰ ਗੋਲਡੀ ਹੋਣਾ ਨੂੰ ਸਵਾਲ ਆਪਣਾ ਵੀ ਅਮਰੀਕਾ 'ਚ ਬੈਠ ਕੇ ਗੱਲਾਂ ਕਿਹੜੀਆਂ ਕਰਦੇ ਇਹ ਬੰਦੇ। ਗੱਲਾਂ ਜੀ ਹੁਣ ਹਰ ਬੰਦੇ ਦਾ ਜਿਹੜੀ ਸੋਚਣੀ ਆ, ਜਾਂ ਜਿੱਦਾਂ ਉਹ ਮਹਿਸੂਸ ਕਰਦਾ, ਜਾਂ ਉਹਦਾ ਅਨੁਭਵ ਆ, ਉਹਦੇ ਆਧਾਰ ਤੇ ਗੱਲਾਂ ਕਰਦੇ। ਹਰ ਬੰਦਾ ਆਪਦੀ ਕਾਮਨ ਸੈਂਸ ਦੇ ਆਧਾਰ ਤੇ ਦਲੀਲਾਂ ਦਿੰਦਾ ਜੀ। ਹਾਂਜੀ ਹਾਂਜੀ, ਉਹ ਏਦਾਂ ਨਹੀਂ, ਤੁਸੀਂ ਕਾਮਨ ਸੈਂਸ ਵੱਖਰੀ ਆ। ਕਾਮਨ ਸੈਂਸ ਵੱਖਰੀ ਨਹੀਂ, ਕਾਮਨ ਸੈਂਸ ਇੱਕ ਹੀ ਹੁੰਦੀ ਹੈ, ਉਹਦੀ ਘਾਟ ਦੇ ਵਿੱਚ ਹੀ ਬੰਦਾ ਸਟੇਟਮੈਂਟ ਅੱਡ ਤਰ੍ਹਾਂ ਦੀ ਦਿੰਦਾ। ਜੇ ਤੁਸੀਂ ਉਹਨਾਂ ਨੂੰ ਹੁਣ ਜਿਹੜਾ ਬੰਦਾ ਅਮਰੀਕਾ 'ਚ ਰਹਿ ਕੇ ਕਹਿ ਰਿਹਾ ਵੀ ਇੱਥੇ ਕੇਸ ਨਹੀਂ ਕੀਤਾ, ਫਰੀਡਮ ਆਫ ਸਪੀਚ ਆ, ਜੇ ਹੁਣ ਇੰਨੇ ਚਿਰ ਅਮਰੀਕਾ ਤੋਂ ਰਹਿ ਕੇ ਉਹਨੂੰ ਇਹ ਨਹੀਂ ਕਨਸੈਪਟ ਕਲੀਅਰ ਹੋਇਆ ਵੀ ਫਰੀਡਮ ਆਫ ਸਪੀਚ ਦੇ ਮਤਲਬ ਕੀ ਆ। ਗੱਲ ਇਹ ਵੀ ਵਿਰੋਧ ਕਰਨਾ ਜੀ। ਹਾਂਜੀ ਹਾਂਜੀ, ਵਿਰੋਧ ਕਰਨਾ ਕਰਕੇ ਉਸ ਮੈਂ ਅੱਜ ਥੋੜੀ ਗੱਲ ਕਰਨੀ ਹੈ, ਜਦੋਂ ਤੁਹਾਡਾ ਫੋਨ ਕੱਟਿਆਗਾ ਮੈਂ ਕਰਦਾ ਉਸ ਟੌਪਿਕ ਤੇ ਥੋੜੀ ਗੱਲ ਕਰਦਾ। ਹਾਂਜੀ ਹਾਂਜੀ, ਮੈਂ ਛੇਤੀ ਲਾ ਲਿਆ ਫੋਨ, ਲਾਉਣ ਤਾਂ ਮੈਂ ਬਾਅਦ 'ਚ ਸੀਗਾ ਤੇ ਛੇਤੀ ਲਾ ਲਿਆ ਮੈਂ। ਨਹੀਂ ਠੀਕ ਹੈ, ਧੰਨਵਾਦ। ਹਾਂਜੀ ਹਾਂਜੀ, ਤੇ ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈ। ਹਾਂਜੀ। ਵੀ ਜਿਹੜੀ ਇਹ ਗੱਲ ਕਰ ਰਹੇ ਆ ਇਸ ਟਾਈਮ ਤੇ ਭਾਈ ਰਣਜੀਤ ਸਿੰਘ ਨੂੰ ਸਵਾਲ ਕਰ ਰਹੇ ਆ। ਹਾਂਜੀ।
ਤੇ ਭਾਈ ਰਣਜੀਤ ਸਿੰਘ ਦੇ ਮੁਕਾਬਲੇ 'ਚ ਕੋਈ ਹੈਗੀ ਇਹਨਾਂ ਦੀ ਕੋਈ ਗੱਲ ਮਾੜੀ ਮੋਟੀ ਲੈਵਲ ਰਲਦਾ ਇਹਨਾਂ ਦਾ ਕੋਈ? ਨਹੀਂ ਉਹ ਤਾਂ ਹੁਣ ਤੁਸੀਂ ਮਤਲਬ ਮੈਂ ਤੁਹਾਨੂੰ ਵੀਰੇ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਤਾਂ ਤੁਹਾਡਾ ਕੋਈ ਇਦਾਂ ਪਰਟੀਕੂਲਰ ਸਵਾਲ ਆ ਨਾ, ਜਾਂ ਤਾਂ ਤੁਸੀਂ ਵੀ ਉਹਨਾਂ ਦੀ ਜਿਹੜੀ ਗੱਲ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਇਦਾਂ ਵਾ ਵੀ ਕਿਉਂਕਿ ਤੁਸੀਂ ਭਾਈ ਸਾਹਿਬ ਦੇ ਪੱਖ ਤੋਂ ਬੋਲਦੇ ਹੋ ਜਾਂ ਮੇਰੇ ਪੱਖ ਤੋਂ ਬੋਲ ਰਹੇ ਹੋ, ਰਾਈਟ? ਜਦੋਂ ਆਪਾਂ ਉਹਨਾਂ ਦੀ ਗੱਲ ਕਰਨੀ, ਜਿਹੜੀ ਗੱਲ ਆ ਉਹ ਗੱਲ ਕਰੋ, ਫਿਰ ਮੈਂ ਗੱਲ ਨੂੰ ਗਾਂਹ ਤੋੜ ਸਕਦਾ ਵਾ। ਜੇ ਤਾਂ ਤੁਸੀਂ ਇਕੱਲੇ ਕਮੈਂਟਸ ਨਹੀਂ, ਕਰ ਮੈਂ ਰਹੇ ਤਾਂ ਮਨੁੱਖੀ ਸੁਭਾਅ ਦੇ ਮੁਤਾਬਕ ਬੋਲ ਰਿਹਾ। ਮਨੁੱਖੀ ਸੁਭਾਅ ਜਿਹੜਾ ਇਹ ਵਰਤ ਰਹੇ ਆ, ਹਾਂਜੀ, ਜਿਹੜਾ ਮਨੁੱਖ ਦਾ ਸੁਭਾਅ ਹੈ ਨਾ, ਮਨੁੱਖ ਦਾ ਸੁਭਾਅ ਇੱਕੋ ਹੀ ਹੈ ਇਹਨਾਂ ਦਾ ਵੀ ਹਾਂ ਇਹਨਾਂ ਨੇ ਗੱਲ ਕਿੰਨੀ ਮਰਜ਼ੀ ਸਹੀ ਹੋਵੇ, ਆਪਾਂ ਜਿੰਨੀ ਮਰਜ਼ੀ ਸਹੀ ਗੱਲ ਕਰੀਏ, ਇਹਨਾਂ ਨੇ ਕਹਿਣਾ ਨਹੀਂ ਇਹ ਤਾਂ ਗਲਤ ਹੀ ਕਰ ਰਹੇ ਆ। ਨਹੀਂ ਉਹਦੇ ਵਿੱਚ ਇਦਾਂ ਨਾ, ਤੁਸੀਂ ਹੁਣ ਮਨੁੱਖੀ ਸੁਭਾਅ ਦੀ ਤਾਂ ਗੱਲ ਕਰ ਰਹੇ ਹੋ, ਜਿਹੜੀ ਆਪਣੀ ਜ਼ਿੰਦਗੀ ਦੇ ਉੱਤੇ ਤੁਲਦੀ ਨਹੀਂ ਗੱਲ, ਆਪਣੀ ਪੂਰੀ ਨਹੀਂ ਹੁੰਦੀ, ਆਪਣੀ ਜ਼ਿੰਦਗੀ ਆਪਣੇ ਲਾਈਫ ਸਟਾਈਲ ਦੇ ਉੱਤੇ ਪੂਰੀ ਨਹੀਂ ਹੁੰਦੀ। ਹਾਂਜੀ, ਉਹ ਜੇ ਗੱਲਾਂ ਆਪਾਂ ਕਰਾਂਗੇ ਤੇ ਆਪਾਂ ਨੂੰ ਉਹਨਾਂ ਦਾ ਕੀ ਫਾਇਦਾ? ਜਿਹੜੀਆਂ ਗੱਲਾਂ ਅਸੀਂ ਕਰ ਰਹੇ ਆ ਉਹਨਾਂ ਦਾ ਕੀ ਫਾਇਦਾ ਆਪਾਂ ਨੂੰ? ਜਿਹੜੀਆਂ ਗੱਲਾਂ ਇਹ ਕਰ ਰਹੇ ਆ, ਦੇਖੋ ਜੀ ਮੈਂ ਨਾ, ਚਲੋ ਵੀਰੇ ਆਪਾਂ ਗੱਲ ਛੋਟੀ ਕਰ ਲਈ ਇੱਥੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜਾ ਜਦੋਂ ਆਪਾਂ ਐਂ ਕਹਿ ਰਹੇ ਆ ਨਾ ਵੀ ਯਾਰ ਅਸੀਂ ਗੱਲ ਸਿੱਧੀ ਕੀਤੀ ਆ, ਉਹਨਾਂ ਨੇ ਕੀ ਬਣਾਤਾ, ਠੀਕ ਹੈ, ਜਦੋਂ ਤੁਸੀਂ ਇਦਾਂ ਕਹੋਗੇ ਵੀ ਉਹ ਸਾਡੇ ਨਾਲ ਫੇਰ ਖੇਡਣ, ਤੁਹਾਡਾ ਜਿਹੜਾ ਬੰਦਾ ਵਿਰੋਧੀ ਆ ਉਹ ਤੁਹਾਡਾ ਵਿਰੋਧ ਹੀ ਕਰੂਗਾ ਨਾ। ਜੇ ਉਹ ਇਕੱਲਾ ਉਹਨੂੰ ਸਿਰਫ ਵਿਰੋਧ ਕਰਨਾ ਆਉਂਦਾ ਵਾ, ਫਿਰ ਹੋਰ ਕਿੱਦਾਂ ਵਿਰੋਧ ਜਿਤਾਇਆ ਜਾ ਸਕਦਾ, ਦੱਸੋ ਮੈਨੂੰ ਤੁਸੀਂ। ਹਾਂਜੀ ਨਹੀਂ, ਮੈਂ ਉੱਥੇ ਤੇ ਉਹਦੇ ਸ਼ਹਿਰ ਤੋਂ, ਗੋਲਡੀ ਦੇ ਸ਼ਹਿਰ ਤੋਂ ਬੋਲ ਰਿਹਾ। ਹਾਂਜੀ ਸ਼ਹਿਰ ਤੋਂ ਬੋਲ ਰਿਹਾ। ਹਾਂਜੀ, ਨਹੀਂ ਮੈਂ ਸਮਝਦਾ ਤੁਹਾਡੀ ਗੱਲ, ਪਰ ਉਹ ਤਾਂ ਹੀ ਕਿਹਾ ਮੈਂ। ਕੋਈ ਨਾ, ਆਪਾਂ ਕਰਦੇ ਆਂ ਗਾਂਹ ਚੱਲਦਾ ਪੂਰਾ, ਫਿਰ ਦੇਖਦੇ ਆਂ ਵੀਰੇ। ਹਾਂਜੀ, ਮੈਂ ਨੰਬਰ ਅੱਗੇ ਵੀ ਦਿੱਤਾ ਸੀਗਾ 5596909643। ਵੀ ਮੈਨੂੰ ਜਦੋਂ ਮਰਜ਼ੀ ਮਿਲ ਲਵੇ ਗੋਲਡੀ, ਜਿੱਥੇ ਕਵੇ ਉੱਥੇ ਮੈਂ ਉਹਦੇ ਨਾਲ ਗੱਲ ਕਰ ਸਕਦਾ। ਨਹੀਂ ਠੀਕ ਹੈ ਜੀ, ਥੈਂਕ ਯੂ। ਹਾਂਜੀ, ਧੰਨਵਾਦ ਵੀਰੇ। ਬਾਅਦ ਕਰੇ ਕੋਈ ਗੱਲ ਸਪਸ਼ਟ ਨਹੀਂ ਕਰਦਾ ਗੱਲ, ਕੋਈ ਮਕਸਦ ਨਹੀਂ ਨਾ ਹੈਗਾ ਵੀਰੇ। ਮੈਂ ਤੁਹਾਨੂੰ ਉਹੀ ਗੱਲ ਸਮਝਾ ਰਿਹਾ, ਤੁਸੀਂ ਏਦਾਂ ਚਾਹੁੰਦੇ ਹੋ ਵੀ ਸ਼ਰਤਾਂ ਤੁਸੀਂ ਲਾਮੋ ਵੀ ਆਮ ਸਿਨਾਰੀਓ ਦੇ ਵਿੱਚ ਵੀ ਜੇ ਮੈਂ ਮਤਲਬ, ਤੁਹਾਡਾ ਨਾਂ ਕੀ ਸੀ? ਗੁਰਤੇਜ ਢਿੱਲੋਂ ਘੋਲੀਆ। ਵੀ ਤੇਜ ਸਿੰਘ ਕਹਿੰਦਾ ਵੀ ਜੇ ਮੈਂ ਕਿਸੇ ਦਾ ਕਰਨਾ ਹੋਵੇ ਵਿਰੋਧ, ਮੈਂ ਕਰੂੰਗਾ ਵਿਰੋਧ ਦਲੀਲ ਨਾਲ, ਰਾਈਟ? ਵੀ ਕੋਈ ਵਜ੍ਹਾ ਨਾਲ ਵਿਰੋਧ ਕੀਤਾ ਜਾਣਾ ਚਾਹੀਦਾ, ਵੀ ਮੈਂ ਉਹਨਾਂ ਦਾ ਜੇ ਕੋਈ ਵਿਰੋਧ ਕਰੂੰਗਾ ਉਹਨੂੰ ਗੱਲ ਚਲਾ ਕੇ, ਮਤਲਬ ਕਾਮਨ ਸੈਂਸ ਦੇ ਆਧਾਰ ਤੇ ਜੋ ਵੀ ਕਰੂੰਗਾ। ਉਹ ਹੈਗੀਆਂ ਤੁਹਾਡੀਆਂ ਸ਼ਰਤਾਂ ਵੀ ਤੁਸੀਂ ਕੀ ਕਰ ਸਕਦੇ, ਤੁਸੀਂ ਉਹਨਾਂ ਤੇ ਨਹੀਂ ਸ਼ਰਤ ਲਾ ਸਕਦੇ। ਹਾਂਜੀ, ਹੁਣ ਜਦੋਂ ਉਹਨਾਂ ਨੇ ਕਰਨਾ ਹੀ ਇਕੱਲਾ ਵਿਰੋਧ ਆ, ਤੁਸੀਂ ਦੇਖੋ ਜੇ 20-10 ਸੈਕਿੰਡ ਦੇ ਕਲਿੱਪ ਚਲਾ ਕੇ, ਮਤਲਬ ਆਪਦੀ ਉਹਨਾਂ ਨੇ ਕਿਸੇ ਨੇ ਆ ਕੇ ਅੱਜ ਤੱਕ ਕਿਹਾ, ਚਲੋ ਅੱਜ ਮੈਂ ਗੱਲ ਨਹੀਂ ਸੀ ਕਰਨੀ ਪਾਲੀ ਉੱਤੇ, ਪਰ ਫਿਰ ਵੀ ਹੁਣ ਤੁਸੀਂ ਜਿੰਨੇ ਬੰਦੇ ਇੱਥੋਂ ਗਏ ਆ ਰੇਡੀਓ ਤੋਂ, ਹਾਂਜੀ, ਉਹ ਜਾ ਕੇ ਕਿਸੇ ਨੇ ਅੱਜ ਤੱਕ ਇਹ ਦੱਸਿਆ ਵੀ ਹਾਂ ਪਹਿਲਾਂ ਮੈਨੂੰ ਉਹਨਾਂ ਨੇ ਫਟਕਾਰਤਾ, ਜਾਂ ਮੈਨੂੰ ਟੋਕਤਾ, ਜਾਂ ਮੈਨੂੰ ਝਾੜਤਾ, ਜਾਂ ਮੈਨੂੰ ਮਤਲਬ ਮੱਖਣ 'ਚ ਬਾਲਾਂ ਨੂੰ ਕੱਢ ਕੇ ਬਾਹਰ ਮਾਰਿਆ, ਇਸ ਕਰਕੇ ਮੈਂ ਉਹਨਾਂ ਦੇ ਵਿਰੋਧ 'ਚ। ਜਦੋਂ ਵੀ ਕੋਈ ਗੱਲ ਕਹੂਗਾ ਇਹਨੇ ਗੁਰੂ ਨੂੰ ਕਹਿਤਾ। ਹੁਣ 3 ਵੀਡੀਓ ਆ ਗਿਆ ਰਣਜੋਤ ਸਿੰਘ ਦੀਆਂ, ਇੱਕ ਉੱਥੇ ਚਲਿਆ ਗਿਆ, ਇੱਕ ਭਾਜੀ ਕੋਲੇ ਆ ਗਿਆ, ਇੱਕ ਬਲਰਾਜ ਨਾਲ ਆ ਗਈ, ਰਾਈਟ? ਇੱਕ ਦੀ ਕੱਲ ਨੂੰ ਆ ਜਾਣੀ ਉਹਦੀ। ਉਹਦੇ ਵਿੱਚ ਤੁਸੀਂ ਕਿਸੇ ਗੁਰੂ ਬਾਰੇ ਕੋਈ ਗੱਲ ਸੁਣੀ ਉਤੋਂ, ਉਹਦੀ ਵਿਦਵਤਾ ਦਿਖਾਈ ਉਹਨੇ, ਕੋਈ ਇਕੱਲੇ ਮਿਹਣੇ ਮਾਰੇ ਆ? ਗੱਲ ਉਹੀ ਗੱਲ ਕਰਦੇ ਨੇ, ਆਪਣੀ ਜ਼ਿੰਦਗੀ ਤੇ ਕੋਈ ਗੱਲ ਲੱਗਦੀ ਹੋਵੇ ਜਾਂ ਗੁਰੂ ਤੇ ਲੱਗਦੀ ਹੋਵੇ। ਨਹੀਂ ਉਹ ਇਦਾਂ ਨਹੀਂ ਕਰਨਗੇ ਵੀਰੇ। ਚਲੋ ਵੀਰੇ, ਮੈਨੂੰ ਅੱਜ ਮੇਰੇ ਕੋਲ 1 ਘੰਟਾ ਹੀ ਆ, ਮੈਂ 2-3 ਕਰਨੀਆਂ ਵੀਡੀਓ, ਫਿਰ ਕਰ ਲੈਣ ਦਿਓ ਮੈਨੂੰ ਪਲੀਜ਼। ਚਲੋ ਕੋਈ ਨਹੀਂ, ਸੌਰੀ ਹੈ। ਨਹੀਂ ਸੌਰੀ ਨਹੀਂ, ਕੋਈ ਮਾੜੀ ਮੋਟੀ ਗੱਲ ਨਹੀਂ ਕੋਈ ਗੱਲ, ਥੈਂਕ ਯੂ। ਹਾਂਜੀ, ਉਹ ਤਾਂ ਹੁਣ ਜੇ ਬੰਦੇ ਦਾ ਮਕਸਦ ਹੀ ਇਕੱਲਾ ਇੱਕ ਵਿਰੋਧ ਕਰਨਾ, ਇਸੇ ਕਰਕੇ ਉਹ ਕਦੇ ਗਾਂਹ ਨਹੀਂ ਪਾ ਸਕਦੇ, ਬੰਦਾ ਥੱਕ ਜਾਂਦਾ। ਹੁਣ ਜੇ ਮੇਰੇ ਬੰਦੇ ਨੇ ਮਤਲਬ ਉਹ ਗਾਂਹ ਚੱਲਦੇ ਆਪਾਂ ਗੱਲ ਕਰਦੇ ਰਾਣੇ ਪਰਮਜੋਤ ਦੀ, ਉਹਨੇ ਮੇਰਾ ਵੀਡੀਓ ਚਲਾਈ ਸੀ, ਪੂਰੀ ਤਾਂ ਨਹੀਂ ਹੋਈ ਉਹ ਤੋਂ, ਚਲ ਮੈਂ ਅਗਲੇ ਦਿਨ ਕਰੂਗਾ। ਹੁਣ ਜਿਹੜਾ ਬੰਦਾ ਮੇਰੇ ਵਿਰੋਧ 'ਚ ਆ, ਜਾਂ ਉਹਨੇ ਸਿਰਫ ਮੇਰੀ ਵੇਟ ਕਰਨੀ ਹੈ ਵੀ ਮੈਂ ਕੋਈ ਗੱਲ ਕਹਾਂ ਤਾਂ ਉਹ ਤੇ ਉਹ ਰਿਐਕਟ ਕਰਨਗੇ, ਰਾਈਟ? ਹੋਰ ਉਹਨੇ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਹੀਂ ਹੈਗਾ, ਮੇਰਾ ਕੋਈ ਉਹਨਾਂ 'ਚ ਇੰਟਰਸਟ ਨਹੀਂ ਹੈਗਾ। ਹੁਣ ਜੋ ਬੰਦਾ ਮੂਹਰੇ ਆ ਕੇ ਖੜਦਾ ਵਾ ਤੇ ਤੁਸੀਂ ਆਪਦੇ ਰਾਹ ਤੇ ਜਾ ਰਹੇ ਹੋ, ਤੁਸੀਂ ਬਿਕਮਸ ਅ ਪਾਰਟ ਆਫ ਦ ਡੈਸਟੀਨੀ ਨਾ, ਜਰਨੀ ਦੇ ਵਿੱਚ ਆ ਜਾਂਦਾ ਬੰਦਾ, ਸਾਨੂੰ ਕਰਨਾ ਪੈਂਦਾ। ਅਦਰਵਾਈਜ਼ ਜੇ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਆਪ ਦਾ ਮਕਸਦ ਕੀ ਹੈ। ਹੁਣ ਜਦੋਂ ਰਾਣਾ ਪਰਮਜੋਤ ਸ਼ੁਰੂ ਹੋਇਆ, ਉਹਨੇ ਆ ਕੇ ਇੱਕ ਵਾਰੀ ਦੱਸਿਆ ਕਿਸੇ ਨੂੰ, ਉਹਦਾ ਤਾਂ ਕੋਈ ਗੁੱਸਾ ਨਹੀਂ ਸੀਗਾ ਗੁਰੂ ਤੇ, ਮਤਲਬ ਵੀ ਗੁਰੂ ਵਾਲੀ ਗੱਲ ਤੇ ਉਹਨੂੰ ਕੋਈ ਤਕਲੀਫ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮਸਲਾ ਨਹੀਂ ਸੀ। ਛੋਟੀ ਗੱਲ ਪੋਲੀਟੀਕਲ ਬਣਾ ਪਾਰਟੀ ਬਣਾਉਣਾ ਚਾਹੁੰਦਾ ਸੀ ਭਾਈ ਸਾਹਿਬ ਦੇ, ਉਹਨੂੰ ਮਨਾ ਕਰਤਾ ਤੇ ਦੈਟਸ ਇਟ ਆਲ ਸਟਾਰਟਡ। ਹਰ ਬੰਦੇ ਦਾ ਨਿੱਜੀ ਜਿਹੜਾ ਗੁੱਸਾ ਵਾ
ਉਹ ਗੁਰੂ ਦੇ ਮੋਢੇ ਤੇ ਰੱਖ ਕੇ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕੋਈ ਵੀ ਲੈ ਕੇ ਵੀ ਹਾਂ ਲੋਕੀ ਮੈਨੂੰ ਸੁਣ ਲੈਣ। ਸਮੇਂ ਹੋਣਾ ਇਹ ਚਾਹੀਦਾ ਭਾਈ, ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੁਸੀਂ ਦੱਸ ਦਿਓ ਵੀ ਮੇਰਾ ਉਹਦੇ ਨਾਲ ਇਸ ਪੱਖੋਂ ਵਿਰੋਧ ਆ ਤੇ ਉਹਨੇ ਮੈਨੂੰ ਇਦਾਂ ਕਹਿਤਾ, ਇਸ ਕਰਕੇ ਤੁਸੀਂ ਆਪਦਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਦਿਓ, ਲੋਕੀ ਯਕੀਨ ਵੀ ਕਰਦੇ। ਪਰ ਤੁਸੀਂ ਹੁਣ ਜੇ ਜਿੰਨੇ ਬੰਦੇ ਨੇ ਚਾਹੇ ਬਲਰਾਜ ਆ, ਗੋਲਡੀ ਆ, ਹੁਣ ਤੁਸੀਂ ਜੋ ਪੁਰਾਣੇ ਸਾਲਾਂ ਜਾ ਕੇ ਨੇ ਵੀਡੀਓ ਸੁਣੋਗੇ ਜਾਂ ਰਿਕਾਰਡਿੰਗ ਸੁਣੋਗੇ, ਜੰਮੂ ਆ ਜਾਂ ਇੱਥੋਂ ਸਾਡੇ ਲੋਹਗੜ੍ਹ ਵਾਲੇ ਆ, ਬਸ ਤੁਸੀਂ ਨਾਂ ਲਓ ਇੱਕ ਬੰਦੇ ਦਾ, ਪ੍ਰਭਦੀਪ ਹੋਣੀ, ਪ੍ਰੋਫੈਸਰ ਦਰਸ਼ਨ, ਸਾਹਿਬ ਸਿੰਘ ਧੁੰਦਾ, ਭੰਤਪ੍ਰੀਤ, ਉਹਦੇ ਮੁੰਡੇ ਦਾ, ਕਿੱਦਾਂ ਭੱਜੇ ਫਿਰਦੇ ਆ ਸਾਰੇ ਇਕੱਠੇ ਹੋ ਗਏ ਨਾ। ਫਿਰ ਉਹਨੇ ਦੇਖਿਆ ਵੀ ਟਕਸਾਲ ਵਾਲੇ ਵੀ ਇਹਨਾਂ ਦੇ ਵਿਰੋਧ ਦਾ ਪਹਿਲਾਂ ਆਪ ਸੀਗੇ, ਪਰ ਹੁਣ ਉਹਨਾਂ ਨਾਲ ਵੀ ਹਾਂ ਨਹੀਂ ਸਾਡਾ ਬਾਬਾ ਜਰਨੈਲ ਸਿੰਘ ਸਾਂਝਾ ਵਾ, ਤੇ ਜਿੰਦ ਬਰਾਲੀ ਉਹਨਾਂ ਦੀ ਪੋਸਟਾਂ ਸ਼ੇਅਰ ਕਰੀ ਜਾਂਦਾ, ਉਹ ਉਹਨਾਂ ਦੀਆਂ ਪੋਸਟਾਂ ਸ਼ੇਅਰ ਕਰੀ ਜਾਂਦੇ ਆ, ਸਾਰੇ ਇਕੱਠੇ ਕਰਤੇ ਇੱਕ ਪਾਸੇ ਭਾਈ ਸਾਹਿਬ ਨੇ। ਜਿਵੇਂ ਸਿੱਧੂ ਮੂਸੇਵਾਲਾ ਨਹੀਂ ਸਾਰੇ ਕਲਾਕਾਰ ਨੂੰ ਖੁੰਝੇ ਲਾ ਲੈਂਦਾ, ਬਸ ਇੱਧਰ ਭਾਈ ਸਾਹਿਬ ਨੇ ਸਾਰੇ ਇਕੱਠੇ ਕਰਤੇ। ਹੁਣ ਗੱਲ ਇਹ ਤੁਸੀਂ ਇਦਾਂ ਕਹਿ ਸਕਦੇ ਹੋ ਜੀ, ਜਦੋਂ ਭਾਜੀ ਹਰਨੇਕ ਸਿੰਘ ਨੇ ਸਟੇਟਮੈਂਟ ਦਿੱਤੀ ਸੀ ਨਾ ਵੀ ਜੇ ਤੁਸੀਂ ਦੋ ਹੀ ਚੀਜ਼ਾਂ ਹੋਣਗੀਆਂ, ਜਾਂ ਤਾਂ ਤੁਸੀਂ ਜਾ ਕੇ ਮਤਲਬ ਭਾਈ ਸਾਹਿਬ ਦੇ ਪਿੱਛੇ ਲੱਗੋਗੇ, ਉਹ ਰਾਹ ਤੇ ਚੱਲੋਗੇ, ਉਹ ਬਹੁਤ ਔਖਾ ਵਾ, ਸਭ ਤੋਂ ਇੰਨਾ ਤਿਆਗ ਨਹੀਂ ਕਰ ਹੋਣਾ, ਜਾਂ ਤੁਸੀਂ ਜਮਾਂ ਹੀ ਟਕਸਾਲੀ ਚ ਬਣ ਜਾਓਗੇ। ਪਰ ਮੈਂ ਆਪਦੇ ਨਿੱਜੀ ਸੋਚਦਾ ਵੀ ਭਾਜੀ ਨੇ ਜਦੋਂ ਇਹ ਸਟੇਟਮੈਂਟ ਦਿੱਤੀ ਆ ਰਾਈਟ, ਉਹ ਚਲ ਮੈਨੂੰ ਤਾਂ ਗੱਲ ਸਮਝ ਆ ਗਈ ਵੀ ਹਾਂ ਇਦਾਂ ਹੋਊਗਾ, ਕਿਉਂ ਹੋਰ ਕੋਈ ਆਪਸ਼ਨ ਹੈ ਨਹੀਂ ਗੀ। ਪਰ ਨਾਲ ਜਾ ਕੇ ਖੜਨ ਵਾਲੀ ਤਾਂ ਗੱਲ ਸਮਝ ਆਉਂਦੀ। ਹੁਣ ਜਿਹੜਾ ਬੰਦਾ 2 ਸਾਲਾਂ ਬਾਅਦ ਇਹਨਾਂ ਬਿਹੇਵੀਅਰ ਦੇਖਦਾ ਵੀ ਉਦੋਂ ਸਟੇਟਮੈਂਟ ਜਦੋਂ ਦਿੱਤੀ ਸੀ ਉਦੋਂ ਕਿਸੇ ਨੂੰ ਐ ਲੱਗਦਾ ਐ ਕਿੱਦਾਂ ਹੋ ਜੂ, ਉਦਾਂ ਕਿੱਦਾਂ ਹੋ ਜੂ, ਤੇ ਹੁਣ ਕੀ ਹੋਇਆ, ਹੁਣ ਉਹੀ ਗੱਲ ਸੱਚ ਹੋਈ ਹੈ ਨਾ। ਹੁਣ ਮੈਂ ਅੱਜ ਸੋਚਿਆ ਸੀਗਾ ਵੀ ਹਰ ਫਰਾਈਡੇ ਪ੍ਰੋਗਰਾਮ ਕਰ ਲਿਆ ਕਰਾਂਗੇ ਆਪਾਂ, ਜਦੋਂ ਮੇਰਾ ਕੰਮ ਨਾ ਹੋਇਆ ਕਰੂਗਾ। ਤੇ ਮੈਂ ਸੋਚਦਾ ਸੀ ਵੀ ਮੈਂ ਕੋਈ ਰਾਣਾ ਪਰਮਜੋਤ ਤੇ ਜੰਮੂ ਜੀ ਨੇ ਮੇਰੀ ਵੀਡੀਓ ਚਲਾਈ ਸੀਗੀ, ਤੇ ਜਿਹੜੀ ਉਹ ਵੀਡੀਓ 'ਚ ਮੈਂ ਕਿਹਾ ਸੀ ਉਹਨੇ ਬਾਰ-ਬਾਰ ਕਿਹਾ ਨਾ ਤੁਸੀਂ ਚਲਾ ਕੇ ਦਿਖਾਓ, ਉਹ ਆਪਾਂ ਹੁਣ ਪਹਿਲਾਂ ਉਹ ਵੀਡੀਓ ਕਰਨੀ ਹੈ, ਫਿਰ ਆਪਾਂ ਤੁਹਾਨੂੰ ਜੰਦ ਬਡਾਲੀ ਦੀ ਸੁਣਾਉਣੀ ਹੈ 2 ਮਿੰਟ ਦਾ ਕਲਿੱਪ ਉਹਦਾ ਵਾ, ਤੇ ਫਿਰ ਆਪਾਂ ਸੁਣਾ ਤੁਹਾਨੂੰ ਜਸਵਿੰਦਰ ਸਿੰਘ ਬੂਟ, ਠੀਕ ਹੈ ਜੀ। ਪਰ ਉਦੋਂ ਪਹਿਲਾਂ ਤੁਹਾਨੂੰ ਮੈਂ ਕਹਿੰਦਾ ਵੀਰ ਨੂੰ ਤੁਹਾਨੂੰ ਫੋਟੋ ਦਿਖਾਉਣੀ ਆ, ਮੈਂ ਸੁਰਿੰਦਰ ਸਿੰਘ ਠਿਕਰੀ ਵਾਲੇ ਦੀਆਂ 2 ਫੋਟੋਆਂ ਨੇ। ਹੁਣ ਤੁਸੀਂ ਫੋਟੋ ਦੇਖਿਓ, ਥੋੜੇ ਚਿਰ ਦਾ ਹੀ ਫਰਕ ਆ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਜਿੱਥੇ ਉਹ ਐਨ ਪੈਟਦਾ ਰੋਂਦਾ ਕਰਦਾ, ਮਤਲਬ ਹੰਝੂ ਕਿਆ ਨਲੀ ਸਭ ਕੁਝ ਚੱਲੀ ਜਾਂਦਾ ਵਿੱਚ ਹੀ, ਉਹਦਾ ਹਾਲ ਤੋਂ ਹੀ ਤਰਸਯੋਗ ਆ। ਉਹ ਹੈਗੀ ਆ ਤੁਹਾਡੇ ਸਕਰੀਨ ਦੇ ਹਿਸਾਬ ਨਾਲ ਸੱਜੇ ਪਾਸੇ, ਜਦੋਂ ਉਹ ਬਿਲਕ ਰਿਹਾ ਰੋ ਰਿਹਾ ਰਾਈਟ, ਤੇ ਆਹ ਹੈਗੀ ਆ ਕੱਲ ਵਾਲੀ, ਕੱਲ ਜਾਂ ਪਰਸੋਂ ਵਾਲੀ ਵੀਡੀਓ, ਐਨ ਪੰਨਿਆ ਗਦਗਦ ਕਰਦਾ, ਯੂਰੀਆ ਪਾਇਆ ਹੋਇਆ ਨਾ, ਦਮਾਲਾ ਪੰਨਿਆ ਖਿੜਿਆ ਪਿਆ, ਕਰਨ ਕੀ ਚੱਲਿਆ ਵੀ ਮੈਂ ਪਰਚਾ ਕਟਾ ਕੇ ਆਇਆ 295 ਦਾ। ਕੋਈ ਬੰਦੇ ਨੇ ਜਾ ਕੇ ਜਿੰਦ ਬਡਾਲੀ ਦੇ ਪੇਜ ਤੇ ਕੋਈ ਕਮੈਂਟ ਕਰਦਾ ਵੀ ਹੋ ਸਾਨੂੰ ਕੋਈ ਮੌਕਾ ਤਾਂ ਮਿਲਿਆ ਨਹੀਂ, ਵੀ ਜਥੇਦਾਰ ਅਕਾਲ ਤਖਤ ਦਾ ਜਿਹੜਾ ਹਜੇ ਮੈਨੂੰ ਲੱਗਦਾ ਪਿਛਲੇ ਮਹੀਨੇ ਕਹਿੰਦਾ ਸੀ ਵੀ ਅਕਾਲ ਤਖਤ ਆ ਕੋਈ ਠਾਣਾ ਨਹੀਂ ਹੈਗਾ ਵੀ ਤੁਸੀਂ ਸ਼ਿਕਾਇਤਾਂ ਲਈ ਜਾਓ। ਅੱਜ ਪਰਸਨਲੀ ਮਤਲਬ ਜਿਹੜੇ ਬੰਦੇ ਨੂੰ ਕੋਈ ਜਾਣਦਾ ਨਹੀਂ ਗਿਆ, ਉਹਨੇ ਜਿਹਦੇ ਪੇਜ ਤੇ ਉਹਨੇ ਕਮੈਂਟ ਕਰਤਾ, ਉਹਦਾ ਬਹਾਨਾ ਲੱਭ ਕੇ ਵੀ ਜਥੇਦਾਰ ਅਕਾਲ ਤਖਤ ਨੇ ਆਪ ਅਪਰੋਚ ਕੀਤੀ। ਦੂਜਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਜੀ ਨੇ, ਤੀਜਾ ਜਸਵੀਰ ਸਿੰਘ ਰੋਡੇ, ਮਤਲਬ ਐਡੇ ਐਡੇ ਬੰਦਿਆਂ ਨੇ ਇੱਕ ਫੇਸਬੁੱਕ ਤੇ ਪਏ ਕਮੈਂਟ ਲਈ ਪਰਸਨਲੀ ਇੰਟਰਸਟ ਲਿਆ। ਹੁਣ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਪੇਸ਼ ਕਰ ਲਓ, ਦੁਨੀਆ ਤਾਂ ਇਸ ਗੱਲ ਨੂੰ ਸਮਝਦੀ ਹੈ ਨਾ ਵੀ ਪਹਿਲਾਂ ਤੁਸੀਂ ਪੱਗ ਦੇ ਨਾਂ ਤੇ ਰੌਲਾ ਪਾਇਆ, ਸ਼ਬੀਲ ਲਾਈ, ਮੋਢੇ ਤੇ ਰੱਖ ਕੇ ਵਰਤਿਆ, ਫਿਰ ਤੁਸੀਂ ਗੁਰੂ ਦਾ ਮੋਢਾ ਵਰਤਿਆ ਵੀ ਗੁਰੂ ਨੂੰ ਐਂ ਕਹਤਾ ਜੀ, ਏਦਾਂ ਹੀ ਜਾਗਰੂਕ ਨੇ ਕੀਤਾ। ਜਦੋਂ ਇੱਥੋਂ ਗੱਲ ਹੋਈ ਆ ਇਸੇ ਸਟੂਡੀਓ 'ਚ ਬੈਸੀਗਾ ਮੈਂ ਬੈਠਾ ਭਾਈ ਨਾਲ, ਜੋ ਗੁਰੂ ਵਾਲੀ ਗੱਲ ਹੋਈ ਆ, ਮਤਲਬ ਪੰਥਪ੍ਰੀਤ ਦੀ ਕਦੇ ਕੋਈ ਵੀਡੀਓ ਨਹੀਂ ਆਈ ਹਜੇ, ਪਰ ਬੰਦਾ ਸਿੱਧਾ ਜਾ ਕੇ ਪ੍ਰਭਦੀਪ ਦੇ ਵੀਡੀਓ ਤੇ ਵੱਜਿਆ। ਉਦੋਂ ਇਹ ਭੁੱਲ ਗਿਆ ਵੀ ਗੱਲ ਤਾਂ ਨੰਦੂ ਦੀ ਵੀ ਹੋਈ ਸੀ, ਵੀ ਦੁੱਖ ਤੂੰ ਐਂ ਕਹਿ ਵੀ ਮੈਨੂੰ ਚੰਗਾ ਨਹੀਂ ਲੱਗਿਆ, ਮੇਰੇ ਮੁੰਡੇ ਬਾਰੇ ਇਹਨਾਂ ਨੇ ਪਰਸਨਲ ਗੱਲ ਕੀਤੀ ਆ, ਉਹ ਉਹਨਾਂ ਨੇ ਚੱਲਦੇ ਕੰਟੈਕਸਟ 'ਚ ਗੱਲ ਆਈ ਸੀਗੀ, ਤੇ ਤੁਸੀਂ ਕਿਹਾ ਵੀ ਮੈਨੂੰ ਤਾਂ ਬਸ ਮੈਂ ਉਦਾਂ ਨਹੀਂ ਬੋਲਦਾ, ਮੈਂ ਨਿੰਦਿਆ ਨਹੀਂ ਕਰਦਾ, ਪਰ ਗੁਰੂ ਦੀ ਗੱਲ ਹੀ ਮੈਥੋਂ ਨਹੀਂ ਰਹਿ ਹੋਇਆ। ਤੇ ਉਹ ਕਿੱਥੇ ਗਿਆ ਹੁਣ ਪੰਥਪ੍ਰੀਤ, ਕਿੰਨੇ ਸਾਲ ਹੋ ਗਏ ਗੱਲ ਹੋਈ ਨੂੰ। ਫਿਰ ਗੁਰੂ ਗ੍ਰੰਥ ਸਾਹਿਬ ਵਾਲਾ ਮੁੱਢਾ ਵਰਤਿਆ, ਇਹਨਾਂ ਨੇ ਵੀ ਵਰਤਿਆ ਵੀ ਹਾਂ ਤੁਸੀਂ ਇਦਾਂ ਕਰਦੇ ਹੋ ਉਦਾਂ ਕਰਦੇ ਹੋ, ਜਿਹੜੇ ਇੱਥੋਂ ਸਰੂਪ ਚੱਕ ਲੈ ਗਏ ਉਹਨਾਂ ਨੇ ਵੀ ਵਰਤਿਆ। ਮਤਲਬ ਪਹਿਲਾਂ ਨੂੰ ਇਹਨਾਂ ਨੂੰ ਲੱਗਿਆ ਸੀ ਵੀ ਗੁਰੂ ਦੇ ਮੋਢੇ ਤੇ ਰੱਖ ਕੇ ਚਲਾਵਾਂਗੇ, ਗੁਰੂ ਦਾ ਨਾਂ ਲੈ ਕੇ ਚਲਾਵਾਂਗੇ, ਸ਼ਬੀਲ ਲਾਵਾਂਗੇ, ਮਤਲਬ ਕੁਝ ਹੋ ਜਾਊਗਾ। ਪਰ ਮੈਂ ਪਹਿਲੀ ਵਾਰ ਦੇਖਿਆ ਵੀ ਭਾਈ ਸਾਹਿਬ ਦਾ ਜਾਂ ਭਾਈ ਦਾ ਉਹ ਉੱਚੇ ਹੋ ਰਿਹਾ ਨਾ ਸਟੈਪ ਬਾਏ ਸਟੈਪ। ਇਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਕੁਝ ਕੰਸਟਰਕਟਿਵ ਕਰਕੇ ਬਰਾਬਰ ਖੜੀਏ। ਉਹਦੀ ਜਗ੍ਹਾ ਗੁਰੂ ਗ੍ਰੰਥ ਪਹਿਲਾਂ ਮਤਲਬ ਗੁਰੂ ਪਰੰਪਰਾ, ਫਿਰ ਗੁਰੂ ਗ੍ਰੰਥ ਸਾਹਿਬ, ਸਾਡੀਆਂ ਮਰਿਆਦਾਵਾਂ, ਸਰੋਵਰ, ਫਿਰ ਬੇਰੀ, ਫਿਰ ਦੁੱਧਾਂ ਫਰਸ਼ ਧੋਣ ਵਾਲੀ ਗੱਲ, ਕੁਛ ਨਹੀਂ ਪੱਲੇ ਪਿਆ। ਫਿਰ ਉਹ ਫਲਾਨੇ ਨੇ ਫਲਾਨੀ ਪੋਸਟ ਤੇ ਕਮੈਂਟ ਕਰਤਾ ਕਿਉਂਕਿ ਉਹਦੀ ਫੋਟੋ ਭਾਈ ਸਾਹਿਬ ਨਾਲ ਵਾ, ਇਸ ਕਰਕੇ ਉਹਨੂੰ ਆਪਾਂ ਦੋਸ਼ੀ ਕਰਾਰ ਕਰਨਾ। ਇਹ ਤੁਸੀਂ ਇਦਾਂ ਸੋਚਦੇ ਹੋ,
ਵੀ ਹਾਂ ਜਦੋਂ ਅਸੀਂ ਇਹ ਗੱਲ ਕਹਿਣੀ ਆ, ਗੁਰੂ ਬਾਰੇ ਗੱਲ ਕਹਿਣੀ ਆ, ਦੁਨੀਆ ਨੇ ਭੜਕ ਜਾਣਾ ਵਾ, ਅੱਗ ਹੀ ਲਾਉਣੀ ਆ, ਭੜਕਾ ਦਈਏ ਵੀ ਸਾਡਾ ਨਿੱਜੀ ਕੋਈ ਨਹੀਂ ਹੈਗਾ ਇਹਨਾਂ ਨਾਲ, ਰੇਡੀਓ ਵਾਲੇ ਨਾਲ ਸਾਡਾ ਤਾਂ ਬਈ ਗੁਰੂ ਦੀ ਇੱਜ਼ਤ ਨਹੀਂ ਕਰਦੇ ਜਾਂ ਗੁਰੂ ਦੇ ਹੱਕ ਨੱਕ 'ਚ ਬੋਲਦੇ ਆ। ਪਰ ਸੋਚਣ ਵਾਲੀ ਇਹ ਗੱਲ ਆ ਵੀ ਜਿਹੜੀ ਗੱਲ ਇੱਥੋਂ ਹੋਈ ਆ ਤੁਸੀਂ ਵੀ ਸੁਣੀ ਆ, ਪਰ ਲੋਕਾਂ ਨੇ ਵੀ ਤਾਂ ਸੁਣੀ ਆ। ਲੋਕਡਾਊਨ ਚੱਲ ਰਿਹਾ, ਲੋਕੀ ਘਰੇ ਬੈਠੇ ਆ, ਜੇ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਬਹਾਨਾ ਲੱਭ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਨੇ ਤਾਂ ਪਿਛਲੇ 3-4 ਸਾਲਾਂ ਤੋਂ ਜਦੋਂ ਜਿੱਦਾਂ ਹਰਨੇਕ ਭਾਈ ਨੇ ਕਿਹਾ ਸੀ ਨਾ ਦਮਦਮੀ ਟਕਸਾਲ ਦੇ ਮੁਖੀ ਨੂੰ, ਭਾਈ ਤੁਸੀਂ ਠੋਕ ਕੇ ਸਟੇਟਮੈਂਟ ਦਿਓ ਵੀ ਸਾਡੇ ਬਿਹਾਫ ਤੇ, ਸਾਡੇ ਨਾਂ ਤੇ, ਜਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮੁੰਡੇ ਕਹਿਣ ਵੀ ਸਾਡੇ ਬਾਪੂ ਦੇ ਨਾਂ ਤੇ, ਜਾਂ ਟਕਸਾਲ ਕਹੇ ਸਾਡੇ ਮੁਖੀ ਦੇ ਨਾਂ ਦੀ ਫੋਟੋ ਲਾ ਕੇ ਕਿਸੇ ਨੇ ਕਮੈਂਟ ਨਹੀਂ ਕਰਨਾ, ਕਿਸੇ ਨੇ ਫੋਟੋ ਨਹੀਂ ਐਡਿਟ ਕਰਨੀ ਕਿਸੇ ਦੇ ਘਰਦਿਆਂ ਦੀ। ਪਰ ਭਾਈ ਸਾਹਿਬ ਨੇ ਦੀਵਾਨ 'ਚ ਠੋਕ ਕੇ ਕਿਹਾ ਸੀ ਵੀ ਸਾਡੀ ਸਟੇਟਮੈਂਟ ਮੇਰੇ ਬਿਹਾਫ ਤੇ ਮੈਥੋਂ ਬਿਨਾਂ ਕੋਈ ਨਹੀਂ ਦੇ ਸਕਦਾ ਤੇ ਮੇਰੀ ਸਟੇਟਮੈਂਟ ਦੀ ਜ਼ਿੰਮੇਵਾਰੀ ਮੇਰੀ ਹੈ। ਗੱਲ ਕਲੀਅਰ ਹੋ ਗਈ ਨਾ, ਸਾਰੀ ਦੁਨੀਆ ਨੇ ਸੁਣ ਲਈ। ਉਦੋਂ ਬਾਅਦ ਵੀ ਗਾਹੇ ਬਗਾਹੇ ਉਹਨਾਂ ਨੇ ਹਰੇਕ ਵਾਰੀ ਇਹ ਗੱਲ ਕਲੀਅਰ ਕੀਤੀ ਹੈ ਵੀ ਤੁਹਾਡੀ ਸਟੇਟਮੈਂਟ ਦਾ ਜਦੋਂ ਇੱਥੋਂ ਰੇਡੀਓ ਤੇ ਕਹਿ ਦਿੱਤਾ ਗਿਆ, ਇੰਨੇ ਵਾਰ ਹੀ ਕਹਿ ਦਿੱਤਾ ਗਿਆ, ਜਾਂ ਭਾਈ ਸਾਹਿਬ ਨੇ ਕਹਿ ਦਿੱਤਾ ਵੀ ਤੁਸੀਂ ਸਪੈਸ਼ਲੀ ਰੇਡੀਓ ਦੀ ਗੱਲ ਕਰਾਂ ਮੈਂ, ਕਿਉਂਕਿ ਹਾਂ ਇੱਥੋਂ ਦੀ ਗੱਲ ਕਰਾਂ ਮੈਂ, ਵੀ ਰੇਡੀਓ ਤੇ ਗੱਲ ਕ੍ਰਿਸਟਲ ਕਲੀਅਰ ਕਰ ਦਿੱਤੀ ਗਈ ਵੀ ਤੁਸੀਂ ਕਦੇ ਵੀ ਕਿਸੇ ਦੇ ਵਿਰੋਧੀ ਦੇ ਜਾ ਕੇ, ਜਾਂ ਜਿਹੜੇ ਬੰਦੇ ਨਾਲ ਤੁਹਾਡੀ ਨਹੀਂ ਹੈਗੀ, ਜਾਂ ਬੰਦਾ ਉਹਨੂੰ ਭੜਕਾਉਣਾ ਕੁਝ ਵੀ ਕਰਨਾ ਚਾਹੁੰਦਾ ਲੈਸ ਪੋਜ਼ਿਟ, ਵੀ ਤੁਸੀਂ ਉਹਦੇ ਪੇਜ ਤੇ ਜਾ ਕੇ ਕਮੈਂਟ ਨਹੀਂ ਕਰ ਸਕਦੇ, ਉਹ ਉਹਦੀ ਜਗ੍ਹਾ ਵਾ। ਗੱਲ ਕਲੀਅਰ ਹੋ ਗਈ ਨਾ। ਸਾਡੇ ਵਿੱਚੋਂ ਜਾਂ ਮੈਂ ਆਪਦੀ ਗੱਲ ਕਰਾਂ, ਮੇਰਾ ਕੋਈ ਕਮੈਂਟ ਬੰਦਾ ਇੰਨੇ ਸਾਲਾਂ ਤੋਂ ਕਿਸੇ ਦੀ ਪੋਸਟ ਦਿਖਾ ਦੇਵੇ ਬਿਫੋਰ ਇਵਨ ਰੇਡੀਓ ਸਟਾਰਟ ਹੋਣ ਤੋਂ ਪਹਿਲਾਂ, ਨਹੀਂ ਕਰਦੇ। ਹੈਗਾ ਸਾਡੇ ਕੋਲ ਪਲੇਟਫਾਰਮ, ਤੁਸੀਂ ਗੱਲ ਕਰੋ, ਅਸੀਂ ਆਪਦੀ ਗੱਲ ਕਰਦੇ ਹਾਂ। ਪਰ ਹੁਣ ਜਿਹੜੇ ਬੰਦੇ ਨੂੰ ਨਹੀਂ ਅਕਲ ਆ ਰਹੀ ਜਾਂ ਨਹੀਂ ਕਰਨਾ ਚਾਹੁੰਦੇ, ਉਹਨੇ ਗੱਲ ਕਹਿਣਾ ਹੋਰ ਚਾਹੁੰਦੇ, ਮਤਲਬ ਬੰਦਾ ਕੋਈ ਹੋਰ ਕੱਢ ਰਿਹਾ, ਉਹਦੇ ਨਾਲ ਉਹਨਾਂ ਨਹੀਂ ਜੋੜ ਕੇ ਦੇਖਿਆ ਜਾਣਾ। ਦੁਨੀਆ ਗੱਲ ਨੂੰ ਸਮਝਦੀ ਹੈ। ਨਹੀਂ ਤਾਂ ਜਥੇਦਾਰ ਅਕਾਲ ਤਖਤ ਨੂੰ ਲੋਕਡਾਊਨ ਦੇ ਵਿੱਚ ਜਦੋਂ ਮਤਲਬ 84 ਜੂਨ ਨਹੀਂ ਉਹਦਾ ਸ਼ਹੀਦੀ ਦਿਹਾੜਾ ਨਹੀਂ ਮਨਾ ਸਕਦੇ, ਗੋਲਕ ਖਾਲੀ ਹੋ ਰਹੀ ਆ, ਫਰਕ ਪੈ ਰਿਹਾ, ਵੀ ਉਹ ਕਹਿੰਦੇ ਵੀ ਜ਼ਰੂਰੀ ਸੇਵਾਵਾਂ ਦੇ ਵਿੱਚ ਰੱਖੋ ਗੁਰਦੁਆਰਿਆਂ ਨੂੰ, ਜਿਵੇਂ ਸਕੂਲ ਜਾਂ ਕੋਈ ਹੋਰ ਹਸਪੀਟਲ ਆ, ਥਾਣੇ ਆ, ਜਾਂ ਕੁਝ ਹੋਰ ਖੁੱਲੂਗਾ ਜਿਹੜਾ ਕਰਫਿਊ ਤੋਂ ਬਾਅਦ, ਵੀ ਉਹਨੂੰ ਜ਼ਰੂਰੀ ਸੇਵਾਵਾਂ 'ਚ ਰੱਖਿਆ ਜਾਵੇ। ਇਹ ਹਾਲਤ ਨੇ। ਇੰਨੇ ਕ੍ਰਿਟੀਕਲ ਹਾਲਾਤਾਂ ਦੇ ਵਿੱਚ ਇੱਕ ਬੰਦੇ ਦੀ ਪੋਸਟ ਤੇ ਕਮੈਂਟ ਤੇ ਜਥੇਦਾਰ ਤੇ ਦਮਦਮੀ ਟਕਸਾਲ ਦਾ ਮੁਖੀ ਜਸਬੀਰ ਸਿੰਘ ਰੋਡੇ ਜੇ ਇੰਨੇ ਐਕਟਿਵ ਹੋਇਆ, ਲੋਕੀ ਇੰਨੇ ਭੋਲੇ ਨਹੀਂ ਹੈਗੇ, ਤੁਸੀਂ ਬਹਾਨੇ ਲੱਭਦੇ ਨੇ। ਮਤਲਬ ਗਰਕ ਦੇ ਮੋਢੇ ਵਰਤਦੇ ਇੰਨੇ ਨੀਵੇਂ ਆ ਗਏ ਵੀ ਇੱਕ ਬੰਦਾ ਜਿਹਦੀ ਮਤਲਬ ਆਪ ਦੀ ਕੋਈ ਤਾਂ ਪਹਿਚਾਣ ਨਹੀਂ ਹੈਗੀ, ਉਹਦੇ ਤੇ ਮੋਢੇ ਤੇ ਧਰ ਕੇ ਤੁਸੀਂ ਨਿਸ਼ਾਨਾ ਲਾਉਣ ਨੂੰ ਫਿਰਦੇ ਹੋ, ਉਹ ਨਹੀਂ ਲੱਗਣਾ। ਦੂਜੀ ਗੱਲ, ਹੁਣ ਜੇ ਤੁਸੀਂ ਇਹਨੂੰ ਇੱਧਰ ਜਾਰਕੋਂ ਵਾਲੇ ਪਾਸੇ ਲੈ ਕੇ ਆਓ, ਜਿਹੜਾ ਹੁਣ ਆਹ ਐਪੀਸੋਡ ਹੋਇਆ ਰਣਜੋਤ ਸਿੰਘ ਵਾਲਾ, ਵੀ ਮੈਂ ਅੱਜ ਬੈਠਾ ਸੋਚਦਾ ਸੀਗਾ ਵੀ 2014 ਚਲੋ ਗੱਲ ਹੋ ਗਈ ਹੈ ਨਾ, ਬੰਦਾ 20-24 ਸਾਲ ਤੋਂ ਕਹਿੰਦਾ ਮੈਂ ਆ ਰਿਹਾ ਜਾਂ ਇੱਥੇ ਜਾਣਦਾ ਸਾਰਿਆਂ ਨੂੰ। ਹੁਣ ਤੁਸੀਂ ਇਹ ਦੇਖੋ ਵੀ ਪਤਾ ਨਹੀਂ ਕਿ ਮੇਰਾ ਪਰਸਨਲ ਐਕਸਪੀਰੀਅੰਸ ਅੱਜ ਮੈਨੂੰ ਐ ਕਚਾਨ ਜੀ ਆਈ, ਮੈਂ ਵੀਡੀਓ ਵੀ ਦੇਖੀ ਨਾ ਬਰਾੜੀ ਵੀ ਚਲੋ ਇੱਥੋਂ ਬੰਦੇ ਨੂੰ ਹੋ ਗਿਆ, ਕੱਢਤਾ ਠਕਰਾਤਾ, ਜਿਵੇਂ ਉਹ ਕਹਿੰਦਾ ਵੀ ਐਂ ਕਰਤਾ ਮੈਨੂੰ, ਐਂ ਕਰਤਾ, ਚਲੋ। ਪਰ ਉਹ ਬੰਦਾ ਇੰਡੀਆ ਜਾਣ ਦੀ ਬਜਾਏ ਇੱਥੇ ਬਹਿ ਗਿਆ, ਦੂਜੇ ਜਿਹੜੇ ਇੱਥੋਂ ਦੇ ਵਿਰੋਧੀ, ਸਾਡੇ ਵਿਰੋਧੀ ਜਾਂ ਚਲੋ ਉਹਨਾਂ ਦੇ ਗਰੁੱਪ 'ਚ ਜਾ ਕੇ ਬਹਿ ਕੇ ਵੀਡੀਓ ਬਣਾਤੀ ਨਾ। ਇੱਥੋਂ ਤਾਂ ਝੂਠਾ ਹੋ ਕੇ ਗਿਆ ਹੀ ਸੀ, ਉਹ ਉੱਥੇ ਜਾ ਕੇ ਝੂਠਾ ਹੋਇਆ ਦੂਜੀ ਥਾਂ ਤੇ। ਮਤਲਬ ਜਦੋਂ ਉਹਨਾਂ ਨੇ ਵੀ ਵਰਤ ਕੇ ਸੈੱਟ ਤਾਂ 6 ਸਾਲ ਪਿਆ ਰਿਹਾ, ਫਿਰ ਜਾ ਕੇ ਤੀਜੀ ਵਾਰ ਵਰਿੰਦਰ ਗੋਲਡੀ ਦੀ ਰੇੜੀ ਤੇ, ਉੱਥੇ ਵੀ ਗੁਰੂ ਦੀ ਤਾਂ ਕੋਈ ਗੱਲ ਨਹੀਂ ਹੋਈ ਨਾ। ਉਦੋਂ ਬਾਅਦ ਇੱਥੇ ਆਇਆ ਫਿਰ ਚੌਥੀ ਵਾਰ, ਉਹ ਵੀ ਵੀਡੀਓ ਹੋ ਗਈ। ਮਤਲਬ 5ਵੀਂ ਵਾਰ ਬਲਰਾਜ, ਮਤਲਬ ਯਾਰ ਤੁਸੀਂ ਇੰਨੇ ਮਤਲਬ ਗਿਰ ਜਾਣਾ ਵੀ ਬੰਦਾ ਜਿਹੜਾ ਸਿੱਟਿਆ ਹੋਵੇ ਨਾ ਨੱਕ ਨੂੰ ਪੂੰਝ ਕੇ, ਫਿਰ ਦੂਜੇ ਨੇ ਚੱਕ ਕੇ ਵਰਤ ਕੇ ਸਿੱਟਤਾ, ਫਿਰ ਤੀਜੇ ਨੇ, ਫਿਰ ਚੌਥੇ ਨੇ, ਉਹਦੇ ਵਿੱਚੋਂ ਵੀ ਤੁਸੀਂ ਕੁਛ ਕੱਢਣ ਨੂੰ ਫਿਰਦੇ ਹੋ, ਉਹਦੇ ਮੋਢੇ ਤੇ ਰੱਖ ਕੇ ਚਲਾਉਣ ਨੂੰ ਫਿਰਦੇ ਹੋ। ਤੁਸੀਂ ਏਦਾਂ ਸੋਚਦੇ ਹੋ ਵੀ ਏਦਾਂ ਕੁਛ ਹੋ ਜਾਊਗਾ, ਜਦੋਂ ਗੁਰੂ ਵਾਲੀ ਗੱਲ ਤੇ ਨਹੀਂ ਕੁਛ ਹੋਇਆ, ਯਾਰ ਰਣਜੋਤ ਸਿੰਘ ਦੀ ਗੱਲ ਤੇ ਕੀ ਹੋਣਾ। ਮੈਂ ਇੱਥੇ ਰਹਿਣਾ, ਮੈਂ ਅੱਜ ਤੱਕ ਨਹੀਂ ਸੁਣਿਆ ਬੰਦੇ ਨੂੰ ਏਦਾਂ ਨਹੀਂ ਕੁਛ ਹੋਣਾ। ਗੱਲ ਦਾ ਜਵਾਬ ਗੱਲ ਨਹੀਂ ਦੇਣਾ ਪੈਣਾ, ਮਿਹਣੇ ਮਾਰ ਕੇ ਲਾਂਬੇ ਲਾ ਕੇ ਨਹੀਂ ਗੱਲ ਬਣਨੀ। ਤੁਹਾਨੂੰ ਗੱਲ ਦਾ ਜਵਾਬ ਗੱਲ ਨਹੀਂ ਦੇਣਾ ਪੈਣਾ। ਤੇ ਜਿਹੜਾ ਇੰਨਾ ਰੌਲਾ ਪਿਆ ਅੱਜ, ਮੈਂ ਕਿਉਂਕਿ ਜਦੋਂ ਯਾਦਵੀਰ ਬਿੰਦਰ ਲਿਖਦਾ ਨਾ ਬਾਈ, ਬਹੁਤ ਮਤਲਬ ਸੰਖੇਪ ਚ ਬਹੁਤ ਵੱਡਾ ਮੈਸੇਜ ਦੇ ਰਿਹਾ। ਅੱਜ ਉਹਦੀ ਇੱਕ ਛੋਟਾ ਜਿਹਾ ਮੈਂ ਪੋਸਟ ਦੇਖੀ, ਉੱਤੇ ਲਿਖਿਆ ਵੀ ਚਲੋ ਮੰਨ ਲਓ ਵੀ ਹਰਨੇਕ ਸਿੰਘ ਕੁੜੀਆਂ ਨਾਲ ਠੀਕ ਨਹੀਂ ਹੈਗਾ, ਤਾਂ ਹੁਣ ਤੁਸੀਂ ਸੁਣ ਲਿਓ ਸਾਰੇ ਜਾਗਰੂਕ ਜਾਂ ਭਾਈ ਰਣਜੋਤ ਸਿੰਘ ਜਿੰਨੇ ਵੀ ਲਾਉਂਦੇ ਇਹ ਇਲਜ਼ਾਮ ਕਰਦੇ ਆ। ਤਾਂ ਯਾਦਵਿੰਦਰ ਨੇ ਲਿਖਿਆ ਮੰਨ ਲੈਂਦੇ ਹਾਂ ਚਲੋ ਹਰਨੇਕ ਸਿੰਘ ਭਾਈ, ਹਰਨੇਕ ਸਿੰਘ ਦਾ ਕੁੜੀਆਂ ਨਾਲ ਵਿਹਾਰ ਠੀਕ ਨਹੀਂ, ਇਸ ਕਰਕੇ ਤੁਸੀਂ ਹਰਨੇਕ ਸਿੰਘ ਨੂੰ ਕੁੜੀ ਨਾ ਦਿਓ, ਉਹਦੇ ਸਵਾਲਾਂ ਦਾ ਜਵਾਬ ਦੇ ਦਿਓ। ਤੇ ਬਿਲਕੁਲ ਸਹੀ ਹੈ ਜੀ, ਸਵਾਲਾਂ ਦੇ ਜਵਾਬ ਦਿਓ। ਤੇ ਅੱਜ ਆਪਾਂ ਹੁਣ ਸਟਾਰਟ ਕਰਦੇ ਹਾਂ ਜੀ। ਪਹਿਲਾਂ ਰਾਣੇ ਪਰਮਜੋਤ ਵਾਲੀ ਵੀਡੀਓ ਤੋਂ ਮੈਂ ਇੱਥੋਂ ਪਲੇ ਕਰ ਲੈਣੀ ਆ।
ਉਹਦੇ ਵਿੱਚ ਇਹ ਗੱਲ ਹੋਇਆ ਸੀਗਾ ਵੀ ਤੁਹਾਨੂੰ ਥੋੜਾ ਪਿੱਛੇ ਲੈ ਚੱਲਦਾ, ਤੇ ਮੈਂ ਇੱਥੋਂ ਗੱਲ ਕੀਤੀ ਸੀ ਕਿਉਂਕਿ ਜਦੋਂ ਭਾਈ ਲਖਵੀਰ ਸਿੰਘ ਦਾ ਉਹਨਾਂ ਨੇ 1 ਮਿੰਟ 37 ਸੈਕਿੰਡ ਦਾ ਕਲਿੱਪ ਕੱਟ ਕੇ ਗੱਲ ਦੀ ਅਸੀਂ ਫਿਰ ਤੇ ਸੰਦਰਭ ਤੋਂ ਟੁੱਟ ਕੇ ਤੇ ਉਹ ਬੰਦੇ ਨੇ ਰੇਡੀਓ ਤੇ ਬੜੀਆਂ ਚੀਕਾਂ ਮਾਰੀਆਂ ਵੀ ਇਹ ਬੰਦਾ ਕਹੀ ਜਾਂਦਾ ਤੁਸੀਂ ਆਪ ਚਲਾਓ। ਉਹ ਆਪ ਚਲਾਉਣ ਦਾ ਮਤਲਬ ਮੇਰਾ ਇਹ ਕਹਿਣ ਦਾ ਭਾਵ ਸੀ ਉਹਨੂੰ ਵੀ ਬੰਦਾ ਵੀਡੀਓ ਤਾਂ ਤੂੰ ਆਪ ਚਲਾਈ ਆ, ਲੋਕਾਂ ਨੇ ਸੁਣੀ ਆ, ਤੇਰੇ ਰੇਡੀਓ ਤੋਂ ਵੀ ਸੁਣੀ ਆ, ਸਾਡੇ ਤੋਂ ਵੀ ਸੁਣੀ ਆ, ਤੇ ਉਹਦਾ ਮਤਲਬ ਤੂੰ ਕੀ ਕੱਢਿਆ। ਅੱਜ ਕੀ ਕਰਨਾ, ਆਪਾਂ 3 ਮਿੰਟ ਦਾ ਕਲਿੱਪ ਚਲਾ ਲੈਣਾ ਜਿੱਥੇ ਭਾਈ ਲਖਵੀਰ ਸਿੰਘ ਨੇ ਗੱਲ ਕੀਤੀ ਹੈ ਵੀ ਜੇ ਨਾਨਕ ਪਾਤਸ਼ਾਹ ਆ ਜਾਣ ਅੱਜ ਹੁੰਦੇ ਤਾਂ ਜਾਪੀ ਸਾਹਿਬ ਦੀ ਵਿਆਖਿਆ ਕਿੱਦਾਂ ਹੁੰਦੀ, ਜਾਂ ਅੱਜ ਦੇ ਜਿਹੜੇ ਪ੍ਰੋਬਲਮ ਹਨ ਉਹਨੂੰ ਕਿੱਦਾਂ ਲਿਖਦੇ, ਕੁਝ ਵੀ ਕਰਦੇ, ਅੱਜ ਦੇ ਜ਼ਮਾਨੇ ਦੀ ਗੱਲ ਹੁੰਦੀ, ਅੱਜ ਦੀ ਪ੍ਰੋਬਲਮ ਦੀ ਜਿਹੜੇ ਏਰੀਆ 'ਚ ਹੁੰਦੇ ਉੱਥੇ ਦੀ ਪ੍ਰੋਬਲਮ ਦੀ ਉਹ ਡਿਸਕਸ਼ਨ ਕਰਦੇ। ਬੜਾ ਕਲੀਅਰ ਕੰਸੈਪਟ ਹੈ, ਰਾਈਟ। ਚੱਲ ਰਹੀ ਆ ਗੱਲ ਉਹਨਾਂ ਦੇ ਰੇਡੀਓ ਤੇ ਲਾਈਵ ਚਲਾ ਰਹੇ ਨੇ ਉਹ, ਮਤਲਬ ਰਿਕਾਰਡਿੰਗ ਪੂਰੀ ਸਟੇਟਮੈਂਟ ਹੋਣ ਤੋਂ ਬਾਅਦ ਇਹਨਾਂ ਨੇ ਉਹ ਤਾਂ ਗੱਲ ਦਾ ਕੀ ਅਰਥ ਕੱਢਿਆ ਉਹ ਮੈਂ ਜੰਮੂ ਦੀ ਵਿਦਵਤਾ ਦਿਖਾਉਣੀ ਹੈ ਸਾਨੂੰ। ਉਦੋਂ ਬਾਅਦ ਮੈਂ ਹਰਦੇਵ ਸਿੰਘ ਜੰਮੂ ਤੇ ਰਾਣਾ ਪ੍ਰੇਮ ਦੇ 2-3 ਸਵਾਲ ਕਰਨੇ ਆ ਤਾਂ ਕਿ ਨੈਕਸਟ ਪ੍ਰੋਗਰਾਮ ਦੇ ਵਿੱਚ ਉਹ ਆਨਸਰ ਦੇਣਗੇ ਤਾਂ ਮੈਨੂੰ ਪਤਾ ਲੱਗੇ। ਹਾਂਜੀ ਤੁਸੀਂ ਉਹ ਲਾਓ, ਮੈਂ ਜਾਨੂੰ ਉਹਨਾਂ ਦੀ ਵੀਡੀਓ ਹੈਗੀ ਆ, ਹੈ ਤਾਂ ਉਹਨਾਂ ਦਾ 3 ਘੰਟੇ ਦਾ ਪ੍ਰੋਗਰਾਮ ਪਰ ਇੰਨਾ ਤਾਂ ਨਹੀਂ। ਉਹਦੇ ਵਿੱਚ ਜਿਹੜੀ ਗੱਲ ਉਹਨੇ ਪੁੱਛੀ ਆਪਾਂ ਉਹਦਾ ਸੁਣਾ ਦਿੰਦੇ ਵੀ ਜਦੋਂ ਗੱਲ ਚੱਲਦੀ ਆ। ਇਹਨਾਂ ਤਾਂ ਇਹ ਕਿਹਾ ਸੀ ਭਾਈ ਤੁਸੀਂ ਗੱਲ ਚਲਾ ਕੇ ਗੱਲ ਕਰਿਆ ਕਰੋ ਤਾਂ ਕਿ ਇੰਟਰਪ੍ਰੀਟੇਸ਼ਨ ਸਹੀ ਹੋਵੇ। ਬੰਦੇ ਇੰਨੇ ਵੀ ਬੇਸ਼ਰਮ ਜਾਂ ਇੰਨੇ ਵੀ ਝੁੱਡੂ ਹੋ ਸਕਦੇ ਆ ਵੀ ਤੁਹਾਡੇ ਰੇਡੀਓ ਤੇ ਗੱਲ ਚੱਲ ਰਹੀ ਹੈ ਲਾਈਵ ਤੇ ਉਹਦਾ ਮਤਲਬ ਤੁਸੀਂ ਕੀ ਕੱਢ ਰਹੇ ਹੋ। ਜਿਹਨੇ ਪਹਿਲਾਂ ਉਹ ਗੱਲ ਸੁਣੀ ਆ ਤੇ ਬਾਅਦ ਤੁਹਾਡਾ ਮਤਲਬ ਦੇਖੂਗਾ ਉਹਨੂੰ ਪਤਾ ਨਹੀਂ ਲੱਗੂਗਾ ਫਰਕ। ਫਿਰ ਤੁਸੀਂ ਕਹਿੰਦੇ ਹਾਂ ਯਾਰ ਜਵਾਨੀ ਉਹਨਾਂ ਨਾਲ ਜਾ ਕੇ ਖੜ ਜਾਂਦੀ ਹੈ, ਉਹਨੇ ਲੋਕਾਂ ਨੂੰ ਪਿੱਛੇ ਲਾ ਲਿਆ, ਮੁੰਡਿਆਂ ਨੂੰ ਪਿੱਛੇ ਲਾ ਲਿਆ, ਨਵੀਂ ਪਨੀਰੀ ਗਲਤ ਰਾਹੇ ਪੈ ਰਹੀ ਆ। ਉਹ ਤੁਹਾਨੂੰ ਦੇਖ ਕੇ ਪੈਂਦੀ, ਤੁਹਾਨੂੰ ਸੁਣ ਕੇ ਹੁੰਦੀ ਆ ਵੀ ਗੱਲ ਤਾਂ ਆਹ ਹੋਈ ਸੀ, ਤੇਰਾ ਮਤਲਬ ਇਦਾਂ ਕਿਵੇਂ ਕੱਢ ਲਿਆ। ਆਮ ਬੰਦੇ ਦੀ ਮਤਲਬ ਖਾਨੇ 'ਚ ਗੱਲ ਪੈ ਰਹੀ ਹੈ, ਸਮਝ ਆ ਰਹੀ, ਉਹਦੀ ਭਾਸ਼ਾ ਹੀ ਸਮਝ ਆ ਰਹੀ ਆ, ਤਾਂ ਉਹ ਬੰਦਾ ਤੁਹਾਡੇ ਤੇ ਕਿੱਦਾਂ ਭਰੋਸਾ ਕਰੂ। ਤੁਸੀਂ ਆ ਮੈਂ ਹੈਗੀ ਆ ਮੇਰੇ ਕੋਲ ਸੇਵ ਕੀਤੀ ਹੋਈ ਆ, ਹੁਣ 1 ਸੈਕਿੰਡ ਦਿਓ ਤੇ ਉਹ ਚਲਾ ਲਈਏ ਆਪਾਂ। ਉਹ ਮੈਂ ਹੁਣ ਕਿਉਂਕਿ ਇੰਨਾ ਲੰਬਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਇੱਕ ਹੋਰ ਆ, ਹੁਣ ਮੇਰੇ ਕੋਲ ਅੱਜ ਚਲਾਉਣ ਦਾ ਟਾਈਮ ਨਹੀਂ ਹੋਣਾ, ਪਰ ਉਹ ਮੈਂ ਤੁਹਾਨੂੰ ਸੁਣਾਉਂਗਾ। ਇਹਦੀ ਪਹਿਲਾਂ ਆਪਾਂ ਇਹਦਾ ਕਰ ਲਈ ਇਹਨਾਂ ਨੂੰ। ਚੱਲ ਭਾਈ ਸੌਰੀ 1 ਮਿੰਟ ਮੇਰੇ ਨਾਲ ਰਹੋ, ਮੈਂ ਉਧਰੋਂ ਇਹ ਇਹਦਾ ਪਿੱਛੇ ਪ੍ਰੋਗਰਾਮ ਕਿਤੇ ਉਦੋਂ ਬਾਅਦ ਕੀਤੇ ਆ ਥੋੜਾ ਜਿਹਾ ਮੈਂ ਮਹੀਨੇ ਇੰਡੀਆ 'ਚ ਬੈਠੇ ਭਾਵੇਂ ਬੈਠੇ ਬਾਹਰ ਜੀ, ਇਹ ਉਹਨਾਂ ਦਾ ਹੀ ਪ੍ਰੋਗਰਾਮ ਆ। ਮੈਨੂੰ ਲੱਗਦਾ ਜਰਾਣਾ ਜੀ ਨੇ ਵੀ ਨਹੀਂ ਲੋਟ ਆਉਣਾ ਆਪਾਂ ਤੋਂ। ਮੈਂ ਕੱਢਿਆ ਸੀਗਾ ਉਹਨਾਂ ਦਾ ਉਹ ਜਿੱਥੋਂ 1 ਸੈਕਿੰਡ ਲਈ ਜਸਟ ਵੇਟ ਫॉर ਅ ਮਿੰਟ। ਜੇ ਤੁਹਾਡੇ ਵਿੱਚ ਪ੍ਰੋਗਰਾਮ ਹੈਗਾ ਇਹਦੇ ਵਿੱਚ ਡਾਊਨਲੋਡ ਕੀਤਾ, ਹਾਂ ਉਹ ਤੁਸੀਂ ਦੇਖੋ ਜਦੋਂ ਮੈਂ ਕਰਦਾ ਨੂੰ ਜੇ ਉਹ ਬਿਲਕੁਲ ਡੇਟ ਹੈਗੀ ਉਹਦੀ ਇਹਨਾਂ ਦਾ ਪ੍ਰੋਗਰਾਮ। ਇੱਕ ਮਿੰਟ ਜੀ 20 ਮਈ ਨੂੰ, 1 ਮਿੰਟ ਲੋ ਜੀ ਆਪਾਂ ਚਲਾ ਕੇ ਦੱਸ ਦਿੰਦਾ ਇਹਨਾਂ ਦਾ ਕਲਿੱਪ ਜਿਹੜਾ ਇਹਨਾਂ ਨੇ ਕਿਹਾ ਵੀ ਚਲਾਓ ਚਲਾਓ। ਚਲੋ ਜੀ ਹਾਂਜੀ ਅੱਛਾ ਜੀ ਉਹ ਵਾਲੀ ਤੋਂ ਬੰਦ ਆ ਰਹੀ। ਨਿਊਜ਼ੀਲੈਂਡ ਦੇ ਜਿਹੜਾ ਬ੍ਰੌਡਕਾਸਟਿੰਗ ਸਟੈਂਡਰਡਸ ਅਥਾਰਟੀ ਆ ਉਹਦੇ ਵਿੱਚ ਇਹ ਜਾਨੀ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਇਹਨਾਂ ਵੱਲੋਂ। ਹੋਰ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ, ਡਬਲ ਸਟੈਂਡਰਡ ਨੇ। ਆ ਘੱਗਾ ਜੀ ਦੀ ਇੱਕ ਤਾਂ ਮੈਂ ਤੁਹਾਨੂੰ ਫਿਰ ਬੇਨਤੀ ਕਰੂੰਗਾ, ਜਿਹੜੇ ਘੱਗਾ ਜੀ ਮੈਨੂੰ ਨਹੀਂ ਪਤਾ ਵੀ ਇਹ ਘੱਗਾ ਜੀ ਵੀ ਕਿਸੇ ਵੇਲੇ ਇਹਨਾਂ ਨੇ ਵੀ ਗੇਅਰ ਬਦਲਿਆ ਢੱਡਰੀਆਂ ਵਾਲੇ ਮੰਗਣ। ਇਹ ਜਿਹੜੇ ਹਿਸਾਬ ਨਾਲ ਇਹਦਾ ਤੁਸੀਂ ਐਨੀ ਗੰਦੀ ਲਾਦ ਤੂੰ ਆ ਨਹੀਂ ਸੌਰੀ ਮੈਨੂੰ ਲੱਗਦਾ ਨਹੀਂ ਹੈ ਤਾਂ ਅੱਛਾ 27ਵਾਂ। ਜੇ ਚਲੋ ਠੀਕ ਆ ਮੈਂ ਕਰ ਲੈਣਾ ਗੱਲ। ਹੁਣ ਤੁਸੀਂ ਜੇ ਹੈਗਾ ਤੁਹਾਡੇ ਸਿਸਟਮ ਦੇ ਵਿੱਚ ਤਾਂ 50 ਮਿੰਟ ਤੋਂ ਚਲਾ ਦਿਓ, ਡਾਊਨਲੋਡ ਹੈਗਾ ਤਾਂ ਉਹ ਮੈਂ ਚਲਾ ਕੇ ਹੀ ਦੱਸਣੀ ਚਾਹੁੰਦਾ ਐਕਚੁਅਲੀ
ਉਹ ਮੈਥੋਂ ਜੇ ਆ ਗਈ ਮੂਹਰੇ ਤਾਂ ਠੀਕ ਆ। ਇਹ ਤਾਂ 20 ਮਈ ਦੇ ਪ੍ਰੋਗਰਾਮ ਦੀ ਆ, ਕਿਉਂਕਿ ਨਹੀਂ ਫਿਰ ਮੈਨੂੰ 2 ਅੱਡ ਚਲਾਉਣੀਆਂ ਆਪਣੀਆਂ ਸਮੇਂ ਉਹਨਾਂ ਦੇ, ਉਹਦੇ ਵਿੱਚੋਂ ਹੀ ਚੱਲ ਜੇ ਤਾਂ ਵਧੀਆ ਗੱਲ ਆ। ਸੌਰੀ ਉਹਦੇ ਲਈ ਨਹੀਂ ਉਹ ਭਾਗ 27 ਹੁਣ ਇੱਥੋਂ ਨਹੀਂ ਚੱਲਿਆ ਫॉर ਸਮ ਰੀਜ਼ਨ। ਮੈਂ ਸੇਵ ਤਾਂ ਕੀਤਾ ਸੀਗਾ, ਚਲੋ ਕੋਈ ਨਹੀਂ, ਫਿਰ ਨੈਕਸਟ ਟਾਈਮ ਸੀ। ਪਰ ਉਹ ਮਤਲਬ ਸੁਣਨ ਵਾਲਾ ਵਾ, ਉਹ ਜੇ ਚੱਲ ਪੈਂਦਾ ਤਾਂ ਤੁਸੀਂ ਤੁਹਾਨੂੰ ਸਮਝ ਆਉਣਾ ਸੀ ਵੀ ਮਤਲਬ ਬੰਦੇ ਕਿੱਦਾਂ ਸੋਚਦੇ ਆ। ਉਹ ਗਾਹ ਨਹੀਂ ਹੋ ਰਿਹਾ, ਮੈਂ ਚੱਲਦਾ ਰਿਹਾ ਵਾ, ਮਤਲਬ ਫੋਰਵਰਡ ਨਹੀਂ ਹੋ ਰਿਹਾ। ਉਹ ਫਿਰ 3 ਘੰਟੇ ਤਾਂ ਨਹੀਂ ਚੱਲਾ ਹੁਣ ਆਪਾਂ ਤੋਂ ਇੱਦਾਂ, ਫॉर ਸਮ ਰੀਜ਼ਨ ਮੈਂ ਸੇਵ ਕੀਤਾ ਸੀਗਾ ਬਟ ਡਿਡਨਟ ਵਰਕ ਫॉर ਮੀ। ਚਲੋ ਆਪਾਂ ਇਦਾਂ ਕਰਦੇ ਹਾਂ, ਤੁਸੀਂ ਦੇਖ ਲਓ ਜੇ ਤੁਹਾਡੇ ਸਿਸਟਮ 'ਚ ਡਾਊਨਲੋਡ ਹੈਗਾ, ਜੇ ਚੱਲ ਸਕਦਾ ਹੋਇਆ ਤਾਂ ਆਪਾਂ 50 ਮਿੰਟ ਤੋਂ ਹੀ ਚਲਾ ਦਿਓ, ਉੱਥੋਂ ਹੀ ਆ ਜਾਣਾ ਉਹਨਾਂ ਦਾ ਨਾਲ। ਹਾਂਜੀ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਕਿ ਜਿਹੜੀ ਰੂਟੀਨ ਡਰਾਈਵਿੰਗ ਦੀ ਜਿਹੜੀ ਸ਼ਬਦਾਵਲੀ ਹੁੰਦੀ ਹੈ ਨਾ ਵੀ ਇਹ ਸਟੀਅਰਿੰਗ ਹੈ। ਹਾਂਜੀ ਇਹ ਕਹਿੰਦੇ ਨੇ ਸਟੀਅਰਿੰਗ ਨੂੰ ਬ੍ਰੇਕ ਕਹਿ ਲਓ, ਚੱਲਣ ਥੋੜਾ ਚੱਲਣ ਉੱਥੇ ਆ ਜਾਣਾ ਉਹਨਾਂ ਦੇ ਵਿੱਚ ਜੇ ਹੋਈ ਹੋਇਆ। ਕਲਚ ਨੂੰ ਕਹਿੰਦੇ ਰੇਸ ਕਹਿ ਲਓ, ਰੇਸ ਨੂੰ ਕਲਚ ਕਹਿ ਲਓ। ਇਹ ਕੁਝ ਇਸ ਤਰ੍ਹਾਂ ਦੀ ਗੱਡੀ ਚਲਾ ਰਹੇ ਨੇ, ਯਾਨੀ ਕਨਫਿਊਜ਼ ਇਹ ਲੋਕਾਂ ਨੂੰ ਕਰਦੇ ਕਰਦੇ ਆਪ ਹੀ ਕਨਫਿਊਜ਼ ਹੋ ਗਏ ਜੀ। ਇਹ ਮੀਨਸ ਲੋਕਾਂ ਨੂੰ ਉਹਨਾਂ ਨੇ ਯਾਨੀ ਕਨਫਿਊਜ਼ਨ ਕ੍ਰੀਏਟ ਤਾਂ ਇਹ ਕਰਨਾ ਸੀ ਗੁਰਬਾਣੀ ਦੇ ਰਿਗਾਰਡਿੰਗ ਜਾਂ ਸਿੱਖੀਜ਼ਮ ਦੇ ਰਿਗਾਰਡਿੰਗ। ਹਾਂਜੀ ਇਹ ਗੱਲ ਚੱਲ ਰਹੀ ਹੈ ਭਾਜੀ, ਭਾਈ ਸਾਹਿਬ ਦਾ ਮਤ ਆਪਣੇ ਲਖਵੀਰ ਭਾਈ ਨੇ ਗੱਲ ਕੀਤੀ ਸੀ ਟਿੱਪਣੀ ਕਰਕੇ ਫਿਰ ਉਹ ਕੁਦਰਤ ਦੇ ਉੱਪਰ ਆਏ ਨੇ ਭਾਈ ਸਾਹਿਬ ਦਾ ਬਿਆਨ ਚਲਾ। ਇੱਥੋਂ ਸਟਾਰਟ ਹੋਈ ਨੇ ਵੀਡੀਓ ਸੁਣਿਓ, ਉਹਦੇ ਵਿੱਚ ਨਾ ਲਾਈਵ ਮਤਲਬ ਰਿਕਾਰਡਿੰਗ ਸੁਣਿਓ ਜਪਜੀ ਸਾਹਿਬ ਵਾਲੀ ਜੀ, ਹਰਨੇਕ ਭਾਜੀ ਤੇ ਉਹਦੀ। ਹਾਂ ਜਪਜੀ ਸਾਹਿਬ ਵਾਲੀ। ਹਾਂ ਓਕੇ ਜੀ। ਜੇ ਅਸੀਂ ਉਦੋਂ ਉਸ ਟਾਈਮ ਦੇ ਗ੍ਰੀਸ ਨੂੰ ਦੇਖੀਏ, ਇਟਲੀ ਨੂੰ ਦੇਖੀਏ, ਇੰਗਲੈਂਡ ਨੂੰ ਦੇਖੀਏ, ਗੁਰੂ ਨਾਨਕ ਦੇਵ ਜੀ ਦੇ ਟਾਈਮ, ਹਾਂਜੀ ਉਹਨਾਂ ਕੋਲ ਸਾਧਨ ਸਾਡੇ ਨਾਲੋਂ ਕਿੰਨੇ ਜ਼ਿਆਦਾ ਸੀ। ਬਿਲਕੁਲ, ਉਹ ਤਾਂ ਦੁਨੀਆ 'ਚ ਵਪਾਰ ਕਰਨ ਤੇ ਤੁਲੇ ਹੋ ਸੀ। ਬਿਲਕੁਲ। ਹੁਣ ਉਹ ਬੰਦੇ ਏਦਾਂ ਕਹਿਣ ਵੀ ਦੁਨੀਆ ਦੇ ਇਸ ਹਿੱਸੇ 'ਚ ਆ ਹੋ ਰਿਹਾ, ਇੱਥੇ ਆ ਹੋ ਰਿਹਾ ਆ, ਉਹਦਾ ਨੌਲੇਜ ਇਕੱਠਾ ਕਰਨ, ਉਹਦੇ ਬਰਾਬਰ ਗੱਲ ਕਹਿਣ ਵੀ ਦੇਖੋ ਜੀ ਬੰਦੇ ਕੋਲ ਇੰਨੀ ਕੁ ਸਮਰੱਥਾ ਆ। ਬਿਲਕੁਲ, ਉਹਨਾਂ ਕੋਲ ਸਾਧਨ ਜ਼ਿਆਦਾ ਸੀ, ਉਹ ਜ਼ਿਆਦਾ ਦੇਖ ਸਕਦੇ ਆ। ਬਿਲਕੁਲ, ਅੱਜ ਤੁਸੀਂ ਜੇ ਕੋਈ ਬੱਚਾ ਤੁਹਾਡਾ 9-10 ਸਾਲ ਦਾ ਦੇਖ ਕੇ ਤੁਹਾਨੂੰ ਕਹੇ ਵੀ ਮੈਨੂੰ ਆਹ ਚੀਜ਼ ਲਿਆ ਕੇ ਦਿਓ, ਹਾਂਜੀ, ਤੁਸੀਂ ਕੋਲ ਮਿਲਦੀ ਨਹੀਂ, ਮੈਂ ਤਾਂ ਦੇਖੀ ਨਹੀਂ ਬਾਜ਼ਾਰ ਵਿੱਚ, ਉਹ ਤੁਹਾਨੂੰ 4 ਵੈਬਸਾਈਟਾਂ ਦੇ ਨਾਂ ਗਿਣਾ ਦਿੰਦਾ, ਫਲਾਨੀ ਜਗ੍ਹਾ ਤੋਂ ਮਿਲਣੀ ਆ, ਫਲਾਨੀ ਤੋਂ ਮਿਲਣੀ ਆ, ਫਲਾਨੀ ਤੋਂ ਮਿਲਣੀ ਆ। ਇਹ ਸਾਧਨ ਉਸ ਵੇਲੇ ਨਹੀਂ ਸੀਗੇ। ਬਿਲਕੁਲ। ਹੁਣ ਜੇ ਅਸੀਂ ਇਹ ਇਮਾਨਦਾਰੀ ਦਿਖਾਈਏ ਵੀ ਭਗਤਾਂ ਨੇ, ਗੁਰੂ ਪਾਤਸ਼ਾਹਾਂ ਨੇ ਜਿਸ ਵੇਲੇ ਉਹ ਹੋਏ ਆ ਉਸ ਸਮੇਂ 'ਚ ਜਿੰਨੇ ਕੁ ਸਾਧਨ ਸੀ, ਜਿੱਥੇ ਤੱਕ ਨੌਲੇਜ ਸੀ, ਉਹਦੇ ਨਾਲ ਕੰਪੇਅਰ ਕਰਕੇ ਉਹਨੇ ਸਟੇਟਮੈਂਟਾਂ ਦੇ ਦਿੱਤੀਆਂ। ਬਾਕੀ ਜਿਹੜੀਆਂ ਉਸ ਵੇਲੇ ਦੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਸੰਬੰਧ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ। ਸਮੱਸਿਆਵਾਂ ਵੀ ਜਿਹੜੀਆਂ ਉਸ ਖਿੱਤੇ ਦੀਆਂ ਸੀ, ਉਸ ਖਿੱਤੇ ਦੀਆਂ। ਬਿਲਕੁਲ, ਹੁਣ ਮੈਂ ਇਹ ਗੱਲ ਵੀ ਕੀਤੀ ਸੀ ਸ਼ਾਇਦ। ਹਾਂਜੀ, ਵੀ ਮੰਨ ਲਓ ਗੁਰੂ ਸਾਹਿਬ ਅੱਜ ਆਉਣ, ਗੁਰੂ ਨਾਨਕ ਸਾਹਿਬ ਕੈਨੇਡਾ ਵਿੱਚ ਆਉਣ, ਅਮਰੀਕਾ ਦੇ ਵਿੱਚ ਆਉਣ, ਨਿਊਜ਼ੀਲੈਂਡ ਦੇ ਵਿੱਚ ਆਉਣ, ਇੰਗਲੈਂਡ ਦੇ ਵਿੱਚ ਆਉਣ, ਹਾਂਜੀ, ਕੀ ਅੱਜ ਵੀ ਜਪਜੀ ਸਾਹਿਬ ਉਹਨਾਂ ਦਾ ਇਹੀ ਹੋਊਗਾ? ਆਪ ਜੇ ਹੁਣ ਕੈਨੇਡਾ ਜਾ ਕੇ ਕਹਿਣ ਦੇਖੋ ਬਾਈ 500 ਸਾਲ ਪਹਿਲਾਂ ਸੀਗਾ। ਹੁਣ ਆਹ ਗੱਲ ਚੱਲ ਰਹੀ ਹੈ। ਹੁਣ ਤੁਸੀਂ ਦੇਖਿਆ ਵੀ ਗੱਲ ਕਿੱਥੋਂ ਸਟਾਰਟ ਹੋਈ ਹੈ ਤੇ ਉਹਨਾਂ ਨੇ ਸਹਿਸਵਾ ਗੱਲ ਕੀਤੀ ਆ, ਤੇ ਇਦੋਂ ਬਾਅਦ ਹੁਣ ਇਸ ਗੱਲ ਦਾ ਜਿਹੜੀ ਇੰਟਰਪ੍ਰੀਟੇਸ਼ਨ ਆ, ਸਾਫ਼ ਸ਼ਬਦਾਂ ਜਿਹੜੀ ਗੱਲ ਚੱਲੀ ਆ, ਉਹ ਜੰਮੂ ਜੀ ਆਦੀ ਵਿਦਵਤਾ ਦਿਖਾਉਣਗੇ। ਜਦੋਂ ਬੰਦਾ ਵਿਰੋਧ 'ਚ ਹੋ ਜਾਂਦਾ ਨਾ, ਤੇ ਮਤਲਬ ਇਹੀ ਪ੍ਰੋਬਲਮ ਆ। ਪਰ ਹੁਣ ਤੁਸੀਂ ਸੁਣਿਓ ਇਹਨੂੰ ਧਿਆਨ ਨਾਲ ਵੀ ਉਹਨਾਂ ਨੇ ਇਸ ਗੱਲ ਦਾ ਮਤਲਬ ਕੀ ਕੱਢਿਆ। ਆਪਾਂ ਲਗਾਤਾਰ ਹੀ ਚਲਾ ਦੇਣੀ। ਉਸ ਵੇਲੇ ਉਚਾਰਨ ਕੀਤਾ। ਜੇ ਅੱਜ ਇਹਨਾਂ ਮੁਲਕਾਂ ਦੇ ਵਿੱਚ ਗੁਰੂ ਸਾਹਿਬ ਆਉਣ, ਕੀ ਜਪਜੀ ਸਾਹਿਬ ਉਹਨਾਂ ਨੇ ਉਚਾਰਨਾ ਹੋਵੇ, ਉਹੀ ਹੋਊਗਾ ਇਹਨਾਂ ਲੋਕਾਂ ਦੇ। ਹਾਂਜੀ, ਇੱਥੇ ਰੋਕਾਂ ਜੀ ਮੈਂ। ਹਾਂ ਰੋਕੋ ਜੀ ਤੁਸੀਂ। ਹੁਣ ਇਹਦੇ ਮੈਂ ਇੱਕ ਬੜੀ ਦਿਲਚਸਪ ਗੱਲ ਸੁਣਾਉਣਾ। ਹਾਂਜੀ, ਦੇਖੋ ਗਿਆਨੀ ਜੀ ਦੀ ਜਿਹੜੀ ਗੱਲ ਹੈ ਨਾ, ਇਹ ਤਰਕਸ਼ੀਲਾਂ ਦੀ ਕਾਪੀ ਹੈ। ਇਹ ਸਵਾਲ ਜਿਹੜਾ ਗਿਆਨੀ ਜੀ ਦਾ, ਓਕੇ, ਜਿਹੜੀ ਗੱਲ ਅੱਜ ਰੇਡੀਓ ਬਿਰਸਾ ਤੇ ਡਿਸਕਸ ਹੋ ਰਹੀ ਹੈ ਨਾ, ਲਖਵੀਰ ਸਿੰਘ ਜੀ ਕਿਸੇ ਤਰਕਸ਼ੀਲ ਦੀ ਕਹੀ ਦੀ ਗੱਲ ਦਾ, ਤਰਕਾਂ ਦੇ ਦਿੱਤੇ ਜਾਂਦੇ ਆਰਗੂਮੈਂਟ ਦਾ
ਕਾਪੀ ਪੇਸਟ ਕਰ ਰਹੇ ਨੇ ਇੱਥੇ। ਉਹ ਕਿਸ ਤਰ੍ਹਾਂ ਕਰ ਰਹੇ ਨੇ? ਸੋਮਵਾਰ 6 ਅਕਤੂਬਰ 2014, ਹਾਂਜੀ 6 ਅਕਤੂਬਰ 2014 ਵਿੱਚ ਮੈਂ ਇੱਕ ਲੇਖ ਲਿਖਿਆ ਸੀ, ਜੇਕਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਹੁੰਦੇ ਤਾਂ, ਅੱਗੇ ਕੁਐਸਚਨ ਮਾਰਕ। ਅੱਛਾ। ਮੇਰਾ ਇੱਕ ਦੋਸਤ ਹੈ, ਉਹ ਤਰਕਸ਼ੀਲ ਸੁਸਾਇਟੀ ਤੋਂ ਸੀ, ਉਹਨੇ ਇਹ ਸਵਾਲ ਮੈਨੂੰ ਪੁੱਛਿਆ ਸੀ। ਹੁਣ ਤੁਸੀਂ ਇਸ ਨੂੰ ਯਾਦ ਆ ਨਾ ਵੀ ਕਨਸੈਪਟ ਕੀ ਸੀ, ਸੰਦਰਭ ਕੀ ਸੀ, ਕਿਹੜੇ ਲਹਿਜੇ 'ਚ ਗੱਲ ਹੋਈ ਆ। ਤੇ ਹੁਣ ਜੋ ਜੰਮੂ ਜੀ ਨੇ ਵਿਦਤਾ ਘੋਟਣੀ ਆ ਵੀ ਮੈਂ 6 ਅਕਤੂਬਰ 2014 ਨੂੰ ਇੱਕ ਲੇਖ ਲਿਖਿਆ ਸੀ ਵੀ ਮੈਨੂੰ ਕਿਸੇ ਤਰਕਸ਼ੀਲ ਨੇ ਸਵਾਲ ਕੀਤਾ ਸੀ, ਜਦੋਂ ਮੈਂ ਜਿਹੜੀ ਮੈਂ ਗੱਲ ਆਦੇ ਪ੍ਰੋਗਰਾਮ 'ਚ ਦੱਸੀ ਸੀ ਤੁਹਾਨੂੰ, ਤੇ ਉਦਾਂ ਹੀ ਕਹਿ ਰਹੇ ਨੇ। ਹੁਣ ਆਨਸਰ ਤਾਂ ਇਹ ਹੋਣਾ ਚਾਹੀਦਾ ਨਾ ਵੀ ਜਿਹੜਾ ਵੀ ਕਿਉਂ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਗੱਲ ਨਹੀਂ ਹੋਈ, 1% ਕੁਛ ਡਿਸਕਸ਼ਨ ਨਹੀਂ ਹੋਈ, ਸਿਰਫ ਇੰਨਾ ਹੋਇਆ ਵੀ ਅੱਜ ਦੇ, ਜੇ ਅੱਜ ਕੈਨੇਡਾ ਦੇ ਵਿੱਚ ਹੁੰਦੇ ਤਾਂ ਉਹਦਾ ਸਰੂਪ ਕੀ ਹੁੰਦਾ। ਬਿਲਕੁਲ ਸਿੰਪਲ ਜਿਹਾ ਕੁਐਸਚਨ। ਪਰ ਹੈਰਾਨੀ ਦੀ ਗੱਲ ਇਹ ਆ, ਜੰਮੂ ਜੀ ਵਿਦਵਾਨ ਨੇ ਚਲੋ ਇਹ ਚੱਲੀ ਜਾਣਾ, ਥੋੜਾ ਸੁਣ ਲਿਓ, ਕੋਈ ਗੱਲ ਨਹੀਂ। ਉਦੋਂ ਬਾਅਦ ਨਾ 3-4 ਗੱਲਾਂ ਜੰਮੂ ਜੀ ਨੇ ਕਹਿਣੀਆਂ ਨੇ, ਸਟੇਟਮੈਂਟ ਦੇਣੀ ਹੈ। ਜੇ ਤੁਸੀਂ ਉਹ ਸਟੇਟਮੈਂਟ ਨੂੰ ਕਿਸੇ ਹੋਰ ਬੰਦੇ ਨੂੰ ਸੁਣਾ ਦਿਓ 19 ਕੱਟ ਕੇ, ਤਾਂ ਉਹਨੇ ਕਹਿਣਾ ਵੀ ਜਿਹੜੇ ਤੁਹਾਡੀ ਆ ਸਟੇਟਮੈਂਟ ਆ ਇਹ ਵਾਕਈ ਗਿਆਨੀ ਲਖਵੀਰ ਸਿੰਘ ਜੀ ਦੀ ਗੱਲ ਤੇ ਮੋਹਰ ਲਾਉਂਦੀ ਹੈ, ਪਰ ਕਿਉਂਕਿ ਵਿਰੋਧ 'ਚ ਭੁੱਲ ਜਾਂਦੇ ਆ। ਹੁਣ ਗਾਂ ਜਾ ਕੇ ਨੇ ਦੱਸਣਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਹੁੰਦੇ ਤਾਂ ਕਿਵੇਂ ਹੁੰਦੇ, ਕਿੱਦਾਂ ਬਾਣੀ ਹੁੰਦੀ, ਉਹ ਸੁਣਨ ਵਾਲਾ। ਪਰ ਹੁਣ ਤੁਸੀਂ ਇਹਦੇ ਵਿੱਚ ਸੁਣਿਆ ਕਿਤੇ ਵੀ ਲਖਵੀਰ ਸਿੰਘ ਜੀ ਨੇ ਕਿਹਾ ਵੀ ਗੁਰਬਾਣੀ ਪੁਰਾਣੀ ਹੋ ਗਈ ਆ, ਵੀ ਜਪਜੀ ਸਾਹਿਬ ਦੀ ਅੱਜ ਲੋੜ ਕੋਈ ਨਹੀਂ, ਆਬਸੋਲਿਊਟ ਹੋ ਗਈ ਆ, ਆਬਸੋਲੀਟ ਹੋ ਗਈ ਆ, ਸਾਨੂੰ ਨਵੇਂ ਦੀ ਲੋੜ ਆ। ਸੁਣਿਆ ਕੁਛ? ਇੱਕ ਸਿੰਪਲ ਗੱਲ ਸੀ ਨਾ, ਉਹਦਾ ਇਹਨਾਂ ਨੇ ਕੀ ਬਣਾਇਆ। ਫਿਰ ਕਹਿੰਦੇ ਵੀ ਤੁਸੀਂ ਮੈਨੂੰ ਰਾਣਾ ਉਦੋਂ ਆਦੇ ਪੂਰਨ 'ਚ ਕਹਿੰਦਾ ਇੱਕ ਬੰਦਾ, ਇਹ ਬੰਦਾ ਢਿੱਲਾ ਜਿਹਾ ਬੈਠਾ। ਅੱਜ ਵੀ ਯਾਰ ਤੁਹਾਡੀ ਗੱਲ ਕਰਨ ਲੱਗੇ ਬੰਦਾ ਉਹੀ ਮਰਜਾ ਜਾਵੇ, ਕਿਆ ਕਰੀਏ? ਅੱਜ ਕੋਈ ਐਕਸਾਈਟਮੈਂਟ ਲੱਗਦੀ ਹੈ ਸਾਨੂੰ? ਤੁਹਾਡੀ ਵਿਦਵਤਾ ਦੇਖ ਕੇ ਬੰਦਾ ਹੋਰ ਕੀ ਕਰੇ? ਹੁਣ ਮਤਲਬ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਹੈ? ਗੱਲ ਕੀ ਹੋਈ ਆ ਤੇ ਹੁਣ ਤੁਸੀਂ ਗੱਲ ਕਿੱਥੇ ਲੈ ਕੇ ਜਾਣੀ ਹੈ? ਫਿਰ 3 ਘੰਟੇ ਪੂਰੇ ਕਰੋਗੇ, ਫਿਰ ਕਿੱਥੋਂ ਪ੍ਰੋਗਰਾਮ ਚੱਲੀਏ ਤੁਹਾਡਾ? ਕਿਹਦੀ ਗੱਲ ਦਾ ਜਵਾਬ ਦੇਵਾਂ ਮੈਂ? ਆ ਹੁਣ ਸੁਣ ਲਿਓ, 2-3 ਮਿੰਟ ਲਗਾਤਾਰ ਹੀ ਕਰ ਲਿਓ ਵੀਰੇ, ਕੋਈ ਗੱਲ। ਹਾਂਜੀ, ਜਵਾਬ ਵਿੱਚ ਮੈਂ ਆਰਟੀਕਲ ਲਿਖਿਆ ਸੀਗਾ, ਉਹ ਇਹੀ ਸਵਾਲ ਗਿਆਨੀ ਜੀ ਨੇ ਕਾਪੀ ਕਰਕੇ ਨਾ ਤਰਕਸ਼ੀਲਾਂ ਕੋਲੋਂ, ਕਿਉਂਕਿ ਤਾਰ ਜੇ ਤਰਕਸ਼ੀਲਾਂ ਨਾਲ ਜੁੜੇ ਦੇ, ਸੋਚ ਜੇ ਤਰਕਸ਼ੀਲਾਂ ਵਾਲੀ ਹੋ ਗਈ ਹੈ, ਜਿਹੜੇ ਐਂਟੀ ਗੁਰਮਤ ਸਟੈਂਡ ਦੇ ਉੱਪਰ ਚੱਲਦੇ ਨੇ, ਤੇ ਸਿਰਫ ਇਹਨਾਂ ਨੇ ਕਿ ਗੁਰਮਤ ਦਾ ਇੱਕ ਜਿਹੜੀ ਛਤਰੀ ਉਹ ਫੜ ਲਈ ਹੱਥ ਦੇ ਵਿੱਚ ਹੈ, ਉੱਥੋਂ ਹੀ ਇਹ ਸਵਾਲ ਉੱਥੋਂ ਹੀ ਹੈ, ਉੱਥੋਂ ਹੀ ਸਿੱਖ ਕੇ ਤੇ ਇਹਨਾਂ ਨੇ ਇੱਥੇ ਪੇਸ਼ ਕੀਤਾ ਆਪਣੇ ਪ੍ਰੋਗਰਾਮ ਦੇ ਵਿੱਚ। ਠੀਕ ਹੈ ਨਾ? ਉਹਨੇ ਮੈਨੂੰ ਸਵਾਲ ਕੀਤਾ ਸੀ, ਅਗਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਵਿੱਚ ਹੁੰਦੇ ਤਾਂ ਕੀ ਉਹ ਉਹੀ ਕੁਝ ਉਸੇ ਰੂਪ ਵਿੱਚ ਲਿਖਦੇ ਜੋ ਉਹਨਾਂ ਨੇ ਆਪਣੇ ਸਮੇਂ ਵਿੱਚ ਲਿਖਿਆ ਸੀ? ਇਹ ਉਹਦਾ ਸਵਾਲ ਸੀ ਮੈਨੂੰ। ਅੱਛਾ। ਤੇ ਉਹਦੇ ਇਸ ਸਵਾਲ ਦੇ ਜਵਾਬ ਦੇ ਵਿੱਚ ਮੈਂ ਆਰਟੀਕਲ ਲਿਖਿਆ ਸੀ, ਜੇਕਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਹੁੰਦੇ ਤਾਂ ਕੁਐਸਚਨ ਮਾਰਕ। ਓਕੇ। ਉਹਨੇ ਮੈਨੂੰ ਸਵਾਲ ਪੁੱਛ ਲਿਆ ਇਹ, ਤੇ ਸਵਾਲ ਤੇ ਬੜਾ ਬੇਤੁਕਾ ਜਿਹਾ ਸੀ, ਇੱਕ ਨੌਨਸੈਂਸ ਕੁਐਸਚਨ ਸੀ। ਠੀਕ ਹੈ? ਹਾਂਜੀ। ਲੇਕਿਨ ਮੈਂ ਸੋਚਿਆ ਕਿ ਚਲੋ ਹੁਣ ਇਹ ਤਰਕਸ਼ੀਲ ਬਣਿਆ ਜ਼ਿਆਦਾ, ਮੈਂ ਉਸ ਦੋਸਤ ਦਾ ਨਾਮ ਹੀ ਵਿੱਚ ਲਿਖਿਆ ਆਰਟੀਕਲ ਦੇ, ਪਰ ਚਲੋ ਇੱਥੇ ਮੈਂ ਨਹੀਂ ਦੱਸਣਾ ਚਾਹੁੰਦਾ। ਤੇ ਮੈਂ ਕਿਹਾ ਚਲੋ ਮੈਂ ਜਵਾਬ ਦੇ ਹੀ ਦਿੰਦਾ। ਮੈਂ ਉਹਨੂੰ ਪੁੱਛਿਆ ਕਿ ਇਹ ਦੱਸ ਕਿ ਤੂੰ ਜਿਸ ਗੁਰੂ ਨਾਨਕ ਦੇਵ ਦੀ ਗੱਲ ਕਰ ਰਿਹਾ ਹੈ, ਹੁਣ ਇਹ ਕਹਿ ਰਿਹਾ ਵੀ ਸਵਾਲ ਤਾਂ ਹੈਗਾ ਨੌਨਸੈਂਸ, ਪਰ ਫਿਰ ਮੈਂ ਹੋਇਆ ਵਿਦਵਾਨ, ਫਿਰ ਮੈਂ ਸੋਚਿਆ ਵੀ ਮੈਂ ਇਸ ਸਵਾਲ ਦਾ ਜਵਾਬ ਦੇਵਾਂ। ਹੁਣ ਇਹ ਜਿਹੜਾ ਸਵਾਲ ਆ ਇਹ ਮਤਲਬ ਕਿਹੜੇ ਪਾਸਿਓਂ ਨੌਨਸੈਂਸ ਆ, ਇਹ ਨਹੀਂ ਮੈਨੂੰ ਸਮਝ ਲੱਗੀ। ਇੱਕ ਹਾਈਪੋਥੈਸਿਸ ਆ ਵੀ ਜੱਜ ਹੁੰਦਾ ਤਾਂ ਕੀ ਹੁੰਦਾ। ਹਰ ਕਿਸੇ ਚੀਜ਼ ਦੀ ਖੋਜ ਜਾਂ ਕੁਛ ਵੀ ਕੀਤਾ ਜਾਂਦਾ ਧਰਤੀ ਦੇ ਉੱਤੇ, ਉਹ ਏਦਾਂ ਨਹੀਂ ਹੈਗਾ ਵੀ ਹਾਂ ਹਰ ਚੀਜ਼ ਪਹਿਲਾਂ ਪ੍ਰੂਵ ਹੁੰਦੀ ਆ, ਪਹਿਲਾਂ ਇੱਕ ਥਿਊਰੀ ਬਣਦੀ ਹੈ, ਹਾਈਪੋਥੈਸਿਸ ਬਣਦਾ ਵੀ ਜੇ ਏਦਾਂ ਦੇ ਹਾਲਾਤ ਨੇ ਕੀ ਹੋਊਗਾ, ਫਿਰ ਉਹਨੂੰ ਵੈਰੀਫਾਈ ਕੀਤਾ ਜਾਂਦਾ, ਉਹਨੂੰ ਪ੍ਰੂਵ ਕੀਤਾ ਜਾਂਦਾ, ਉਹਦੇ ਬਾਅਦ ਉਹਦਾ ਕੋਈ ਸਿੱਟਾ ਕੱਢਿਆ ਜਾਂਦਾ। ਇਹ ਏਦਾਂ ਕੋਈ ਨੌਨਸੈਂਸ ਕੁਐਸਚਨ ਨਹੀਂ ਹੈਗਾ। ਪਰ ਜੇ ਹੁੰਦਾ ਤੁਹਾਡੀ ਵਿਦਵਤਾ ਸੀ, ਤੁਸੀਂ ਕਹਿੰਦੇ ਪਈ ਤਾਂ ਸਵਾਲ ਹੀ ਗਲਤ ਆ, ਤੇ ਤੁਸੀਂ ਉਹ ਤੇ ਲੇਖ ਲਿਖਿਆ, ਹੁਣ ਪਤਾ ਨਹੀਂ ਕਿੱਡਾ ਕਿ ਲਿਖਿਆ ਹੋਣਾ, ਉਹ ਤਾਂ ਲੰਬੀ ਲਿਖ ਦਿਓ ਲੇਖ। ਹੁਣ ਉਹ ਬੰਦੇ ਦਾ ਹੋ ਜਾਂ ਤਰਕਸ਼ੀਲਾ ਜਿਹੜੇ ਤੇਰੇ ਸਵਾਲ ਨਾਲ ਸਹਿਮਤ ਹੋ ਗਿਆ, ਹੁਣ ਉਸ ਗੱਲ ਦਾ ਇਹਨਾਂ ਨੇ ਜਵਾਬ ਦੇਣਾ, ਮਤਲਬ ਦੇ ਤਰਕਸ਼ੀ ਨੂੰ ਰਿਹਾ ਵੀ ਹਾਂ ਇਹ ਸਵਾਲ ਉੱਥੋਂ ਆਇਆ
ਸਮਹਾਓ ਲਖਵੀਰ ਸਿੰਘ ਜੀ ਤਰਕਸ਼ੀਲ ਸੁਸਾਇਟੀ ਨਾਲ ਜੁੜ ਗਏ। ਉਹਨਾਂ ਨੇ ਫਿਰ ਉਹ 2014 ਚ ਜਿਹੜਾ ਸਵਾਲ ਉਠਾਇਆ ਸੀ, ਉਹ ਕਹਿੰਦੇ ਵੀ ਹੁਣ ਮੈਂ ਸਵਾਲ ਇਹ ਉਠਾਊਂਗਾ 6 ਸਾਲ ਪਹਿਲਾਂ ਵਾਲਾ। ਉਹਨਾਂ ਨੂੰ 6 ਅਕਤੂਬਰ 2014 ਦਾ ਆਰਟੀਕਲ ਯਾਦ ਸੀ, ਉਹਨਾਂ ਨੇ ਹੁਣੇ ਪੜ੍ਹਿਆ। ਇਹਨਾਂ ਦਾ ਮਤਲਬ ਇਹ ਆ। ਪਰ ਹੁਣ ਤੁਸੀਂ ਇਹ ਗੱਲ ਹੋਈ ਉਹਨਾਂ ਸੁਣ ਕੇ ਦੇਖਿਓ ਵੀ ਕਹਿਣਾ ਕੀ ਚਾਹੁੰਦੇ ਆ, ਜੇ ਸਮਝ ਆ ਜਾਵੇ। ਅੱਜ ਉਹ ਹੁੰਦੇ क्या तू एग्जैक्टली उसे गुरु नानक देव की गल कर रहे हैं कि जो साडे पहले गुरु साहब सी? बिल्कुल। ਹੁਣ ਤੁਸੀਂ ਦੇਖੋ ਵੀ ਇਹ ਪੁੱਛ ਰਿਹਾ ਵੀ ਉਸੇ ਗੁਰੂ ਨਾਨਕ ਦੀ ਗੱਲ ਕਰ ਰਹੇ ਆ ਜਿਹੜਾ ਵੀ ਹੋਰ ਕੌਣ ਆ ਗੁਰੂ ਨਾਨਕ। ਇਹਨੂੰ ਲੱਗਿਆ ਵੀ ਮੈਂ ਕੋਈ ਮਾਸਟਰ ਸਟ੍ਰੋਕ ਮਾਰਿਆ ਵੀ ਮੈਂ ਪਹਿਲਾਂ ਕਲੀਅਰ ਕਰ ਲਾਂ, ਤੇ ਹੁਣ ਇਹਨੇ ਸਾਬਤ ਕਰਨਾ ਵੀ ਮਤਲਬ ਭਾਈ ਜੀ ਕਹਿੰਦੇ ਵੀ ਸਾਨੂੰ ਸਤਿਕਾਰ ਆ ਵੀ ਉਸ 550 ਸਾਲ ਪਹਿਲਾਂ ਜਿਹੜੀਆਂ ਪ੍ਰੋਬਲਮਾਂ ਸੀਗੀਆਂ ਡਿਕਟੇਟਰਸ਼ਿਪ ਵੇਲੇ, ਜਾਂ ਜਦੋਂ ਇੰਨਾ ਰਾਜ ਸੀ, ਗਲਬਾ ਸੀ, ਲੋਕਾਂ ਦੇ ਕੰਨ ਸਿੱਕੇ ਢਾਲ ਕੇ ਪਾ ਦਿੰਦੇ ਜਾਂਦੇ ਸੀ, ਕਿਸੇ ਨੂੰ ਬੋਲਣ ਦਾ ਹੱਕ ਹੀ ਹੈ ਨਹੀਂ ਸੀ, ਸੰਸਕ੍ਰਿਤ ਤੋਂ ਬਿਨਾਂ ਕੋਈ ਦੇਵੀ ਭਾਸ਼ਾ ਹੈ ਨਹੀਂ ਸੀ, ਤੇ ਪਾਤਸ਼ਾਹ ਨੇ ਗਵਾਰਾਂ ਦੀ ਭਾਸ਼ਾ ਦੇ ਵਿੱਚ ਸਭ ਕੁਝ ਹੀ ਲਿਖਤਾ ਵੀ ਤੂੰ ਇਹਨਾਂ ਨੂੰ ਗਵਾ ਕੇ ਪੜ੍ਹਨ ਦਾ ਹੱਕ ਨਹੀਂ, ਸਭ ਨੂੰ ਮਿਲੂਗਾ। ਉਸੇ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ। ਅਸੀਂ ਅੱਜ ਵੀ ਉਹਦੇ ਮੂਹਰੇ ਸਿਰ ਸਜਦਾ ਕਰਦੇ ਹਾਂ, ਤੇ ਇਹ ਜਿਹੜੇ ਹੱਕ 'ਚ ਖੜਨ ਦੀ ਕੋਸ਼ਿਸ਼ ਕਰ ਰਹੇ ਵਿਰੋਧ ਇੰਨਾ ਨੇ ਹੋਏ ਨੇ। ਹੁਣ ਜਿੰਨੀਆਂ ਸਟੇਟਮੈਂਟਾਂ ਦੇਣੀਆਂ ਉਹ ਸੁਣ ਕੇ ਦੇਖਿਓ ਵੀ ਇਹ ਉਹਨਾਂ ਕਿੱਦਾਂ ਰੈਲੀਵੈਂਟ ਨੇ। ਹਾਂਜੀ ਐਗਜ਼ੈਕਟਲੀ ਮੈਂ ਉਸੇ ਗੁਰੂ ਨਾਨਕ ਦੀ ਗੱਲ ਕਰ ਰਿਹਾ ਵਾਂ ਜਿਹੜੇ 1469 ਦੇ ਵਿੱਚ ਪੈਦਾ ਹੋਏ ਸੀ। ਐਗਜ਼ੈਕਟਲੀ ਉਸੇ ਗੁਰੂ ਨਾਨਕ ਦੇਵ ਦੀ ਗੱਲ ਕਰ। ਠੀਕ ਹੈ ਜੀ। ਮੈਂ ਕਿਹਾ ਠੀਕ ਹੈ। ਅਗਰ ਤੇ ਤੂੰ ਕਿਸੇ ਹੋਰ ਗੁਰੂ ਨਾਨਕ ਦੀ ਗੱਲ ਕਰ ਰਿਹਾ ਤੇ ਫਿਰ ਤੇ ਮੈਂ ਗੱਲ ਹੋਰ ਤਰੀਕੇ ਨਾਲ ਤੈਨੂੰ ਜਵਾਬ ਦਿਆਂ। ਅਜੇ ਵੀ ਸੋਚ ਲੈ। ਕਹਿੰਦਾ ਨਹੀਂ ਜੀ ਮੈਂ ਉਸੇ ਗੁਰੂ ਨਾਨਕ ਦੇਵ ਦੀ ਗੱਲ ਕਰ ਰਿਹਾ, ਉਸੇ ਗੁਰੂ ਨਾਨਕ ਦੇਵ ਨੂੰ ਲੈ ਕੇ ਸਵਾਲ ਪੁੱਛ ਰਿਹਾ ਜਿਹਦਾ ਜਨਮ 1469 ਵਿੱਚ ਹੋਇਆ ਸੀ, ਉਹ ਜੋ ਸਿੱਖਾਂ ਦੇ ਪਹਿਲੇ ਗੁਰੂ ਸੀ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਭਾਈ ਸਾਹਿਬ ਗੱਲ ਇਹ ਹੈ ਕਿ ਅਗਰ ਉਹੀ ਠੀਕ ਗੁਰੂ ਨਾਨਕ ਦੇਵ ਨੇ ਅੱਜ ਪੈਦਾ ਹੋਣਾ ਹੋਵੇ ਤਾਂ ਵੀ ਬਾਣੀ ਹੂ ਬਹੂ ਉਹੀ ਉਚਾਰੀ ਜਾਏਗੀ ਅੱਜ ਦੇ ਸਮੇਂ ਵਿੱਚ ਵੀ। ਉਂਝ ਹੀ ਲਿਖੀ ਜਾਏਗੀ। ਉਹ ਕਹਿ ਲਗੇ, ਉਹ ਥੋੜਾ ਪਰੇਸ਼ਾਨ ਹੋ ਗਿਆ, ਕਹਿੰਦੇ ਜੀ ਇਹ ਕਿਸ ਤਰ੍ਹਾਂ ਪੋਸੀਬਲ ਹੈ ਕਿ ਉਹੀ ਗੁਰੂ ਨਾਨਕ ਦੇਵ ਅੱਜ ਪੈਦਾ ਹੋਏ ਤੇ ਬਾਣੀ ਉਸੇ ਕਿਸਮ ਦੀ ਲਿਖੀ ਜਾਏਗੀ। ਮੈਂ ਉਹਨੂੰ ਇਹ ਸਮਝਾਈ ਗੱਲ ਕਿ ਮਿਸਟਰ ਨਾ ਮੈਂ ਚਲੋ ਨਹੀਂ ਲੈਂਦਾ ਕਿ ਅਗਰ ਤੁਹਾਡੀ ਸ਼ਰਤ ਇਹ ਹੈ, ਅਗਰ ਤੁਹਾਡਾ ਸਵਾਲ ਇਹ ਹੈ ਕਿ ਠੀਕ ਉਹੀ ਗੁਰੂ ਨਾਨਕ ਦੇਵ ਜੀ ਅੱਜ ਪੈਦਾ ਹੁੰਦੇ ਤੇ ਫਿਰ ਮੈਂ ਤੁਹਾਨੂੰ ਇਹ ਜਵਾਬ ਦਿਆਂਗਾ ਕਿ ਉਹਦੇ ਵਾਸਤੇ ਠੀਕ ਉਹੀ ਮਾਤਾ ਪਿਤਾ ਦਾ ਹੋਣਾ ਵੀ ਅੱਜ ਜ਼ਰੂਰੀ ਹੈ, ਤਾਂ ਹੀ ਉਹਨਾਂ ਨਾਲ ਅੱਜ ਪੈਦਾ ਹੋ ਸਕਦਾ। ਠੀਕ ਉਹੀ ਸਮਾਜ ਦਾ ਹੋਣਾ ਜ਼ਰੂਰੀ ਹੈ ਜਿਸ ਜੋ ਸਮਾਜ ਦੇ ਵਿੱਚ ਉਹ ਗੁਰੂ ਨਾਨਕ ਪੈਦਾ ਹੋਇਆ ਸੀ। ਅੱਜ ਵੀ ਉਹੀ ਸਮਾਜ ਦਾ ਹੋਣਾ ਜ਼ਰੂਰੀ ਹੈ। ਅਗਰ ਅੱਜ ਉਹੀ ਨਾਨਕ ਆਏਗਾ, ਤੁਸੀਂ ਸਮਝ ਲਓ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਲਗਾ ਕੇ ਕਿ ਇਹ ਤਾਂ ਹੀ ਪੋਸੀਬਲ ਹੈ ਕਿ ਉਹੀ ਸਿਚੁਏਸ਼ਨ, ਸਮਾਜਿਕ ਅਵਸਥਾ, ਉਹੀ ਸਮਾਂ ਦੁਬਾਰਾ ਵਾਪਸ ਆ ਜਾਏ ਤੇ ਤਾਂ ਉਹਨਾਂ ਨੇ ਪੈਦਾ ਹੋ ਸਕਦਾ। ਹੁਣ ਤੁਸੀਂ ਸੁਣ ਲਿਆ ਮਤਲਬ ਇੱਕ ਤਾਂ ਨਾ ਇਹ ਕਿਆ ਬਲਜਿੰਦਰ ਵੀਰਾ ਕਹਿੰਦਾ ਹਜੇ ਇਹਨਾਂ ਨੂੰ ਨਾਮ ਵੀ ਨਹੀਂ ਪਤਾ ਹੁੰਦਾ, ਮੈਂ ਦੱਸਦਾ ਉਹਦਾ ਨਾਮ ਬਲਜਿੰਦਰ ਸਿੰਘ ਆ। ਇੱਕ ਤਾਂ ਸੇਮ ਵਾਲੇ ਮੈਨੂੰ ਬਹੁਤ ਭੈੜੇ ਲੱਗਦੇ ਜਿਹੜੇ ਕਹਿੰਦੇ ਵੀ ਸੇਮ ਹੋ ਗਿਆ, ਤੇ ਦੂਜਾ ਇਹ ਬੰਦੇ ਹੁਣ ਇੱਕ ਪਾਸੇ ਤੇ ਇਹ ਕਹਿੰਦੇ ਆ ਵੀ ਨਾਨਕ ਪਾਤਸ਼ਾਹ ਦੁਬਾਰਾ ਨਹੀਂ ਹੋ ਸਕਦੇ, ਜੇ ਹੋਣਾ ਹੋਵੇ ਉਹਨਾਂ ਨੇ ਤਾਂ ਉਹਨਾਂ ਦੇ ਉਹੀ ਮਾਪਿਓ ਲੈ ਕੇ ਆਉਣੇ ਪੈਣੇ ਆ, ਉਹੀ ਜਿਹੜੀਆਂ ਕ੍ਰੀਤੀਆਂ ਸਮਾਜ 'ਚ ਚੱਲ ਰਹੀਆਂ ਸੀ ਉਹੀ ਲੈ ਕੇ ਆਉਣੀ। ਉਹੋ ਜਿਹਾ ਸਮਾਜ ਜਿਹੜਾ ਪਛੜਿਆ ਡਿਕਟੇਟਰਸ਼ਿਪ ਵੇਲੇ ਸੀ, ਜਿੱਦਾਂ ਲੱਤਾੜੇ ਹੋਏ ਸੀਗੇ ਲੋਕ, ਜਿੰਨਾ ਵੀ ਬੁਰਾ ਹਾਲ ਸੀ। ਉੱਥੋਂ ਬਾਅਦ ਤਾਂ ਹੁਣ ਕਿੰਨਾ 2.5 ਸਦੀਆਂ ਤਾਂ ਪਾਤਸ਼ਾਹ ਉਹਨਾਂ ਨੇ ਲਾਤੀਆਂ ਇਹਨੂੰ ਠੀਕ ਕਰਨ, ਉਦੋਂ ਬਾਅਦ 350 ਸਾਲ ਫੇਰ ਲੰਘ ਗਏ, 550-600 ਸਾਲ ਹੋ ਗਏ। ਇਹ ਬੰਦਾ ਕਹਿ ਰਿਹਾ ਵੀ ਉਹੀ ਹੋਣਾ ਵਾ। ਹੁਣ ਇਹਦੇ ਵਿੱਚੋਂ ਇਹ ਨਹੀਂ ਸੋਚ ਪਾ ਰਿਹਾ ਵੀ ਜੇ ਮੈਂ ਆਹ ਗੱਲ ਕਹਾਂ ਇਹਦੇ ਵਿੱਚ ਨਾਨਕ, ਜੇ ਅੱਜ ਨਾਨਕ ਪਾਤਸ਼ਾਹ ਨਹੀਂ ਹੋ ਸਕਦੇ ਕਿਉਂਕਿ ਉਹ ਸਮਾਜ ਨਹੀਂ ਰਿਹਾ, ਫਿਰ ਨਾਨਕ ਪਾਤਸ਼ਾਹ ਦਾ ਜਿਹੜਾ 550 ਸਾਲ ਪਹਿਲਾਂ ਲਿਖਿਆ, ਜਿਹੜਾ ਉਸ ਸਮਾਜ ਦੇ ਸੰਦਰਭ 'ਚ ਲਿਖਿਆ ਵਾ, ਉਹ ਅੱਜ ਕਿੱਦਾਂ ਵੈਲਿਡ ਹੋਊਗਾ? ਤੇ ਜੇ ਅੱਜ ਨਾਨਕ ਤੁਸੀਂ ਸੋਚਿਆ ਵੀ ਨਾਨਕ ਪਾਤਸ਼ਾਹ ਸੱਚੀ ਫਿਜ਼ੀਕਲੀ ਇਦਾਂ ਮਤਲਬ ਜਨਮ ਲੈ ਕੇ ਇਦਾਂ ਹੋਣਾ ਵਾ, ਇਦਾਂ ਥੋੜਾ ਹੁੰਦਾ ਹੈ। ਸਵਾਲ ਕੀਤਾ ਜਾਂਦਾ ਵੀ ਜੇ ਉਦੋਂ ਉਹ ਹਾਲਾਤ ਸੀਗੇ, ਅੱਜ ਉਹ ਹਾਲਾਤ ਨਹੀਂ ਹੈਗੇ ਤਾਂ ਕਿੱਦਾਂ ਕਰੀਏ? ਜੇ ਬੰਦਾ ਉਸਨੂੰ ਕੋਈ ਪੁੱਛ ਲਏ ਵੀ ਹਾਂ ਮੈਂ ਜਲੰਧਰ ਤੋਂ ਜਾਂ ਜਿਹੜਾ ਦਰਿਆ ਪਾਰ ਕਰਦਾ ਸੀ ਪਹਿਲਾਂ ਵੀ 1469 'ਚ ਬੰਦਾ ਗਿਆ ਤੁਰ ਕੇ, 10-15 ਦਿਨ ਲੱਗੇ, 20 ਦਿਨ ਲੱਗੇ, ਕਿਤੇ ਵੀ ਜਾਣਾ ਤੁਰ ਕੇ ਜਾ ਰਿਹਾ। ਉਦੋਂ ਬਾਅਦ ਹੁਣ ਬੰਦਾ ਅੱਜ ਪੁੱਛੇ ਵੀ ਜੇ ਮੈਂ ਅੱਜ ਦਿੱਲੀ ਤੱਕ ਜਾਣਾ ਵਾ, ਬੰਦਾ ਕਹਿੰਦਾ ਜੀ ਘੰਟੇ ਦੀ ਫਲਾਈਟ ਆ ਤੁਹਾਡੀ, ਚੰਡੀਗੜ੍ਹ ਲੋ ਦਿੱਲੀ ਦੀ ਘੰਟੇ 'ਚ ਉਤਰ ਜਾਣਾ। ਤੇ ਬੰਦਾ ਕਹੇ ਵੀ ਉਹ ਜਿਹੜਾ ਬੰਦਾ 1469 ਤੁਰ ਕੇ ਜਾਂਦਾ ਸੀ, ਮਹੀਨੇ ਲੱਗ ਜਾਂਦੇ ਸੀ ਉਹਨੂੰ ਤੁਰ ਕੇ ਜਾਂਦੇ ਨੇ, ਜਾਂ ਮਹੀਨਾ ਲੱਗ ਜਾਂਦਾ ਸੀ ਤੁਰ ਕੇ ਜਾਂਦੇ ਨੂੰ, ਵੀ ਜੇ ਉਹ ਅੱਜ ਬੰਦਾ ਹੁੰਦਾ ਉਹਨੇ ਦਿੱਲੀ ਜਾਣਾ ਹੁੰਦਾ ਤਾਂ ਕਿੱਦਾਂ ਜਾਂਦਾ?
ਕਿਉਂਕਿ ਅਸੀਂ ਉਹ ਬੰਦੇ ਦਾ ਬਹੁਤ ਆਦਰ ਕਰਦੇ ਹਾਂ। ਉਹਨਾਂ ਵੇਲਿਆਂ 'ਚ ਜਾ ਕੇ ਦਿੱਲੀ ਪਹੁੰਚਿਆ ਜਦੋਂ ਕੋਈ ਜਾਂਦਾ ਨਹੀਂ ਸੀਗਾ, ਜਾਣਾ ਬਹੁਤ ਔਖਾ ਸੀਗਾ, ਉਦੋਂ ਗਿਆ। ਕਿ ਅੱਜ ਵੀ ਉਹ ਬੰਦਾ ਪੰਜਾਬ ਤੋਂ ਤੁਰ ਕੇ ਦਿੱਲੀ ਨੂੰ ਜਾਊਗਾ ਕਿ ਜਹਾਜ਼ 'ਚ ਬੈਠ ਕੇ ਜਾਊਗਾ? ਹੁਣ ਜੇ ਤੁਸੀਂ ਕਹੋ ਨਹੀਂ ਪਹਿਲਾਂ ਉਹ ਬੰਦਾ ਜੰਮੇ, ਉਹਦੇ ਉਹੀ ਮਾਂ ਪਿਓ ਹੋਣ, ਉਹ ਜੇ ਹਾਲਾਤ ਹੋਣ, ਟ੍ਰੇਨ ਨਾ ਚੱਲਦੀ ਹੋਵੇ, ਜਹਾਜ਼ ਨਾ ਚੱਲਦੇ, ਝੁੱਡੂ ਹੀ ਤਾਂ ਤੁਹਾਨੂੰ ਕਹਿੰਦੇ ਆ, ਉਦੋਂ ਹੈ ਨਹੀਂ ਸੀ। ਕਿੰਨੀ ਸੋਹਣੀ ਸਟੇਟਮੈਂਟ ਹਨੇਕ ਭਾਜੀ ਨੇ ਦਿੱਤੀ ਆ, ਕਲੀਅਰ ਕੱਟ ਦਿੱਤੀ ਆ। ਉਦੋਂ ਬਾਅਦ ਉਹਨਾਂ ਨੇ ਵੀ ਸਿੰਪਲ ਗੱਲ ਕੀਤੀ ਆ। ਮੈਂ ਜਿਹੜੀ ਗੱਲ ਤੇ ਇਹਨਾਂ ਦੀ ਵੀਡੀਓ ਚਲਾ ਕੇ ਲੈ ਕੇ ਜਾਣੀ ਚਾਹੁੰਦਾ ਨਾ, ਹਜੇ ਤੁਸੀਂ ਅਗਾਂਹ ਆ ਜਾਣਾ ਜਦੋਂ ਇਹਨਾਂ ਨੇ ਜਮੇ ਕੱਚੇ ਲੈ ਜਾਣਾ। ਫਿਰ ਹਜੇ ਤਾਂ ਇਹ ਆਪਦੀ ਥੋੜੀ ਵਿਦਵਤਾ ਘੋਟ ਰਿਹਾ, ਉਹਨੂੰ ਥੋੜਾ ਚੰਗਾ ਲੱਗਿਆ ਵੀ 2014 'ਚ ਮੈਂ ਗੱਲ ਕੀਤੀ ਸੀਗੀ ਤੇ ਮੈਂ ਤਾਂ ਹੈਰਾਨ ਆ ਉਹ ਕਿਹੜਾ ਤਖਤ ਜਿਹੜਾ ਤੇਰੀ ਗੱਲ ਇਸ ਗੱਲ ਤੋਂ ਸੈਟੀਸਫਾਈਡ ਹੋ ਗਿਆ। ਪਰ ਹੁਣ ਨਾਨਕ ਪਾਤਸ਼ਾਹ ਦੀ ਵਡਿਆਈ ਇਹ ਆਪਦੇ ਵੱਲੋਂ ਵਡਿਆਈ ਕਰ ਰਿਹਾ, ਪਰ ਇਹ ਨਹੀਂ ਸੋਚ ਰਹੀ ਵੀ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਵੀ ਉਹੀ ਹਾਲਾਤਾਂ ਦਾ ਹੋਣਾ ਜ਼ਰੂਰੀ ਹੈ, ਹੋ ਜਾਈ ਪਛੜਿਆ ਸਮਾਜ ਹੋਣਾ ਜ਼ਰੂਰੀ ਹੈ, ਤਾਂ ਨਾਨਕ ਪਾਤਸ਼ਾਹ ਦੀ ਬਾਣੀ ਇੱਦਾਂ। ਫਿਰ ਤੁਸੀਂ ਆਪ ਦੀ ਗੱਲ ਤਾਂ ਆਪ ਹੀ ਕੱਟੀ ਜਾਂਦੇ ਹੋ। ਹਾਂਜੀ, ਅਦਰਵਾਈਜ਼ ਤੁਸੀਂ ਕਿਸੇ ਹੋਰ ਨਾਨਕ ਦੀ ਗੱਲ ਜ਼ਰੂਰ ਕਰ ਸਕਦੇ ਹੋ, ਉਸ ਨਾਨਕ ਦੀ ਗੱਲ ਨਹੀਂ ਕਰ ਸਕਦੇ। ਅਗਰ ਉਹੀ ਨਾਨਕ ਆਏਗਾ ਤੇ ਉਹੀ ਬਾਣੀ ਉਚਾਰੇਗਾ। ਦੂਸਰੀ ਗੱਲ ਮੈਂ ਉਹਨਾਂ ਨੂੰ ਕਹੀ ਕਿ ਅਗਰ ਅੱਜ ਦੇ ਸਮੇਂ ਕੋਈ ਵੀ ਅੰਗਰੇਜ਼ ਜਾਂ ਕੋਈ ਵੀ ਬੁੱਧਿਸਟ, ਕੋਈ ਵੀ ਇਸਲਾਮਿਕ ਸਕਾਲਰ ਬਾਣੀ ਨੂੰ ਪੜ੍ਹਨਾ ਚਾਹੇਗਾ, ਉਹ ਗਿਆਨੀ ਲਖਵੀਰ ਸਿੰਘ ਜੀ ਦੇ ਪੱਧਰ ਦੇ ਮਾਨਸਿਕ ਪੱਧਰ ਦਾ ਬੰਦਾ ਨਹੀਂ ਹੋਏਗਾ। ਅਗਰ ਉਹ ਜਾਣਕਾਰ ਆਦਮੀ ਹੋਏਗਾ, ਅਗਰ ਉਹ ਸਮਝੇਗਾ ਕਿ ਮੈਂ ਇਹ ਲਿਖਤ ਕਿਸ ਪੀਰੀਅਡ ਦੀ ਪੜ੍ਹ ਰਿਹਾ ਤੇ ਉਹ ਉਹਨੂੰ ਉਸੇ ਪੀਰੀਅਡ ਦੀ ਨੂੰ ਸਮਝ ਕੇ ਉਹਦੇ ਸਾਰੇ ਪਰਿਪੇਖ। ਹੁਣ ਤਾਂ ਮਤਲਬ ਸੁਣੀ ਚੱਲੋ, ਜੰਮੂ ਸਾਹਿਬ ਨੇ ਭੁੱਲ ਜਾਣਾ ਵੀ ਮੈਂ ਸਟੇਟਮੈਂਟਾਂ ਦਿੱਤੀਆਂ ਵੀ ਜਿਹੜਾ ਜੇ ਕੋਈ ਵੀ ਸਿਆਣਾ ਬੰਦਾ ਹੋਊਗਾ, ਜੇ ਉਹ ਗੁਰੂ ਨਾਨਕ ਸਾਹਿਬ ਨੂੰ ਪੜੂਗਾ ਜਾਂ ਇਸਲਾਮ ਕਿਸੇ ਨੂੰ ਵੀ ਇਦਾਂ ਪੜੂਗਾ, ਤਾਂ ਉਹ ਇਹ ਪਹਿਲਾਂ ਸੋਚੂਗਾ ਵੀ ਇਹ ਜਿਹੜੀ ਬਾਣੀ ਲਿਖੀ ਗਈ ਹੈ ਕਿਹੜੀ ਸਦੀ 'ਚ ਲਿਖੀ ਗਈ ਹੈ, ਉਦੋਂ ਕਿਹੜੀ ਹਾਲਾਤ ਨਹੀਂ ਸੀ। ਪਰ ਅਸੀਂ ਕੀ ਕਿਹਾ, ਅਸੀਂ ਉਲਟ ਕਿਹਾ ਵਾ ਵੀ ਜਦੋਂ ਅਸੀਂ ਨਾਨਕ ਪਾਤਸ਼ਾਹ ਦੀ ਵਡਿਆਈ ਕਰਨੀ ਆ ਤਾਂ ਅਸੀਂ ਦੱਸਣਾ ਭਾਈ ਜਦੋਂ ਇਹ ਲਿਖਿਆ ਨਾ ਉਦੋਂ ਕਿਸੇ ਨੂੰ ਮਤਲਬ ਕੋਈ ਹਯਾ ਨਹੀਂ ਸੀ ਕਰਦਾ, ਕੋਈ ਅੱਖ ਚੱਕ ਕੇ ਨਹੀਂ ਸੀ ਦੇਖ ਸਕਦਾ। ਵੀ ਜਦੋਂ ਪਾਤਸ਼ਾਹ ਨੇ ਕਲਗੀ ਲਈ ਨਾ ਘੋੜੇ ਤੇ, ਉਹਦਾ ਬੰਦਾ ਨਹੀਂ ਸੀ ਲਾ ਸਕਦਾ। ਆਹੀ ਤੁਹਾਨੂੰ ਕਹਿ ਰਹੇ ਹਾਂ। ਹੁਣ ਜੇ ਤੁਸੀਂ ਕਹੋ ਅੱਜ ਕੋਈ ਬੰਦਾ ਘੋੜੇ ਤੇ ਕਲਗੀ ਲਾ ਲਵੇ, ਯਾਰ ਇਹ ਮੈਂ ਕਹਿੰਦਾ ਬਾਹਰਲੇ ਮੁਲਕ ਛੱਡੋ, ਇੰਡੀਆ ਲਾ ਲਵੇ, ਤੇ ਉਹ ਬੰਦਾ ਨੂੰ ਪੁੱਛੇ ਕਹੇ ਵੀ ਹਾਂ ਉਹ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਘੋੜੇ ਤੇ ਕਲਗੀ ਲਾਉਣੀ, ਤੇ ਹੁਣ ਤੁਸੀਂ ਇਮਾਨਦਾਰੀ ਨਾਲ ਦੱਸੋ ਵੀ ਗੁਰੂ ਗੋਬਿੰਦ ਸਿੰਘ ਲਾਉਣ ਘੋੜੇ ਤੇ ਕਲਗੀ, ਤੇ ਉਹ ਫਿਕਰ ਪੈ ਜਾਏ ਦਿੱਲੀ ਦੇ ਬਾਦਸ਼ਾਹ ਨੂੰ। ਤੇ ਅੱਜ ਤਾਂ ਜਿਹੜੀਆਂ ਬਰਾਤਾਂ ਲੰਘਦੀਆਂ ਨੇ ਯਾਰ, ਸਿੱਖ ਕਿਆ ਹਿੰਦੂ ਜਿਹੜੇ ਵੀ ਘੋੜੀਆਂ ਲਈ ਫਿਰਦੇ ਨੇ ਲਾਈ ਫਿਰਦੇ ਆ, ਤੇ ਬੰਦਾ ਅੱਜ ਉਹ ਕਲਗੀ ਲਾਉਣ ਦਾ ਮਤਲਬ ਉਹੀ ਆ ਜਿਹੜਾ ਉਦੋਂ ਸੀਗਾ। ਤੁਸੀਂ ਤਾਂ ਲਿਟਰਲੀ ਮੀਨਿੰਗ ਲੈ ਸਕਦੇ ਹੋ ਉਹਦਾ, ਤੇ ਬੰਦਾ ਥੋੜੇ ਜਿਹਾ ਮਜ਼ਾਕ ਹੀ ਕਰੂਗਾ, ਹੱਸੂਗਾ ਹੀ ਤੁਹਾਡੇ ਤੇ। ਭਾਈ ਤੂੰ ਉਸ ਜ਼ਮਾਨੇ ਦੀ ਗੱਲ ਕਰਦਾ ਜਦੋਂ ਚੈਲੰਜ ਸੀਗਾ, ਇਹ ਉਹਨਾਂ ਨੇ ਚੈਲੰਜ ਐਕਸੈਪਟ ਕੀਤਾ ਸੀ ਵੀ ਠੀਕ ਆ, ਤੂੰ ਕਹਿੰਦਾ ਨਾ ਵੀ ਬਾਦਸ਼ਾਹ ਘੋੜੇ ਲਾਓ ਤਾਂ ਸਾਡਾ ਪਾਤਸ਼ਾਹ ਹੈਗਾ, ਅਸੀਂ ਲਾਵਾਂਗੇ, ਬਾਜ ਵੀ ਰੱਖਾਂਗੇ, ਇਸ ਤਰ੍ਹਾਂ ਸ਼ਿਕਾਰ ਵੀ ਖੇਡਾਂਗੇ ਅਸੀਂ। ਉਹ ਇੱਕ ਚੈਲੰਜ ਸੀਗਾ। ਜਦੋਂ ਆਪਾਂ ਦੱਸਾਂਗੇ ਵੀ ਉਹਨੇ ਘੋੜੇ ਤੇ ਵੀ ਕਲਗੀ ਲਾਤੀ, ਬੰਦਾ ਕਹੂ ਵਾਹ ਵੀ ਉਸ ਜ਼ਮਾਨੇ ਡਿਕਟੇਟਰਸ਼ਿਪ ਸੀ ਯਾਰ, ਕਿੰਨੇ ਕੁ ਜਾਣੇ ਸੀ, ਥੋੜੇ ਜਾਣੇ ਸੀ ਇੱਕ, ਉਹਨਾਂ ਦੀ ਸਲਤਨਤ ਵੀ ਐਡੇ ਵੱਡੇ ਬੰਦੇ ਨੇ ਪੰਗਾ ਲੈ ਲਿਆ, ਇੰਨੀ ਕੀ ਗੱਲ ਪਿੱਛੇ ਬੰਦਾ ਸਮਝੂਗਾ ਨਾ। ਅੱਜ ਤੁਸੀਂ ਬਾਜ਼ਾਰ 'ਚ ਤੇ ਘੋੜੀ ਤੁਰੀ ਫਿਰਦੀ ਹੋ ਤੇ ਕਲਗੀ ਲਾਈ ਹੋਵੇ, ਲਈ ਫਿਰੋ, ਤੇ ਕਹੋ ਵੀ ਆਹ ਵਡਿਆਈ ਹੈ ਗੁਰੂ ਪਾਤਸ਼ਾਹ ਦੀ, ਕੋਈ ਸੈਂਸ ਬਣਦੀ ਹੈ? ਤੂੰ ਜੀ ਤਾਂ ਕਿੱਦਾਂ ਮੇਲ ਸਕਦੇ ਹੋ ਤੁਸੀਂ? ਸਾਡੇ ਨਾਲ ਇੱਕ ਸਰੋਤੇ ਜੀ, ਉਦੋਂ ਬਾਅਦ ਆਪਾਂ ਗਾਂ ਵੀਡੀਓ ਕਰਦੇ ਹਾਂ। ਹਾਂਜੀ, ਸਵਾਗਤ ਹੈ ਤੁਹਾਡਾ 07 ਤੇ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ ਭਾਜੀ। ਮੈਂ ਇਹ ਸੁਣਦਿਆਂ ਪ੍ਰੋਗਰਾਮ, ਮੈਂ ਇਹ ਵੇਖਣ ਦਿਆ ਵੀ ਗੁਰੂ ਨਾਨਕ ਸਾਹਿਬ ਨੂੰ ਆਪਦੀ ਪੱਧਰ ਤੇ ਲੈ ਕੇ ਗਿਆ। ਹਾਂਜੀ, ਜਿੱਦਾਂ ਉਹ ਕਹਿੰਦਾ ਮਾਹੌਲ ਹੋਣਾ, ਫਿਰ ਉਹ ਮਾਤਾ ਪਿਤਾ ਹੋਣੇ ਆ, ਕਿਹੜੇ ਹਿਸਾਬ ਨਾਲ ਸੋਚਣ ਦਿਆ ਇਹ ਭਾਜੀ? ਕਿੱਥੇ ਉਹ ਕਹਿੰਦਾ ਉਹ ਸਿਚੁਏਸ਼ਨ ਹੋਣੀ, ਜਿੱਦਾਂ ਸਿਚੁਏਸ਼ਨ ਹੀ ਕਿਹਾ ਨੇ, ਹਾਲਾਤ ਉਹੋ ਜਿਹੇ ਹੋਣੇ, ਫੇਰ ਜਾਣੀ ਕਿ ਜਿੱਦਾਂ ਪਹਿਲਾਂ ਬ੍ਰਾਹਮਣ ਕਰਦੇ ਸੀ ਅੱਜ ਕਰ ਲੈਣਗੇ ਫੇਰ ਉਦਾਂ। ਕਹਿੰਦੇ ਤਾਂ ਹੀ ਆ ਜੀ, ਉਹ ਗੱਲ ਪਤਾ ਵਿਰੋਧ ਦੇ ਵਿੱਚ ਇੰਨੇ ਹੋਏ ਆ, ਮਤਲਬ ਗੱਲਾਂ ਕਈ ਵਾਰ ਮੂੰਹ ਚੋਂ ਆ ਜਾਂਦੀਆਂ, ਆਪ ਹੀ ਅੜਕੜਕ ਕੇ ਡਿੱਗੀ ਜਾਂਦੇ ਆ। ਮਤਲਬ ਗੁਰੂ ਨਾਨਕ ਦੇਵ ਜੀ ਨੂੰ ਵੀ ਉੱਥੇ ਲੈ ਕੇ ਗਏ ਆਪਦੀ ਜਗ੍ਹਾ ਤੇ ਜਾ ਕੇ, ਉੱਥੋਂ ਜਿੱਦਾਂ ਇਹ ਇਦਾਂ ਸੋਚ ਰਿਹਾ ਵੀ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਆ ਕੇ ਮੇਰੇ ਵਾਂਗ ਹੀ ਸੋਚਣਾ ਵੀ ਹਰਦੇਵ ਸਿੰਘ ਜੰਮੂ ਨੂੰ ਜਿੱਦਾਂ ਸੋਚਦਾ ਉਦਾਂ ਹੀ ਸੋਚਣਾ ਆਪਾਂ। ਹਾਂਜੀ, ਚਲੋ ਠੀਕ ਹੈ ਜੀ, ਥੈਂਕ ਯੂ, ਕਰ ਲਈ। ਹਾਂਜੀ, ਹੁਣ ਬੇਨਤੀ ਹੈ ਜੀ ਸਰੋਤਿਆਂ ਨੂੰ, ਹਜੇ ਕੋਈ ਫੋਨ ਨਾ ਕਰਿਓ, ਆਪਾਂ
ਪਹਿਲੇ ਘੰਟਾ ਤਾਂ ਹੋ ਚੱਲਿਆ, ਆਪਾਂ ਥੋੜੀ ਮੈਨੂੰ ਐ ਵੀ ਨਿਬੜ ਐਂਡ ਤੱਕ ਇਹ, ਤੇ ਫਿਰ 2-2 ਮਿੰਟ ਜਿਹੜੇ ਕਲਿੱਪ ਆ ਆਪਾਂ ਉਹ ਵੀ ਕਰਨੇ ਆ। ਹਾਂਜੀ, ਇੱਕ ਨੂੰ ਸਮਝ ਕੇ ਉਸੇ ਤਰੀਕੇ ਨਾਲ ਉਸ ਗੱਲ ਨੂੰ ਸਮਝੇਗਾ। ਹਾਂਜੀ, ਦੇਖੋ ਉਸ ਵੇਲੇ ਮਾਤਮ ਵੀ ਸੀਗਾ ਸੰਸਾਰ ਦੇ ਵਿੱਚ, ਉਸਲੇ ਮਾਤਮ ਵੀ ਸੀਗਾ, ਸੁੱਖ ਦੁੱਖ ਉਸਲੇ ਵੀ ਸੀਗੇ। ਸੁੱਖ ਦੁੱਖ ਦੇ ਪ੍ਰਤੀ ਜਿਹੜਾ ਅੱਜ ਦਾ ਸਾਡਾ ਦ੍ਰਿਸ਼ਟੀਕੋਣ ਹੈ, ਸੁੱਖ ਦੁੱਖ ਅੱਜ ਜਿਸ ਢੰਗ ਨਾਲ ਸਾਨੂੰ ਖੁਸ਼ੀ ਜਾਂ ਗਮੀ ਦਿੰਦੇ ਨੇ ਉਹ ਉਹੀ ਦਿੰਦੇ ਸੀ ਇਨਸਾਨ ਨੂੰ। ਇਸ਼ਨਾਨ ਅਗਰ ਸਾਡੇ ਇੱਥੇ ਪ੍ਰਚਲਿਤ ਹੈ ਐਜ਼ ਏ ਤੀਰਥਾਂ ਪਰ ਕਰਨਾ, ਤੇ ਉਹ ਅੱਜ ਵੀ ਪ੍ਰਚਲਿਤ ਹੈ ਪੱਛਮ ਵਿੱਚ ਵੀ। ਇਸ ਤਰ੍ਹਾਂ ਜਿਹੜੀ ਆ ਗੱਲ ਕਹਿੰਦੇ ਨੇ, ਗੱਲ ਬੰਦੇ ਮਤਲਬ ਚਲੋ ਇਹ ਤਾਂ ਹੈ ਹੀ ਹੁਣ, ਇਹ ਸੋਚਦੇ ਨਹੀਂ ਹੈਗੇ ਵੀ 21st ਸੈਂਚੁਰੀ ਆ। ਉਹ ਇਹਦਾ ਤਾਂ ਸਾਡਾ ਰੌਲਾ ਸਾਡੇ ਨਾਲ, ਜਦੋਂ ਤੁਹਾਡੀਆਂ ਮਨੌਤਾਂ ਦੀ ਗੱਲ ਹੁੰਦੀ ਆ ਉਹ ਟਰੰਪ ਕਹਿੰਦੇ ਨੂਨ ਸਿੱਟਦਾ ਉੱਤੋਂ ਦੀ। ਸਵਾਲ ਤਾਂ ਇਹੀ ਪੁੱਛਿਆ ਸੀ, ਟਰੰਪ ਮੋਢੇ ਤੋਂ ਨੂਨ ਸਿੱਟਦਾ ਤਾਂ ਪ੍ਰੈਜ਼ੀਡੈਂਟ ਆ ਅਮਰੀਕਾ ਦਾ? ਤੁਸੀਂ ਮੂੰਹ ਹਿਲਾ ਕੇ ਗੱਲ ਕਰ ਦਿੰਦੇ ਹੋ। ਉਹ ਜਿਹੜੇ 100 ਚੋਂ 75 ਸਮਥਿੰਗ ਨੋਬਲ ਪ੍ਰਾਈਜ਼ ਵਿਨਰ ਈਸਾਈ ਨੇ, ਫਿਰ ਤੁਹਾਨੂੰ ਡਰ ਲੱਗਦਾ ਵੀ ਮੂਹਰੋਂ ਬੰਦਾ ਸਵਾਲ ਨਾ ਕਰ ਲੇ ਵੀ ਇਹਦਾ ਮਤਲਬ ਜਿਹੜਾ ਬੰਦਾ ਵੀ ਸਾਨੂੰ ਸਿੱਖ ਧਰਮ ਛੱਡ ਕੇ ਈਸਾਈ 'ਚ ਜਾਣਾ ਚਾਹੀਦਾ ਤਾਂ ਸਾਡੇ ਚਾਂਸਸ ਵੱਧ ਨੇ ਸਾਇੰਟਿਸਟ ਬਣਦੇ। ਇਦੋਂ ਪਹਿਲਾਂ ਵੀ ਸਵਾਲ ਕਰੇ ਚੋਰ ਨੂੰ ਪਾਲਾ ਫਿਰਦੀ ਕੀ ਕਹਿੰਦੇ ਹੋ? ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਈਸਾਈ ਬਣ ਜਾਓ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਇਦਾਂ ਵੀ ਤਰੱਕੀ ਕੀਤੀ ਜਾ ਸਕਦੀ ਹੈ। ਸਵਾਲ ਤਾਂ ਵਾ ਨਾ ਵੀ ਜੇ ਉਹਨਾਂ ਨੋਬਲ ਪ੍ਰਾਈਜ਼ ਤਾਂ ਮਿਲਿਆ ਹੋਵੇ ਕਿਉਂਕਿ ਉਹ ਈਸਾਈ ਨੇ, ਨੋਬਲ ਪ੍ਰਾਈਜ਼ ਉਹਨੂੰ ਸਬਜੈਕਟ ਕਰਕੇ ਮਿਲਿਆ। ਜਿਹੜੀ ਉਹਨਾਂ ਦੀ ਖੋਜ ਹੈ ਜਿਹੜੀ ਸਾਇੰਸ, ਉਹ ਧਰਮ ਦੇ ਆਧਾਰ ਤੇ ਨਹੀਂ ਮਿਲਿਆ। ਸਵਾਲ ਤਾਂ ਤੁਸੀਂ ਤਾਂ ਕਹਿੰਦੇ ਵੀ ਹਾਂ ਤੁਹਾਡੀ ਜਿਹੜੀ ਮਨੌਤ ਆ ਉਹਨਾਂ ਨਹੀਂ ਕੋਈ ਸਾਇੰਟਿਸਟ ਬਣਿਆ। ਆਹ ਸਿੱਖ ਦੇਖੋ, ਅੱਜ ਤੱਕ 5 ਸਿੱਖਾਂ ਨੇ ਨੋਬਲ ਪ੍ਰਾਈਜ਼ ਵਿਨਰ ਹੋਏ ਆ ਜਾਂ 5 ਸਿੱਖ ਸਾਇੰਟਿਸਟ ਬਣੇ ਆ। ਆਹ ਦੇਖੋ ਗੁਰੂ ਪਾਸ਼ਾ ਨੂੰ ਮੰਨਦੇ ਤਾਂ ਵੀ ਕਰਕੇ ਤਰੱਕੀ। ਤੁਸੀਂ ਤਾਂ ਦਲੀਲ ਦੇਣ ਲੱਗੇ ਝੁੱਡੂ, ਸੋਚ ਨਹੀਂ ਵੀ ਤੁਹਾਡੇ ਅਗੇਂਸਟ ਤਾਂ ਜਾ ਰਹੀ ਹੈ ਵੀ ਜੇ ਈਸਾਈ ਬਣ ਰਹੇ ਆ ਨੋਬਲ ਪ੍ਰਾਈਜ਼ ਵਿਨਰ, ਉਹ ਤਾਂ ਬਾਈਬਲ ਪੜ੍ਹ ਰਹੇ ਆ, ਉਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੀ ਨਹੀਂ ਹੈਗਾ। ਜਦੋਂ ਗੁਰੂ ਪਾਸ਼ਾ ਉਹ ਤਾਂ ਲੋਕਾਂ ਨੂੰ ਪਤਾ ਨਹੀਂ ਧਰਤੀ ਤੇ ਪੋਪੂਲੇਸ਼ਨ ਕਿੰਨੀ ਹੈ, ਕਿੰਨੇ ਦੇਸ਼ ਨੇ। ਅਮਰੀਕਾ ਦਾ ਕੱਲ ਲੱਭਿਆ ਹਜੇ 1000 ਸਾਲ ਪੁਰਾਣੀ ਸਾਡੇ ਨਿਊਜ਼ੀਲੈਂਡ ਦੀ ਨਹੀਂ ਹਿਸਟਰੀ ਹੋਣੀ, ਜਿਹੜੇ ਇੱਥੇ ਆਏ ਆ ਬਾਹਰੋਂ ਯੂਰੋਪੀਅਨਸ ਆਏ ਆ, ਉਹਦਾ ਪਤਾ ਹੀ ਧਰਤੀ ਦੇ ਮੁਲਕ ਕਿੰਨੇ ਆ। 2 ਲੱਖ ਸਾਲ ਲੱਗਿਆ ਜੰਮੂ ਸਾਹਿਬ, 2 ਲੱਖ ਸਾਲ ਬਾਅਦ ਧਰਤੀ ਦੀ ਪੋਪੂਲੇਸ਼ਨ 1 ਬਿਲੀਅਨ ਹੋਈ ਸੀ। 2 ਲੱਖ ਸਾਲ ਤੇ 200 ਸਾਲਾਂ ਚ 7 ਬਿਲੀਅਨ। ਕਿੰਨੀ? 2 ਲੱਖ ਸਾਲਾਂ ਚ 1 ਅਰਬ ਤੇ 200 ਸਾਲਾਂ ਚ 7 ਅਰਬ। ਇੰਨੀ ਗਰੋਥ ਹੋ ਗਈ। ਇਹਦਾ ਮਤਲਬ ਸਮਝਦੇ ਆ? ਥੋੜਾ ਸੋਚਿਆ ਕਰੋ। ਉਹਨਾਂ ਦੀ ਇੱਜ਼ਤ ਸਾਇੰਟਿਸਟ ਦੀ ਤਾਂ ਵਾ ਕਿਉਂਕਿ ਉਹ ਸਾਇੰਸ ਦੇ ਫੀਲਡ 'ਚ ਉਹਨਾਂ ਨੇ ਕੁਝ ਕੰਮ ਕੀਤਾ। ਉਹਨਾਂ ਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਕਿਆ ਸ਼ੈ ਆ। ਜੇ ਤੁਸੀਂ ਬਾਰ-ਬਾਰ ਐਗਜ਼ਾਮਪਲ ਦੋਗੇ ਭਾਈ 100 ਪਿੱਛੇ 75 ਉਹਨਾਂ ਦੇ ਈਸਾਈਆਂ ਦੇ ਸਾਇੰਟਿਸਟ ਨੇ, ਤਾਂ ਤੁਸੀਂ ਇਨਡਾਇਰੈਕਟਲੀ ਕਹਿ ਰਹੇ ਹੋ ਵੀ ਜਿਹੜਾ ਤੁਸੀਂ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਹੀ ਗਿਆਨ ਆ, ਗੁਰੂ ਗ੍ਰੰਥ ਸਾਹਿਬ ਇਦਾਂ ਵਾ, ਤਾਂ ਮਤਲਬ ਸਾਡੇ ਤਾਂ ਨਹੀਂ ਕੋਈ ਸਾਇੰਟਿਸਟ ਬਣਦਾ। ਫਿਰ ਬੱਚਿਆਂ ਨੂੰ ਸੋਚਣਾ ਚਾਹੀਦਾ ਵੀ ਕਿਹੜੇ ਪਾਸੇ ਜਾਣਾ। ਵੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਤਾਂ ਅਸੀਂ ਲੱਗ ਰਹੇ ਹਾਂ ਪਾਠੀ, ਉਹ ਪੜ੍ਹ ਕੇ ਬਦਲ ਲੱਗਦੇ ਆ ਸਾਇੰਟਿਸਟ। ਤੁਸੀਂ ਜਦੋਂ ਦਿੰਨੇ ਹੋ ਸੋਚਿਆ ਕਰੋ ਨਾ। ਗੂਗਲ ਠੀਕ ਆ, ਬਹੁਤ ਇਨਫੋਰਮੇਸ਼ਨ ਪਾਉਂਦਾ, ਪਰ ਤੁਹਾਡੀ ਆਪਦੀ ਜਾਣਕਾਰੀ ਨਹੀਂ ਬਣਦੀ। ਹਾਂਜੀ, ਨਹੀਂ ਕਰਨਾ। ਫਾਸਟਿੰਗ ਜਿਹੜੀ ਹੈ ਅਗਰ ਲੋਕ ਵਰਤ ਇੱਥੇ ਰੱਖਦੇ ਨੇ, ਤੇ ਤੁਸੀਂ ਯੂਰਪ ਦੇ ਕੰਟਰੀਜ਼ ਵਿੱਚ ਜਾਂ ਆਸਟ੍ਰੇਲੀਆ ਵਿੱਚ ਦੇਖ ਲਓ ਕਿ ਇੱਥੇ ਵੀ ਫਾਸਟਿੰਗ ਡੇ ਰੱਖਿਆ ਜਾਂਦਾ, ਪ੍ਰੇਅਰ ਡੇ ਵੀ ਰੱਖਿਆ ਜਾਂਦਾ। ਤੀਰਥ ਇਸ਼ਨਾਨ ਉੱਥੇ ਵੀ ਹਨ। ਹੱਕ ਪਰਾਏ ਦੀ ਸਮੱਸਿਆ ਅੱਜ ਵੀ ਹੈ। ਚੋਰੀ ਉਤੋਂ ਸੀਨਾ ਚੋਰੀ ਅੱਜ ਵੀ ਹੈ। ਗੁੰਡਾਗਰਦੀ ਅੱਜ ਵੀ ਹੈ। ਧੱਕੇਸ਼ਾਹੀ ਅੱਜ ਵੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਵਕਾਰਾ ਕੀ ਕਹਿਣਾ ਸੀ? ਉਹੀ ਕੁਝ ਕਹਿਣਾ ਸੀ ਜੋ ਉਹ ਕਿਹਾ ਸੀ। ਬਿਲਕੁਲ। ਔਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਅੱਜ ਵੀ ਉਹੀ ਗੱਲ ਕਹਿ ਰਹੇ ਨੇ। ਇਹਨਾਂ ਵਰਗੇ ਪੁਜਾਰੀ ਰੇਡੀਓ ਸਟੂਡੀਓ ਵਿੱਚ ਬੈਠ ਕੇ ਗੁਰੂ ਨਾਨਕ ਦੇ ਕਹੇ ਨੂੰ ਅੱਜ ਦੇ ਸੰਦਰਭ ਵਿੱਚ ਇਹੋ ਜਿਹੇ ਤੁਕਿਆ ਆਰਗੂਮੈਂਟਸ ਨਾਲ ਚੇਂਜ ਨਹੀਂ ਕਰ ਸਕਦੇ। ਹੁਣ ਜਿਹੜੀ ਇਹਨੇ ਸਟੇਟਮੈਂਟਾਂ ਦਿੱਤੀਆਂ ਹੁਣ ਤਾਂ ਤੁਸੀਂ ਸੋਚਿਆ ਨਾ ਵੀ ਇਹਦੇ ਵਿੱਚ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਉਹ ਕਹਿ ਰਹੇ ਆ। ਬਸ ਸਵਾਲ ਤਾਂ ਇਹੀ ਹੈ ਨਾ, ਗੁਰੂ ਨਾਨਕ ਵਿਦਵਾਨ ਜੀ ਤੁਸੀਂ ਮੈਨੂੰ ਇਹ ਸਮਝਾਓ ਬਈ ਨਾਨਕ ਪਾਤਸ਼ਾਹ ਤੋਂ ਪਹਿਲਾਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਆਪਾਂ ਰਹਿ ਰਹੇ ਹਾਂ ਉੱਥੇ, ਵੀ ਉਹ ਕਿਹੜੀ ਪ੍ਰੋਬਲਮ ਸੀ
ਜਿਹੜੀਆਂ ਤੁਸੀਂ ਗਣਾਈਆਂ ਜਿੰਨੀਆਂ ਵੀ ਉਹ ਉਦੋਂ ਨਾਨਕ ਪਾਤਸ਼ਾਹ ਤੋਂ ਪਹਿਲਾਂ ਨਹੀਂ ਸੀਗੀਆਂ, ਨਾਨਕ ਪਾਤਸ਼ਾਹ ਵੇਲੇ ਸੀਗੀਆਂ, ਨਾਨਕ ਪਾਤਸ਼ਾਹ ਦੇ ਜਾਣ ਤੋਂ ਬਾਅਦ ਮੁੱਕ ਗਈਆਂ। ਆਹੀ ਤਾਂ ਮਸਲਾ ਵਾ। ਤੁਸੀਂ ਖੜੇ ਹੋ ਉੱਥੇ ਹੀ, ਅੰਦਰੋਂ ਹੈਗਾ ਤੁਸੀਂ ਸਾਰੇ ਟਕਸਾਲੀ, ਜਾਂ ਤੁਹਾਡਾ ਹੈਗਾ ਨਿੱਜੀ ਵਿਰੋਧ, ਤੁਹਾਡਾ ਪਾਤਸ਼ਾਹ ਨਾਲ ਕੋਈ ਲੈਣਾ ਦੇਣਾ ਨਹੀਂ। ਜਦੋਂ ਅੱਜ ਗੱਲ ਕਰਦੇ ਨਾ ਭਾਈ ਸਾਹਿਬ ਢੰਡਰੀਆਂ ਵਾਲੇ ਕਹਿੰਦੇ ਆ ਭਾਈ ਅੱਜ ਵਿਚਾਰਾਂ ਦੀ ਜੰਗ ਆ, ਉਹਦੀ ਸੇਧ ਸਾਨੂੰ ਪਾਤਸ਼ਾਹ ਤੋਂ ਹੀ ਮਿਲਦੀ ਆ ਵੀ ਤਲਵਾਰਾਂ ਨਾਲੋਂ ਕਲਮ ਵੱਧ ਚੱਲੀ ਆ, ਤੇ ਜਿੱਥੇ ਲੋੜ ਪਈ ਆ ਉੱਥੇ ਕਿਸੇ ਨੂੰ ਬਚਾਉਣ ਲਈ ਹੀ ਲੜਿਆ ਗਿਆ ਵਾ। ਉਹਨਾਂ ਤੋਂ ਹੀ ਮਿਲਿਆ ਵੀ ਧੱਕਾ ਹੁੰਦਾ ਵਾ। ਪਰ ਅੱਜ ਅਸੀਂ ਕੋਰਟ 'ਚ ਜਾ ਕੇ ਇਹ ਥੋੜ੍ਹਾ ਕਹਿ ਸਕਦੇ ਸਾਨੂੰ ਤੁਸੀਂ ਗਨ ਨਹੀਂ ਰੱਖਣ ਦਿੰਦੇ ਬਿਨਾਂ ਲਾਇਸੈਂਸ ਦੇ ਹੋਏ। ਸਾਡੇ ਤਾਂ 6ਵੇਂ ਪਾਤਸ਼ਾਹ ਨੇ ਕਿਹਾ ਵਾ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ। ਕੀ ਤੁਸੀਂ ਅੱਜ ਡੈਮੋਕ੍ਰੈਟਿਕ ਵਰਲਡ ਦੇ ਵਿੱਚ ਕੋਈ ਬੰਦਾ ਇਹ ਬਾਂਝ ਉੱਚੀ ਕਰਕੇ ਸਿੱਖ ਕਹਿ ਸਕਦਾ ਵੀ ਮੇਰੇ ਨਾਲ ਧੱਕਾ ਹੋ ਰਿਹਾ, ਮੈਨੂੰ ਬਿਨਾਂ ਲਾਇਸੈਂਸ ਦੇ ਗਨ ਨਹੀਂ ਰੱਖਣ ਦੇ ਰਹੇ? ਤੁਹਾਨੂੰ ਵੀ ਪਤਾ ਨਾ ਨਹੀਂ ਧੱਕਾ ਨਹੀਂ ਹੈਗਾ ਭਾਈ, ਇਹ ਡੈਮੋਕ੍ਰੈਟਿਕ ਸਿਸਟਮ ਹੈ। ਹਾਂ ਅੱਜ ਧੱਕਾ ਹੋਰ ਤਰ੍ਹਾਂ ਦਾ ਹੋ ਰਿਹਾ। ਜੇ ਹੋਰ ਤਰ੍ਹਾਂ ਦਾ ਹੋ ਰਿਹਾ ਤਾਂ ਅੱਜ ਆਪਾਂ ਸੋਸ਼ਲ ਮੀਡੀਆ ਤੇ ਬੈਠ ਕੇ ਜਾਂ ਆਨਲਾਈਨ ਰੇਡੀਓ ਤੇ ਬੈਠ ਕੇ ਡਿਸਕਸ਼ਨ ਕਰ ਰਹੇ ਹਾਂ। ਆਪਾਂ ਕਿਰਪਾਨਾਂ ਨਹੀਂ ਚੱਕੀ ਫਿਰਦੇ ਹੱਥ 'ਚ। ਉਹ ਤਾਂ ਪਾਤਸ਼ਾਹੀ ਮੂਹਰੇ ਤਾਂ ਸਿਰ ਝੁਕਦਾ ਵੀ ਉਹ ਤਾਂ ਸਾਧਨ ਹੀ ਕੁਛ ਨਹੀਂ ਸੀਗੇ, ਤੇ ਦੁਸ਼ਮਣ ਵੱਡਾ ਗੱਡਾ ਸੀ ਤੇ ਸਾਰੇ ਰਲੇ ਹੋਏ ਸੀ, ਜਿੰਨੇ ਆਸੇ ਪਾਸੇ ਸਾਰੇ ਰਲੇ ਹੋਏ ਸੀ ਇੱਕ ਨੂੰ ਢਾਉਣਾ। ਉਹ ਢਾਉਣ ਦੀ ਗੱਲ ਕਰਦੇ ਰਹੇ, ਦਸੇ ਪਾਤਸ਼ਾਹ ਕੁਛ ਨਾ ਕੁਛ ਬਣਾਉਂਦੇ ਗਏ। ਉਹਨੇ ਕਰਤਾਰਪੁਰ ਢਾਉਣ ਦੀ ਕੋਸ਼ਿਸ਼ ਕੀਤੀ, ਖੰਡੂਰ ਚੱਲੇ, ਗੋਇੰਦਵਾਲ, ਜਗ੍ਹਾ ਨਾਲ ਜੁੜੇ ਕੋਈ ਨਹੀਂ। ਤਾਂ ਤੁਸੀਂ ਜਗ੍ਹਾ ਸਾਹਮਣੇ ਚਾਹੁੰਦੇ ਹੋ, ਜਗ੍ਹਾ ਸਾਂਭੋਗੇ ਤਾਂ ਤੁਸੀਂ ਆਪੇ ਸਰਕਾਰਾਂ ਦੇ ਨਾਲ ਖੜੇ ਹੋ। ਮਸਲਾ ਹੀ ਕਿਹਾ ਵਾ। ਤੇ ਜਿਹੜੀ ਆ ਹਿੰਦੂ ਸਿੱਖ ਵਾਲਾ ਹੈਗਾ ਉਹ ਅੱਜ ਤੁਹਾਨੂੰ ਗਾਂ ਜਾ ਕੇ ਮੈਂ ਸੁਣਾਈ ਦੇਣੀ ਆ ਜੰਦ ਬਰਨਾਲੇ ਦੀ ਵੀ ਅਸੀਂ ਕੌਣ ਆ ਐਕਚੁਅਲੀ, ਮੈਨੂੰ ਨਹੀਂ ਸੀ ਪਤਾ, ਪਰ ਹੁਣ ਪਤਾ ਲੱਗ ਗਿਆ। ਹਾਂਜੀ ਗੁਰੂ ਸਾਹਿਬ ਅੱਜ ਵੀ ਠੀਕ ਉਹੀ ਬੋਲ ਰਹੇ ਨੇ ਜੋ 1469 ਤੋਂ ਬਾਅਦ ਉਹਨਾਂ ਨੇ ਬੋਲਿਆ ਸੀ, ਉਚਾਰਿਆ ਸੀ। ਇਹ ਗੱਲ ਗਿਆਨੀ ਜੀ ਨੂੰ ਸਮਝ ਆਣੀ ਚਾਹੀਦੀ। ਮੀਨਸ ਇਹਨਾਂ ਨੇ ਜਿਹੜੇ ਸੰਦਰਭ ਤੋਂ ਇਹ ਗੱਲ ਕੀਤੀ, ਇਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਵੀ ਜਿਹੜੀ ਜਪਜੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਆਪਾਂ ਐਜ਼ ਏ ਹੋਲ ਇਹ ਗੱਲ ਕਰ ਲਈਏ ਵੀ ਇਹ ਹੁਣ ਤੁਸੀਂ ਸਾਰੇ ਸੁਣ ਲਈ। ਹੁਣ ਤੁਹਾਨੂੰ ਮੈਂ ਕਮੀਨਾਪਣ ਦਿਖਾਉਣਾ ਇਹਨਾਂ ਦਾ। ਫਿਰ ਮੈਨੂੰ ਕਹਿੰਦੇ ਆ ਮੈਨੂੰ ਨਹੀਂ ਪਤਾ ਕਮੀਨਾਪਣ ਆ, ਜਮਾ ਹੀ ਬੇਅਕਲ ਬੰਦੇ ਨੇ। ਜਿਹੜੀ ਡਿਸਕਸ਼ਨ ਹੋਈ ਆ ਭਾਜੀ ਤੇ ਆਪਣੇ ਗਿਆਨੀ ਲਖਵੀਰ ਸਿੰਘ ਜੀ, ਉਹ ਤੁਸੀਂ ਸੁਣ ਲਈ, ਇਹਨਾਂ ਦੇ ਰੇਡੀਓ ਤੇ ਸੁਣੀ ਲਾਈਵ, ਠੀਕ ਆ, ਬਿਨਾਂ ਇੰਟਰਪਸ਼ਨ ਦੇ। ਉਹਨਾਂ ਨੇ ਸਿੰਪਲ ਸਵਾਲ ਕੀਤਾ, ਜੰਮੂ ਜੀ ਨੇ ਵਿਦਵਤਾ ਝਾੜਤੀ ਕਿਉਂਕਿ ਉਹਦੇ ਨਾਲ ਬਣਨਾ ਕੁਛ ਨਹੀਂ ਹੈਗਾ, ਉਹ ਵਿਦਵਤਾ ਦੇ ਨਾਲ ਕੁਛ ਨਹੀਂ ਬਣਨਾ, ਸਾਰਿਆਂ ਨੂੰ ਪਤਾ ਗੱਲ ਦਾ। ਫਿਰ ਗੱਲ ਕਿੱਦਾਂ ਬਣੂਗੀ? ਹੁਣ ਕੀ ਕਹੀਏ ਇਹ ਜਾਂ ਵੀ ਲੋਕਾਂ ਦੇ ਵਿੱਚ ਮਾੜੀ ਮੋਟੀ ਹਲਚਲ ਹੋਵੇ, ਉਹ ਸੁਣਿਆ। ਹੁਣ ਇਹਦਾ ਮਤਲਬ ਇਹਨਾਂ ਨੇ ਆਹ ਕੱਢਿਆ, ਇਹ ਇਹਨਾਂ ਦੀ ਵਿਦਵਤਾ ਵਾ। ਸੁਣਿਓ। ਉਸੇ ਟਾਈਮ ਦੇ ਵਿੱਚ ਉਹ ਐਪਲੀਕੇਬਲ ਸੀਗਾ, ਅੱਜ ਦੀ ਡੇਟ 'ਚ ਐਪਲੀਕੇਬਲ ਹੈ ਹੀ ਨਹੀਂ। ਕਹਿਣ ਦਾ ਭਾਵ ਇਹ ਸੀਗਾ ਇਹਨਾਂ ਦਾ ਜੀ, ਇਹਨਾਂ ਦੇ ਕਹਿਣ ਦਾ, ਇਹਨਾਂ ਦੀ ਚਤੁਰਾਈ, ਇਹਨਾਂ ਦਾ ਸ਼ਾਤਰਪੁਣਾ ਗਿਆਨੀ ਜੀ ਦਾ ਇਸੇ ਵਿੱਚ ਆ, ਇਸੇ ਵਿੱਚ ਹੈ। ਓਕੇ, ਇਸੇ ਵਿੱਚ ਹੈ। ਇਹ ਇਹੀ ਗੱਲ, ਇਹੀ ਕਹਿ ਕੇ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਬਈ ਜੋ ਗੁਰੂ ਨਾਨਕ ਦੇਵ ਜੀ ਨੇ ਜਾਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਲਿਖੀ ਗਈ ਹੈ, ਇਟਸ ਆਬਸੋਲੀਟ ਨਾਓ। ਯੈਸ, ਆਬਸੋਲੀਟ ਨਾਓ। ਇਹਦਾ ਪੰਜਾਬੀ ਤਰਜਮਾ ਆਬਸੋਲੀਟ ਮੀਨ ਕਿ ਇਹ ਨਖਿੱਧ ਹੋ ਗਈ ਹੈ, ਮਤਲਬ ਕੰਮ ਦੀ ਨਹੀਂ ਰਹੀ, ਹੁਣ ਆਊਟ ਆਫ ਫੈਸ਼ਨ ਹੋ ਗਈ ਹੈ, ਆਊਟ ਆਫ ਫੈਸ਼ਨ ਹੋ ਗਈ ਹੈ। ਹੁਣ ਫੈਸ਼ਨ ਵਿੱਚ ਕੀ ਰਿਹਾ? ਧਾਰਨਾਵਾਂ, ਇਹ ਬਟਨ ਦਬਾਓ, ਉਹ ਬਟਨ ਦਬਾਓ। ਆਹ ਗੱਲ ਮੈਂ ਕਹਿੰਦਾ ਉਦੋਂ ਕੀਤੀ ਸੀ, ਕਹਿੰਦਾ ਤੁਸੀਂ ਚਲਾ ਕੇ ਸੁਣਾਓ ਵੀ ਤੂੰ ਚਲਾ ਲੈਂਦਾ, ਹੁਣ ਚਲਾਤੀ ਰਹਿਣਾ ਜੀ। ਹੁਣ ਦੱਸੋ। ਤੇ ਜੰਮੂ ਜੀ ਜਿਹੜਾ ਲਖਵੀਰ ਸਿੰਘ ਨੇ ਕਿਹਾ ਉਹਦਾ ਮਤਲਬ ਤੁਸੀਂ ਕਿੱਦਾਂ ਕੱਢਿਆ? ਬਸ ਆਹੀ ਕੁਛ, ਇੰਨਾ ਹੀ ਵਿਰੋਧ ਆ ਨਾ। ਉਹ ਏਦਾਂ ਤੁਸੀਂ ਮਤਲਬ ਹੁਣ ਰਾਣੇ ਕੋਲ ਤੁਸੀਂ ਹੁਣ ਗਏ ਹੋ, ਗੋਲਡੀ ਬਰਾਜ ਉਹਨਾਂ ਨੂੰ ਤੁਸੀਂ ਜਾਣਦੇ, ਤੁਸੀਂ ਤਾਂ ਰੇਡੀਓ ਤੇ ਆਪ ਆਉਂਦੇ ਰਹੇ ਹੋ, ਤੁਸੀਂ ਲੇਖ ਲਿਖਦੇ ਰਹੇ ਹੋ, ਈਮੇਲਾਂ ਭੇਜਦੇ ਰਹੇ ਹੋ, ਸਾਨੂੰ ਕੋਈ ਨਹੀਂ ਨਾ ਜਵਾਬ ਮਿਲਿਆ। ਇਸੇ ਕਰਕੇ ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਹਰੇਕ ਫਰਾਈਡੇ ਮੇਰਾ ਪ੍ਰੋਗਰਾਮ ਹੋਣਾ, ਸੂਡੇ ਤੇ ਨਹੀਂ, ਵੈਸੇ ਜਨਰਲ ਕੋਸ਼ਿਸ਼ ਕਰੂੰਗਾ ਪ੍ਰੋਗਰਾਮ ਹੋਵੇ। ਪਰ ਤੁਸੀਂ ਨਾ ਥੋੜਾ ਉੱਤੇ ਨੂੰ ਹੋਵੋ। ਮਤਲਬ ਤੁਸੀਂ ਜਦੋਂ ਟੌਪਿਕ ਲੈਂਦੇ ਹੋ, ਮੈਂ ਤੁਹਾਡੇ ਖਾਤੇ 3 ਘੰਟੇ ਖਰਾਬ ਕੀਤੇ ਇੱਕਦਮ, ਤੁਹਾਨੂੰ ਯਾਦ ਆ ਜਾਣਾ। ਸਰੋਤੇ ਨੂੰ ਜਿਹਨਾਂ ਨੂੰ ਪਤਾ ਹੋਵੇ ਸ਼ਾਇਦ ਉਹਨਾਂ ਨੇ ਸੁਣਿਆ ਹੋਵੇ ਪ੍ਰੋਗਰਾਮ, ਤੁਹਾਨੂੰ 2 ਟੌਪਿਕ ਤੁਸੀਂ ਗਾਂ ਤੋਂ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਇੱਕ ਟੌਪਿਕ ਲੈ ਕੇ ਮੈਂ ਉਹਦੇ ਉੱਤੇ ਗੱਲ ਕਰਨੀ। ਤੁਸੀਂ 2 ਟੌਪਿਕ ਲੈ ਕੇ ਆਏ, ਬਹੁਤ ਜ਼ਰੂਰੀ। ਇੱਕ ਕੀ ਸਿੱਖ ਨਗਾਰਾ ਕਿਉਂ ਵਜਾਉਂਦੇ ਨੇ, ਨਗਾਰੇ ਦਾ ਸਾਡਾ ਕੀ ਮਹੱਤਵ ਆ, ਚਲੋ ਤੁਸੀਂ ਉੱਤੇ ਜੋ ਲੈਕਚਰ ਦਿੱਤਾ। ਫਿਰ ਤੁਸੀਂ ਗੱਲ ਕੀਤੀ, ਤੇ ਰਾਣੇ ਨੂੰ ਵੀ ਗੱਲ ਆ ਮੇਰੀ, ਤੁਸੀਂ ਗੱਲ ਕੀਤੀ ਦਰਬਾਰ ਸਾਹਿਬ ਨੂੰ ਦੁੱਧ ਨਾਲ ਧੁੰਦੇ ਆ, ਕੱਚੀ ਲੱਸੀ
ਉਹਦੇ ਤੁਸੀਂ ਦੱਸਣਾ ਸੀ ਵੀ ਇਹ ਮਨਮਤ ਹੈ ਜਾਂ ਨਹੀਂ ਹੈ। ਰਾਣਾ ਪਰਮਜੋਤ ਨੂੰ 100% ਪਤਾ ਵੀ ਦੁੱਧ ਦੇ ਨਾਲ ਨਹੀਂ ਸਫਾਈ ਹੋ ਸਕਦੀ, ਉਹਨੂੰ ਇਸ ਗੱਲ ਦਾ ਪਤਾ ਵਾ। ਉਹ ਸ਼ਾਇਦ ਉਹ ਕਹਿੰਦਾ ਸੀ ਮੈਂ ਐਮਐਸਸੀ ਕੀਤੀ ਹੈ, ਚਲੋ ਐਨੀਵੇ ਉਹ ਮਤਲਬ ਉਹਨੂੰ ਉਸ ਫੂਡ ਦੇ ਰਿਲੇਟਡ ਜਾਣਕਾਰੀ ਹੈਗੀ ਆ। ਤੁਸੀਂ ਸਰ ਤੁਹਾਡੇ 'ਚ ਇੰਨਾ ਹਿਆ ਨਹੀਂ ਪਿਆ 2 ਜਣੇ ਦੇ, ਤੁਸੀਂ 1.5 ਘੰਟੇ ਜੱਕੜ ਮਾਰ ਕੇ ਪਤਾ ਕੀ ਕਿਹਾ, ਕਿਸੇ ਪਾਸੇ ਗੱਲ ਨਹੀਂ ਲਈ ਵੀ ਮਨਮਤ ਹੈ ਜਾਂ ਨਹੀਂ ਹੈ। ਅਸੀਂ ਪਤਾ ਹੈ ਉਹਨਾਂ ਉਹੀ ਅਕਾਲ ਤਖਤ ਵਾਲੇ ਦੱਸ ਸਕਦੇ ਆ ਵੀ ਉਹ ਕਿਉਂ ਧੋਂਦੇ ਆ। ਹਰਦੇਵ ਸਿੰਘ ਜੰਮੂ ਜੀ, ਜੇ ਤੁਸੀਂ ਸਿੱਧਾ ਕਹਿਣਾ ਹੁੰਦਾ ਨਾ ਇਹ ਮਨਮਤ ਆ, ਸੋਨੂੰ ਵੈਟੀਕਨ ਸਿਟੀ ਦੇ ਜਿਹੜੀ ਚਰਚਾਂ ਦੇ ਵਿੱਚ ਉਹ ਦੁੱਧ ਆਹ ਜਿਹੜੀ ਮਿੱਟੀ ਜਾਂ ਇੱਦਾਂ ਲੇਪ ਕਰਦੇ ਆ, ਪੇਂਟ ਕਰਦੇ ਆ, ਸਾਲ ਬਾਅਦ ਉਹਨੂੰ ਉਹਦੀ ਡੈਕੋਰੇਸ਼ਨ ਵਾਸਤੇ ਜਾਂ ਉਹਨੂੰ ਬਚਾਉਣ ਵਾਸਤੇ ਉਹਦੇ ਸਰਫੇਸ ਨੂੰ ਮਾਰਬਲ ਦੇ ਨੂੰ, ਤੁਹਾਨੂੰ ਇਹ ਜਿਹੀਆਂ ਐਗਜ਼ਾਮਪਲਾਂ ਨਹੀਂ ਦੇਣੀਆਂ ਪੈਣੀਆਂ। ਤੁਸੀਂ ਦੁਨੀਆ ਦਾ ਇਹ ਜੋ ਕਿ ਮਾਰਬਲ ਵਾਲਾ ਜਗ੍ਹਾ ਹੀ ਨਹੀਂ ਛੱਡੀ ਵੀ ਉਹ ਐਂ ਧੋਂਦੇ ਆ, ਉਹਨੂੰ ਐਂ ਧੋਂਦੇ, ਉਹਦੇ ਵਿੱਚ ਵੀ ਉਹ ਮਾੜਾ ਮੋਟਾ ਪੈਂਦਾ ਵਾ। ਰਾਣਾ ਵੀ ਇੱਧਰੋਂ ਦਲੀਲ ਤੇ ਦਲੀਲ ਦੇਈ ਜਾਂਦਾ, ਬਸ ਇੰਨਾ ਠੋਕ ਕੇ ਕਹਿ ਨਹੀਂ ਸਕਿਆ। ਜੰਮੂ ਜੀ ਦੇਖੋ ਉਹ ਕਿਸੇ ਪਰਪਸ ਨਾਲ ਧੋਂਦੇ, ਸਾਲ ਬਾਅਦ ਮੇਨਟੇਨ ਕਰਦੇ ਆ। ਜਿਹੜਾ ਦਰਬਾਰ ਸਾਹਿਬ ਧੋਣਾ ਹੈ ਹੀ ਮਨਮਤ ਹੈ। ਜੇ ਆਪਾਂ ਨੂੰ ਪਤਾ ਹੀ ਨਹੀਂ ਵੀ ਕਿਉਂ ਧੋਂਦੇ ਆ ਤਾਂ ਆਪਾਂ ਨੂੰ ਇਹ ਤਾਂ ਪਤਾ ਨਾ ਵੀ ਧੋਣਾ ਤਾਂ ਗਲਤ ਆ ਨਾ। ਹਰ ਰੋਜ਼ ਉਹਨੂੰ ਕੱਚੀ ਲੱਸੀ ਜਾਂ ਦੁੱਧ ਨਾਲ ਧੋਂਦੇ ਆ, ਕੱਚੀ ਲੱਸੀ ਮਤਲਬ ਦੁੱਧ ਦੀ ਪਾਣੀ ਪਾ ਲੈਂਦੇ ਆ ਵੀ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਤੋਂ ਇੱਕ ਜਿਹੜੀ ਗੱਲ 2 ਮਿੰਟਾਂ ਮੁੱਕ ਸਕਦੀ ਸੀ, ਤੁਸੀਂ 1.5 ਘੰਟਾ ਲਾਦਾ। ਹੁਣ ਦੱਸੋ ਜੇ 1.5 ਘੰਟਾ ਚਲਾ ਕੇ ਉਹਨਾਂ ਨੇ ਨਿਚੋੜ ਕੀ ਕੱਢਿਆ ਤੁਸੀਂ? 0। ਸੋ ਤੋਂ ਇੱਕ ਦੂਜੇ ਨੂੰ ਟੋਕ ਨਹੀਂ ਹੁੰਦਾ। ਤੁਸੀਂ ਪਰੰਪਰਾ ਨੂੰ ਪਾਲਣ ਲਈ ਇੱਥੇ ਤੱਕ ਚਲੇ ਗਏ ਵੀ ਵੈਟੀਕਨ ਸਿਟੀ ਦੀ ਇੱਕ ਚਰਚਾ ਫਲਾਣੇ ਜਗ੍ਹਾ ਇੱਕ ਮਾਰਬਲ ਦਾ ਉਹ ਚ ਮਾੜਾ ਮੋਟਾ ਦੁੱਧ ਪਾ ਕੇ, ਪਰ ਉਹ ਚਲੋ ਕੈਮੀਕਲ ਪਾ ਕੇ ਜਾਂ ਜੋ ਵੀ ਕਰਦੇ ਆ ਨੈਚੁਰਲੀ ਧੋਂਦੇ ਆ, ਸੰਭਾਲ ਕਰਦੇ ਆ 5-5 ਸਾਲ ਬਾਅਦ, ਸਾਲ ਬਾਅਦ। ਤੁਸੀਂ ਇਹ ਨਹੀਂ ਕਿਹਾ ਵੀ ਜੇ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਕਿਉਂ ਕਰਦੇ ਆ, ਤੁਸੀਂ ਕਿਹਾ ਆਪਾਂ ਨੂੰ ਪਤਾ ਕਰਨਾ ਚਾਹੀਦਾ ਵੀ ਟ੍ਰੈਡੀਸ਼ਨ ਚੱਲੀ ਕਿਉਂ ਸੀ। ਆਹ ਤੁਹਾਡੀ ਵਿਦਵਤਾ। ਹੁਣ ਤੁਸੀਂ ਉਹਨੂੰ ਕਹੋ ਮੈਂ 1.5 ਘੰਟਾ ਵੀਡੀਓ ਚਲਾਵਾਂ, 1.5 ਘੰਟਾ ਖਰਾਬ ਕੀਤਾ, ਉਹਦੇ ਵਿੱਚੋਂ ਨਿਕਲਿਆ ਕੁਛ ਨਹੀਂ। ਤੇ ਇੱਕ ਗੱਲ ਹੋਰ, ਅੱਜ ਮੈਨੂੰ ਪ੍ਰੋਗਰਾਮ ਲੱਭਿਆ ਨਹੀਂ ਹੈਗਾ, ਸਾਨੂੰ ਆ ਤਾਂ ਮੈਂ ਸੁਣਾਤੀ ਜਿਹੜੀ ਜਪਜੀ ਸਾਹਿਬ ਵਾਲੀ ਗੱਲ ਹੋਈ ਤੇ ਤੁਸੀਂ ਕਿੱਥੇ ਲੈ ਗਏ। ਉਹ ਚ ਅਗਲੀ ਵਾਰ ਮੈਂ ਚਲਾ ਦੂੰਗਾ, ਕੋਈ ਨਾ, ਅੱਜ ਮੈਂ ਛੋਟੀ ਗੱਲ ਕਰ ਲਾਂ। ਤੁਸੀਂ ਗੱਲ ਕਰਦੇ ਸੀਗੇ ਵੀਡੀਓ ਚੱਲ ਰਹੀ ਹੈ ਭਾਜੀ ਹਰਨੇਕ ਸਿੰਘ ਦੀ ਤੁਹਾਡੀ ਰੇਡੀਓ ਤੇ ਤੁਸੀਂ ਸੁਣ ਰਹੇ ਹੋ, ਲਾਈਵ ਸੁਣ ਰਹੇ ਹੋ, ਕਿਉਂਕਿ ਹੁਣ ਸਾਰਾ ਦਿਨ ਵਿਹਲੇ ਦਿਮਾਗ ਤਿਆਰੀ ਕੀਤੀ ਹੁੰਦੀ ਹੈ ਤੁਹਾਡੀ। ਭਾਜੀ ਕਹਿੰਦੇ ਵੀ ਅਸੀਂ ਸਾਨੂੰ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਨਹੀਂ, ਸਾਨੂੰ ਆਪਦੇ ਫਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਆ। ਹੱਕ ਬਾਏ ਪ੍ਰੋਡਕਟ ਮਿਲਦੇ ਨੇ। ਤਾਂ ਕਿੰਨੀ ਖੂਬਸੂਰਤ ਗੱਲ ਆ ਵੀ ਹੱਕ ਆ ਜਿਹੜੇ ਬਾਏ ਪ੍ਰੋਡਕਟ। ਜੰਮੂ ਜੀ ਤੇਰਾ ਲੈ ਹੱਕ ਬਾਏ ਬਰਥ ਕਿੱਥੋਂ ਮਿਲ ਸਕਦੇ ਆ? ਸ਼ੁਰੂ ਹੋ ਗਏ। ਏਦਾਂ ਨਹੀਂ ਸੋਚਿਆ ਵੀ ਐਡੀ ਵੱਡੀ ਅਸੀਂ ਸਟੇਟਮੈਂਟ ਦੇਣ ਲੱਗੇ ਆ, ਪਹਿਲਾਂ ਸੁਣ ਤਾਂ ਲਈਏ, ਉਹਨੂੰ ਦੁਬਾਰਾ ਵੀ ਚਲਾ ਲਈ, ਫਿਰ ਵੀ ਹੱਕ ਠੀਕ ਆ, ਥੋੜੇ ਬਹੁਤ ਹੱਕ ਬਾਏ ਬਰਥ ਮਿਲਦੀ ਆ, ਬਾਕੀ ਉਸਨੂੰ ਸਟਰਗਲ ਕਰਨੀ ਪੈਂਦੀ ਆ, ਐਂ ਕਰਨਾ ਪੈਂਦਾ, ਐਂ ਕਰਨਾ ਪੈਂਦਾ। ਸਾਰੀ ਦੀ ਵੀਡੀਓ ਕਰਤੀ 10-15 ਮਿੰਟ ਉੱਤੇ ਲਾਤੇ। ਹੁਣ ਜਦੋਂ ਕਿਹਾ ਤਾਂ ਬਾਏ ਪ੍ਰੋਡਕਟ ਆ, ਸੰਦਰਭ ਕੀ ਆ ਤੇ ਤੁਸੀਂ ਕੀ ਸਮਝੇ ਆ? ਫਿਰ ਹੁਣ ਮਤਲਬ ਮੈਂ ਫਸ ਜਾਣਾ ਯਾਰ, ਮੈਨੂੰ ਤੁਹਾਡੀ ਵੀਡੀਓ ਕਰਨੀ ਪੈ ਰਹੀ ਤੇ ਤੁਸੀਂ ਕਹਿੰਦੇ ਤੂੰ ਐਕਸਾਈਟਡ ਕਿਉਂ ਨਹੀਂ, ਢਿੱਲਾ ਜਿਹਾ ਕਿਉਂ? ਜਦੋਂ ਤੂੰ ਗੱਲ ਕਿਹੜੀ ਚੱਲ ਰਹੀ ਉਹਦਾ ਜਵਾਬ ਤੁਸੀਂ ਕੀ ਦਿੰਦੇ ਹੋ? ਉਸ ਤੋਂ ਬਾਅਦ ਜਮਾ ਹੀ ਬਦਲ ਕੇ ਹੋਰ ਜਵਾਬ ਦੇ ਰਹੇ ਹੋ। ਬੰਦਾ ਕਿੱਥੇ ਸਟਾਰਟ ਕਰੇ, ਕਿੱਥੇ ਛੱਡੇ, ਉਹ ਚ ਕੀ ਕੱਢੇ ਕੀ ਪਾਵੇ? ਟੋਟਲ ਹੁਣ ਮੈਂ ਵੀਡੀਓ ਨੂੰ ਕਹਿੰਦਾ ਜੇ ਤੁਹਾਡੇ ਕੋਲ ਨਾ 1 ਘੰਟਾ 19 ਮਿੰਟ ਤੇ 1 ਮਿੰਟ ਦਾ ਇਹਨੂੰ ਗਾਂਹ ਕਰ ਦਿਓ, ਜਦ ਤੱਕ ਮੈਂ ਗੱਲ ਕਰਦਾ ਉੱਥੇ ਚਲਾਇਓ। ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਭਾਜੀ ਗੱਲ ਕਰਦੇ ਆ ਵੀ ਇਹ ਬਦਵਾਨ ਹੁੰਦੇ ਨੇ, ਜੋ ਪਿਛਲੀ ਵਾਰ ਆਏ ਕਹਿੰਦਾ ਨਹੀਂ ਜੀ ਮੈਂ ਬਦਵਾਨ ਨਹੀਂ, ਉਹ ਕਹਿੰਦੇ ਨਹੀਂ ਤੁਸੀਂ ਐ ਨਾ ਕਹੋ, ਆਪਦੇ ਆਪ ਨੂੰ ਸਿਆਣਾ ਮੰਨੋ। ਤੇ ਇਹ ਕੋਈ ਜੰਮੂ ਵਾਲਾ ਹੋਵੇ ਤਾਂ ਉਹ ਵੀ ਮੈਨੂੰ ਦੱਸਦੇ। ਮੈਂ ਸੱਚੀ ਬਹੁਤ ਕੀਨ ਸੀਗਾ, ਕਿਊਰੀਅਸ ਆ ਵੀ ਹਰਦੇਵ ਸਿੰਘ ਜੰਮੂ ਮਤਲਬ ਇਹਨਾਂ ਦਾ ਪ੍ਰੋਫੈਸ਼ਨ ਕੀ ਆ। ਰੀਲੀ ਵਾਂਟ ਟੂ ਨੋ। ਮੈਂ ਕਿੰਨੀ ਵਾਰ ਸਵਾਲ ਕਰ ਚੁੱਕਿਆ ਕਿਉਂਕਿ ਇਹ ਜਿੰਨਾ ਵੀ ਕਿਹੜੇ ਮੁਲਕਾਂ 'ਚ ਘੁੰਮੇ ਆ, ਕਿਉਂਕਿ ਵੈਸਟਰਨ ਵਾਲੇ ਬਹੁਤ ਵੱਡੀਆਂ ਸਟੇਟਮੈਂਟਾਂ ਦਿੰਦੇ ਆ। ਤੇ ਅੱਜ ਤੁਸੀਂ ਸੁਣ ਹੀ ਲੈਣਾ ਪ੍ਰੋਗਰਾਮ। ਮੇਰੀ ਫਿਰ ਗੁਜ਼ਾਰਿਸ਼ ਆ ਜੰਮੂ ਸਾਹਿਬ ਨੂੰ ਤੇ ਰਾਣੇ ਪਰਮਜੋਤ ਨੂੰ ਵੀ ਤੁਸੀਂ ਜਦੋਂ ਅਗਲੀ ਵਾਰ ਨੂੰ ਲੈ ਕੇ ਆਓ ਤਾਂ ਪਲੀਜ਼ ਮਤਲਬ ਸ਼ੁਰੂ 'ਚ ਹੀ ਵੀ ਤੁਸੀਂ ਆਪ ਦੇ ਬਾਰੇ ਥੋੜ੍ਹਾ ਦੱਸੋ, ਤਾਂ ਕਿ ਮੈਨੂੰ ਪਤਾ ਲੱਗੇ ਵੀ ਤੁਸੀਂ ਕਿੱਥੋਂ, ਤੁਹਾਡਾ ਕੀ ਪਰਸਪੈਕਟਿਵ ਆ। ਤੇ ਮੈਂ ਬਹੁਤ ਕੀਨ ਟੂ ਨੋ ਵੀ ਤੁਹਾਡੀ ਮਤਲਬ ਪ੍ਰੋਫੈਸ਼ਨ ਕੀ ਸੀ ਤੁਹਾਡਾ, ਤੁਸੀਂ ਕਿੱਥੋਂ ਰਿਟਾਇਰ ਹੋ ਜਾਂ ਨਹੀਂ ਹੋਇਆ, ਕੀ ਕਰ ਰਹੇ ਹੋ, ਕਿਹੜੇ ਸਬਜੈਕਟ ਆ, ਕੁਛ ਵੀ ਜੋ ਵੀ ਤੁਸੀਂ ਕਰਦੇ, ਜਿਹੜਾ ਵੀ ਕੰਮ ਕਰਦੇ ਹੋ, ਆਈ ਰੀਲੀ ਵਾਂਟ ਟੂ ਨੋ। ਤੇ ਹਾਂਜੀ ਦੇਖੋ ਚਲਾ ਕੇ ਜੀ ਉੱਥੋਂ ਚੱਲਦੀ ਹੈ। ਮੈਂ ਕਰ ਰਿਹਾ ਹਾਂਜੀ। ਦੇਖੋ ਇਹ ਭਾਈ ਸਾਹਿਬ ਜਿਹੜੇ ਵੀ ਹਨ, ਇਹ 2014 ਦੇ ਮੈਂ ਆਰਟੀਕਲ ਦਾ ਦਿੱਤਾ ਜਵਾਬ। ਇਹ ਜਿਹੜਾ ਤਰਕਸ਼ੀਲ ਨੇ ਮੈਨੂੰ ਸਵਾਲ ਚੁੱਕਿਆ ਸੀ, ਮੇਰੇ ਦੋਸਤ ਨੇ, ਮੈਂ ਡੇਟ ਵੀ ਦੱਸ ਦਿੱਤੀ 6 ਅਕਤੂਬਰ 2014। ਉਸਲੇ ਭਾਈ ਸਾਹਿਬ ਹੈ ਨਹੀਂ ਸੀ ਚੀਨ ਦੇ ਵਿੱਚ। ਇੱਕ ਗੱਲ
ਇਹ ਹੁਣ ਗੱਲ ਚੱਲ ਰਹੀ ਹੈ ਵੀ ਕਿਸੇ ਨੇ ਕਮੈਂਟ ਕਰਤਾ ਵੀ ਭਾਈ ਸਾਹਿਬ ਕਰਕੇ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ, ਰਾਈਟ। ਤੇ ਚਲੋ ਉਹ ਤਾਂ ਪਤਾ ਹੀ ਕਿਹੜੇ ਸੰਦਰਭ 'ਚ ਉਹਨਾਂ ਨੇ ਕਿਹਾ ਬਾਬਿਆਂ ਦੀਆਂ ਸਾਧਾਂ ਦੀਆਂ ਸੰਪਦਾਵਾਂ ਦਾ ਲੋਕਾਂ ਦਾ ਔਖਾ ਹੋਇਆ ਪਿਆ ਵਾ, ਵਿਚ ਇਜ਼ ਫੈਕਟ। ਤੇ ਉਹ ਹੁਣ ਜੋ ਰਾਣੇ ਨੇ ਗੱਲ ਕੀਤੀ ਤਾਂ ਉਹ ਕਹਿੰਦਾ ਵੀ ਨਹੀਂ ਹਾਂ ਵੀ ਆਪਾਂ ਵਿੱਚ ਹੀ ਆ। ਉਹ ਫਿਰ ਜੰਮੂ ਜੀ ਦੱਸਣ ਲੱਗੇ ਆ ਵੀ ਮੇਰੀ ਦੁਕਾਨ ਕਿਉਂ ਨਹੀਂ ਬੰਦ ਹੋ ਰਹੀ। ਪਰ ਇੱਥੇ ਗੱਲ ਨਾ ਪਤਾ ਕੀ ਧਿਆਨ ਨਾਲ ਸੁਣਨ ਵਾਲੀ ਆ। ਮੈਂ ਤਾਂ ਬਾਰ-ਬਾਰ ਪੁੱਛ ਰਿਹਾ ਵੀ ਜੰਮੂ ਜੀ ਤੁਸੀਂ ਪਹਿਲਾਂ ਕੀ ਕਰਦੇ ਸੀਗੇ, ਤੁਹਾਡਾ ਪ੍ਰੋਫੈਸ਼ਨ ਕੀ ਸੀਗਾ। ਹੁਣ ਜਿਹਦੇ ਵਿੱਚ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਆ, ਜਦੋਂ ਬੰਦਾ ਜਿਹੜੀ ਸਟੇਟਮੈਂਟ ਦੇਣੀ ਆ ਆਪਦੇ ਬਾਰੇ, ਉਹ 'ਚ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਵੀ ਯਾਰ ਮੈਂ ਤਾਂ ਕੁਛ ਵੀ ਨਹੀਂ ਕਰਦਾ, ਮਤਲਬ ਮੇਰਾ ਤਾਂ ਕੋਈ ਰੋਲ ਹੀ ਹੈ ਨਹੀਂ ਯਾਰ, ਕਿਸੇ ਟੀਮ 'ਚ ਰੋਲ ਹੈ ਨਹੀਂ ਮੇਰਾ ਕੋਈ ਮਕਸਦ ਹੈ ਨਹੀਂ ਗਾ। ਜੇ ਸੁਣਨੇ ਨਾ ਬੰਦਾ ਮਤਲਬ ਸੋਚੇ ਵੀ ਸ਼ਰਮ ਆਵੇ ਬੰਦੇ ਨੂੰ ਵੀ ਯਾਰ ਅੱਛਾ ਨਾ ਤੂੰ ਪਲੇਅਰਾਂ 'ਚ ਨਾ ਤੂੰ ਸਪੇਅਰਾਂ 'ਚ, ਮਤਲਬ ਤੂੰ ਹੈ ਹੀ ਕੁਛ ਵੀ ਹੈ ਨਹੀਂ ਗਾ। ਤੇ ਫਿਰ ਤੂੰ ਕਹਿੰਦਾ ਮੇਰੀ ਗੱਲ ਦਾ ਜਵਾਬ ਢੰਡਰੀ ਵਾਲਾ ਦੇਵੇ ਮੈਨੂੰ, ਤੁਸੀਂ ਫਿਰ ਵੀ ਬਦਵਾਨ। ਹੁਣ ਇਹਦੀ ਦੁਕਾਨ ਨਹੀਂ ਬੰਦ ਹੋ ਰਹੀ ਕਿਉਂਕਿ ਇਹਨੇ ਕਦੇ ਦੁਕਾਨ ਖੋਲੀ ਨਹੀਂ ਨਾ। ਤੇ ਹੁਣ ਸੁਣਿਓ ਵੀ ਇਹਨੇ ਅੱਜ ਤੱਕ ਕੀ ਕੀਤਾ, ਸੁਣ ਲਓ। ਗੁਰੂ ਸਾਹਿਬਾਨ ਦੇ ਖਿਲਾਫ, ਦਰਬਾਰ ਸਾਹਿਬ ਦੇ ਖਿਲਾਫ ਔਰ ਗੁਰੂ ਇਤਿਹਾਸ ਦੇ ਖਿਲਾਫ ਹਮਲਾ ਹੋਣ ਵਾਲਾ ਹੈ। ਮੈਂ 2012 ਵਿੱਚ ਆਰਟੀਕਲ ਲਿਖ ਦਿੱਤਾ ਸੀ ਔਰ ਇਹਦੀ ਕਾਪੀ ਰਾਣਾ ਸਾਹਿਬ ਮੈਂ ਤੁਹਾਨੂੰ ਵੀ ਭੇਜਤੀ ਹੈ, ਮੇਲ ਚੈੱਕ ਕਰ ਲਓ। ਠੀਕ ਹੈ ਜੀ, ਠੀਕ ਹੈ ਜੀ। ਇਹਨਾਂ ਭਾਈ ਸਾਹਿਬ ਨੂੰ ਪੁੱਛੋ ਕਿ ਉਸਲੇ ਮੇਰੀ ਕਿਹੜੀ ਦੁਕਾਨ ਚੱਲ ਰਹੀ ਸੀ ਕਿ ਮੈਂ ਆਰਟੀਕਲ ਲਿਖ ਰਿਹਾ ਸੀ। ਮੈਂ ਤੇ ਨਾ ਕਿਸੇ ਮਿਸ਼ਰੀ ਸੰਸਥਾਨ ਦਾ ਮੈਂਬਰ ਹਾਂ, ਨਾ ਮੈਂ ਕਿਸੇ ਕਲੱਬ ਦਾ ਮੈਂਬਰ ਹਾਂ, ਨਾ ਮੈਂ ਕਿਸੇ ਗੁਰਦੁਆਰੇ ਦੀ ਸੰਸਥਾ ਦਾ ਕੋਈ ਮੈਂਬਰ ਹਾਂ, ਨਾ ਮੈਂ ਪ੍ਰਬੰਧਕਾਂ ਵਿੱਚੋਂ ਹਾਂ, ਨਾ ਮੈਂ ਲੈਕਚਰ ਦੇਣ ਵਾਲਾ, ਤੇ ਨਾ ਮੈਂ ਕੋਈ ਪੁਸਤਕ ਲਿਖ ਰਿਹਾ, ਨਾ ਮੈਂ ਕੋਈ ਮਹਾਨ ਕੋਸ਼ ਲਿਖ ਰਿਹਾ ਐਸਾ, ਨਾ ਕੋਈ ਮੈਂ ਸ਼ਬਦਾਰਥ ਲਿਖ ਰਿਹਾ, ਨਾ ਮੈਂ ਕੋਈ ਟੀਕਾ ਲਿਖ ਰਿਹਾ ਐਸਾ ਕਿ ਜਿਹਦੇ ਵਿੱਚ ਮੈਂ ਇਹ ਸੋਚਾਂ ਕਿ ਭਾਈ ਜੀ ਅੱਗੇ ਨਿਕਲ ਜਾਣਗੇ ਮੇਰੇ ਨਾਲੋਂ ਮੈਂ ਪਿੱਛੇ ਰਹਿ ਜਾਵਾਂਗਾ। ਮੈਨੂੰ ਕਿਸ ਚੀਜ਼ ਦੀ ਤਕਲੀਫ ਹੈ? ਮੇਰਾ ਕਿਹੜਾ ਕੰਪੀਟੀਸ਼ਨ ਹੈ? ਮੇਰੀ ਕਿਹੜੀ ਦੁਕਾਨ ਬੰਦ ਹੋ ਰਹੀ ਹੈ? ਮੈਂ ਜਿਹੜੀ ਗੱਲ ਕਰ ਰਿਹਾ ਹੁਣ ਸੁਣ ਲਿਆ ਜੀ, ਕਹਿੰਦਾ ਨਾ ਮੈਂ ਕਿਸੇ ਸੰਸਥਾ 'ਚ ਹਾਂ, ਨਾ ਮੈਂ ਪ੍ਰਬੰਧਕ ਹਾਂ, ਨਾ ਮੈਂ ਕਿਤਾਬ ਲਿਖਾਂ, ਨਾ ਮੈਂ ਆਹ ਕਰਾਂ, ਨਾ ਮੈਂ ਆਹ ਕਰਾਂ, ਨਾ ਮੈਂ ਆਹ ਕਰਾਂ। ਫਿਰ ਜੰਮੂ ਸਾਹਿਬ ਤੁਸੀਂ ਕਰਦੇ ਕਿ ਉਹ ਮੈਨੂੰ ਜਦੋਂ ਕੋਈ ਬੁਲਾ ਲਵੇ ਮੈਂ ਆਰਟੀਕਲ ਲਿਖ ਦਿੰਦਾ। ਇੱਕ ਮੈਂ 6 ਅਕਤੂਬਰ 2014 ਲਿਖਿਆ, 2012 'ਚ ਮੈਂ ਦੱਸਦਾ ਸੀਗਾ ਵੀ ਅਕਾਲ ਤਖਤ ਤੇ ਜਾਂ ਇੱਦਾਂ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਹੋਣ ਵਾਲਾ। ਤੇ ਹੁਣ ਤੁਸੀਂ ਦੱਸੋ ਵੀ ਹੁਣ ਤੁਸੀਂ ਇੰਨੇ ਵਿਹਲੇ ਹੋ, ਤੁਸੀਂ ਕੁਛ ਨਹੀਂ ਕਰਦੇ, ਨਾ ਸਪੇਅਰਾਂ 'ਚੋਂ ਨਾ ਪਲੇਅਰਾਂ 'ਚੋਂ। ਤੁਹਾਡੀਆਂ ਗੱਲਾਂ ਦਾ ਜਵਾਬ ਤੁਸੀਂ ਇੱਦਾਂ ਕਿੱਦਾਂ ਮੰਗਦੇ ਹੋ? ਜਿਹੜੇ ਮਤਲਬ ਜੇ ਬੰਦਾ ਇਹ ਕਹਿ ਸਕਦਾ ਆ ਵੀ ਮੈਂ ਉਸ ਟੀਮ ਦਾ ਹਿੱਸਾ ਹਾਂ, ਮੇਰਾ ਆਹ ਮਕਸਦ ਆ ਜਾਂ ਵੀ ਮੈਂ ਆਹ ਕੰਟਰੀਬਿਊਟ ਕਰਦਾ, ਰਾਈਟ। ਕੰਟਰੀਬਿਊਸ਼ਨ ਕੁਆਂਟੀਟੀ ਦੇ ਹਿਸਾਬ ਨਾਲ ਨਹੀਂ ਹੁੰਦੀ, ਰਾਈਟ। ਜਿੰਨੀ ਜਿਹੜੀ ਸਮਰੱਥਾ ਜੋ ਵੀ ਕੰਟਰੀਬਿਊਟ ਕਰਦਾ, ਕੁਛ ਤਾਂ ਕਰਦਾ ਨਾ ਬੰਦਾ। ਜੰਮੂ ਸਾਹਿਬ ਤੁਸੀਂ ਕੁਛ ਵੀ ਨਹੀਂ ਕੀਤਾ ਅਜੇ ਤੱਕ, ਤੇ ਤੁਸੀਂ ਕਹਿੰਦੇ ਸਾਨੂੰ ਸਿਰ ਤੇ ਬਿਠਾ ਲਿਆ ਜੇ ਬਦਮਾਨ। ਤੁਹਾਡੀ 15-20 ਮਿੰਟ ਲਗਾਤਾਰ ਕੋਈ ਗੱਲ ਕਰਨੀ ਹੋਵੇ ਤੁਸੀਂ ਤੇ ਭੁੱਲ ਹੀ ਜਾਂਦੇ ਵੀ ਗੱਲ ਸਵਾਲ ਕੀ ਪੁੱਛਿਆ ਸੀ ਤੁਹਾਨੂੰ। ਹੁਣ ਜਿਹੜੀ ਗੱਲ ਅੱਜ ਮੈਂ ਚਲਾਈ ਆ ਏਦਾਂ ਹੀ ਦੂਜੀ ਬਾਏ ਬਰਥ ਵਾਲੀ ਆ, ਫਿਰ ਉਹ ਗੱਲਾਂ ਦਾ ਜਵਾਬ ਕੌਣ ਦੇਵੇ? ਪਰ ਹੁਣ ਮੈਂ ਫੇਰ ਰਿਪੀਟ ਕਰਦਾ, ਤੁਸੀਂ ਗਾਂ ਤੋਂ ਆਉਣਾ ਆਉਂਦੇ ਸਾਰ ਪਹਿਲਾਂ ਰਾਣੇ ਦੇ ਪ੍ਰੋਗਰਾਮ 'ਚ ਦੱਸਣਾ ਜੀ ਮੈਂ ਇੱਦਾਂ ਹਰਦੇਵ ਸਿੰਘ ਜੰਮੂ, ਮੈਂ ਆਹ ਮੇਰੀ ਕੁਆਲੀਫਿਕੇਸ਼ਨ ਆ, ਆਹ ਮੇਰਾ ਪ੍ਰੋਫੈਸ਼ਨ ਰਿਹਾ ਵਾ, ਤੇ ਆਹ ਮੈਂ ਕੰਟਰੀਜ਼ ਘੁੰਮ ਕੇ ਆਇਆ ਵਾ, ਮੈਂ ਦੇਖਿਆ ਲੋਕਾਂ ਨੂੰ, ਤਾਂ ਕਿ ਮੈਨੂੰ ਆਈਡੀਆ ਹੋ ਜੇ। ਇਹ ਮਤਲਬ ਜ਼ਰੂਰ ਆਪਦੀ ਇੰਟਰੋਡਕਸ਼ਨ ਜ਼ਰੂਰ ਕਰਾਇਓ। ਤੇ ਫਿਰ ਜਦੋਂ ਟੌਪਿਕ ਸਿਲੈਕਟ ਹੋ ਗਿਆ ਪਹਿਲਾਂ ਹੀ ਦੱਸ ਦਿਓ ਵੀ ਅੱਜ ਆਹ ਟੌਪਿਕ ਦੀ ਗੱਲ ਕਰਨੀ ਹੈ। ਜਿਹੜੀ ਦੁੱਧ ਨਾ ਧੋਣ ਵਾਲਾ ਫਰਸ਼ ਸੀਗਾ ਉਹਦੀ ਜਿਹੜੀ ਤੁਸੀਂ 1.5 ਘੰਟਾ ਘੜੀ ਕੋਲੀ ਹੋ ਜਾਣਾ ਹੋਵੇ, ਮਾੜਾ ਮੋਟਾ ਹੋਵੇ, ਤਾਂ ਕਿ ਥੋੜਾ ਜਿਹਾ ਗਾਂ ਉੱਚਾ ਹੋਵੇ ਨਾ, ਥੋੜਾ ਜਿਹਾ ਵੀ ਕੁਝ ਕਰ ਸਕੀਏ, ਤੁਹਾਡੇ ਬਾਰੇ ਡਿਸਕਸ਼ਨ ਹੋ ਸਕੇ। ਏਦਾਂ ਬਹੁਤ ਔਖਾ ਜੀ, ਜਾਂ ਤੁਸੀਂ ਮਤਲਬ ਗੱਲ ਦਾ ਜਮੇ ਸੰਦਰਭ ਤੋਂ ਤੋੜ ਕੇ ਬਦਲ ਕੇ ਗੱਲ ਕਰਤੀ, ਉਹਦਾ ਹੁਣ ਕੀ ਜਵਾਬ ਦੇ? ਦੁਨੀਆ ਨੇ ਤਾਂ ਦੋਨੇ ਪੱਖ ਸੁਣੇ ਹੋਏ ਆ। ਹੁਣ ਜਿਹੜਾ ਬੰਦਾ ਇੱਥੋਂ ਜਾ ਕੇ ਸਾਡੇ ਇੱਥੇ ਵਾਲਿਆਂ ਦੇ 2014 'ਚ ਬਹਿ ਗਿਆ, ਫਿਰ ਗੋਲਡੀ ਦੇ ਜਾ ਕੇ ਬਹਿ ਗਿਆ, ਫਿਰ ਬਲਰਾਜ ਦੇ ਜਾ ਕੇ ਬਹਿ ਗਿਆ, ਹੁਣ ਤੂੰ ਕੱਲ ਨੂੰ ਉਹਨੂੰ ਸੱਦਣ ਲੱਗਿਆ ਹੈ। ਇੱਕ ਜੂਠਾ ਇੱਥੋਂ, ਦੂਜਾ ਜੂਠਾ ਸਾਡੇ ਇੱਥੇ, ਤੀਜਾ ਗੋਲਡੀ ਦੇ, ਚੌਥਾ ਸਾਡੇ ਫੇਰ ਆਇਆ, ਪੰਜਵਾਂ ਬਲਰਾਜ ਦੇ, ਤੂੰ 6ਵੀਂ ਵਾਰ ਝੂਠ ਚੱਟਣ ਲੱਗਿਆ ਹੈ। ਤੇ ਤੁਸੀਂ ਵਿਰੋਧ ਕਰਨਾ ਰੇਡੀਓ ਵਾਲਿਆਂ ਦਾ, ਸ਼ਰਮ ਨਹੀਂ ਹੁੰਦੀ? ਨਹੀਂ ਝੂਠ ਚੱਕਦੇ ਹਨ। ਮੈਨੂੰ ਨਾ ਇੱਥੇ ਯਾਦ ਆਈ ਸੀ, ਸਟੂਡੀਓ 'ਚ ਬੈਠ ਕੇ ਪ੍ਰੋਗਰਾਮ ਕੀਤਾ ਮੈਂ ਤੇ ਭਾਜੀ ਨੇ, ਤੇ ਭਾਜੀ ਨੇ ਮੈਂ ਬੈਠਦਾ ਸੀ, ਮੇਰਾ ਮਤਲਬ ਇੱਥੇ ਉਦਾਂ ਤੁਹਾਡੇ ਨਾਲ ਜਦੋਂ ਆ ਇਹਨਾਂ ਵਿਦਵਾਨਾਂ ਦੀ ਗੱਲ ਚੱਲਦੀ ਨਾ, ਉਦੋਂ ਨਹੀਂ ਦਿਮਾਗ ਦਾ ਕੋਈ ਜ਼ੋਰ ਲੱਗਦਾ। ਪਰ ਮੈਂ ਇੱਥੇ 3 ਘੰਟੇ ਪ੍ਰੋਗਰਾਮ ਕਰਕੇ ਫਿਰ ਪ੍ਰੋਗਰਾਮ ਪਾ ਕੇ ਘਰ ਨੂੰ ਜਾਂਦਾ ਹੁੰਦਾ ਸੀ ਕੰਪਿਊਟਰ ਸਿਸਟਮ ਦੇ ਵਿੱਚ। ਤੇ ਜਿੱਦਣ ਕਾਲਾਂ ਨਾ ਆਉਣੀ ਨਾ, ਜੇ ਭਾਜੀ ਨੇ ਗੱਲ ਕਰਦੇ ਰਹਿਣਾ ਮੇਰਾ ਦਿਮਾਗ ਥੱਕ ਜਾਂਦਾ ਸੀ। ਇੰਨੀ ਹਾਈ ਕੰਸਨਟਰੇਸ਼ਨ ਦੇ ਵਿੱਚ ਮੈਂ ਸੁਣਦਾ ਸੀ
ਕਿ ਗੱਲ ਸਕਿਪ ਨਾ ਹੋ ਜੇ। ਫਿਰ ਵੀ ਮੌਕਾ ਦੇ ਕੇ ਕਿਤੇ ਗੱਲ ਨਹੀਂ ਸਮਝਣੀ ਤਾਂ ਮੈਂ ਪੁੱਛਣਾ, ਜਿੰਨੀ ਮਰਜ਼ੀ ਨਿੱਕੀ ਗੱਲ ਆ ਮੈਂ ਪੁੱਛਣਾ ਭਾਈ ਆਹ ਗੱਲ ਕਿੱਦਾਂ ਫਿਰ, ਤੇ ਉਹਨਾਂ ਮੈਨੂੰ ਸਾਰੀ ਗੱਲ ਫਿਰ ਦੱਸਣੀ। ਅਸੀਂ ਇੱਥੋਂ ਨਿਕਲੇ ਆ ਪ੍ਰੋਗਰਾਮ ਕਰਕੇ, ਭਾਜੀ ਬਾਕੀ ਨੂੰ ਤਾਂ ਪਤਾ ਹੀ ਹੋਣਾ, ਤੇ ਇੱਥੇ ਮੁੰਡੇ ਆਏ ਮਿਲਣ, ਕਹਿੰਦੇ ਅੱਜ ਮੁੰਡਿਆਂ ਨੇ ਮਿਲਣ ਨਾ ਆਏ। ਉਹ ਆਏ ਸੀ ਕਿਸੇ ਨਾਲ ਰੁੱਸ ਕੇ, ਉਹਨਾਂ ਦੀ ਕਿਸੇ ਨਾਲ ਲੜਾਈ ਹੋ ਗਈ, ਵਿਰੋਧ ਹੋ ਗਿਆ, ਲੜਾਈ ਨਾਟ ਫਿਜ਼ੀਕਲ, ਵਿਰੋਧ ਹੋ ਗਿਆ ਚਲੋ ਕਿਸੇ ਨਾਲ। ਉਹ ਇੱਥੇ ਆਏ ਜਿਵੇਂ ਤੁਹਾਡੇ ਕੋਲ ਤੁਰੇ ਫਿਰਦੇ ਆ ਤੁਸੀਂ ਇੱਕ ਦੂਜੇ ਦੇ ਵਿੱਚ। ਉਹ ਆਏ ਤੇ ਭਾਜੀ ਨੂੰ ਕਹਿਣ ਲੱਗੇ ਵੀ ਇਦਾਂ ਕਰਕੇ, ਤੇ ਭਾਜੀ ਕਹਿੰਦੇ ਦੇਖੋ ਜੀ ਠੀਕ ਆ ਉਹ ਸਾਡੇ ਵਿਰੋਧੀ ਨੇ, ਤੁਹਾਡੀ ਪ੍ਰੋਬਲਮ ਉਹਨਾਂ ਨਾਲ ਆ, ਤੁਸੀਂ ਆਸ ਵਿੱਚ ਹੀ ਨਹੀਂ ਜੱਟੋ, ਸਾਡਾ ਹੈਗਾ ਕਨਫਲਿਕਟ ਆਫ ਇੰਟਰਸਟ, ਅਸੀਂ ਤੁਹਾਡੀ ਗੱਲ ਨਹੀਂ ਦੱਸ ਸਕਦੇ। ਤੇ ਗੱਲ ਉੱਥੇ ਮੁੱਕ ਗਈ। ਤੁਸੀਂ ਤਾਂ ਜਿਹਨੂੰ ਯਾਰ ਕੋਈ ਮਤਲਬ ਜਾਣਦਾ ਨਹੀਂ ਪਛਾਣਦਾ ਨਹੀਂ, ਮਾੜਾ ਕਹਿ ਦੇ ਵੀ ਹਰਨੇਕ ਸਿੰਘ ਦੇ ਖਿਲਾਫ ਮੈਂ ਬੋਲੂੰਗਾ, ਮਤਲਬ ਕਿੱਦਾਂ ਭੱਜੇ ਫਿਰਦੇ ਹੋ, ਬਾਜੇ ਫਿਰਦੇ ਇੱਕ ਦੂਜੇ ਦੇ ਵਿੱਚ। ਜਿਹੜਾ ਕਹਿੰਦੇ ਨਾ ਵੀ ਵਿਰੋਧੀ ਦਾ ਵਿਰੋਧੀ ਤੁਹਾਡਾ ਦੋਸਤ ਹੁੰਦਾ, ਇਹ ਪਾਸ਼ਾ ਨੇ ਨਹੀਂ ਸਿਖਾਇਆ। ਉਹ ਕਹਿੰਦਾ ਮੇਰਾ ਵਿਰੋਧੀ ਮੈਂ ਦੱਸੂਗਾ, ਮੇਰਾ ਦੋਸਤ ਉਹ ਵੀ ਮੈਂ ਦੱਸੂਗਾ। ਏਦਾਂ ਨਹੀਂ ਹੈਗਾ, ਕਿਉਂਕਿ ਮੇਰਾ ਕਿਸੇ ਨਾਲ ਵਿਰੋਧ ਆ ਤੇ ਤੇਰਾ ਵੀ ਉਹਨਾਂ ਵਿਰੋਧ ਆ, ਤੇ ਤੂੰ ਚੱਲ ਕੇ ਸਾਡੇ ਅੰਦਰ ਆ ਜਾ। ਜਾਂ ਜਿੱਦਾਂ ਆਹ ਗਿਆਨੀ ਰਣਜੋਤ ਸਿੰਘ ਨਾ ਅੰਗਰੇਜ਼ੀ 'ਚ ਕਹਾਵਤ ਆ, ਤੇ ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਉਹ ਜਿਹੜਾ ਆਹ ਨੇ ਵੀਡੀਓ ਪਾਈ ਤਰਸੇਮ ਹੋਣੀ, ਉਹ ਢਾਡੀ ਉਹ ਕਿਆ ਯਾਰ ਉਹਦਾ ਨਾਂ ਜਿਹਨੇ ਪਿੱਛੇ ਜੇ ਅੰਦਰ ਕਹਿੰਦੇ ਮੈਨੂੰ ਢੱਡੀਆਂ ਵਾਲੇ ਨੇ ਚਕਾਤਾ, ਮਾਨ ਢਾਡੀ। ਅੱਜ ਜਿਹੜੀ ਮੈਂ ਵੀਡੀਓ ਸੁਣੀ, ਪਹਿਲਾਂ ਮੇਰਾ ਇਰਾਦਾ ਸੀ ਜੇ ਆਪਣਾ 18+ ਪ੍ਰੋਗਰਾਮ ਆ ਮੈਂ ਚਲਾ ਦਿਆਂ ਉੱਥੇ, ਜਿਹੜੀ ਉਹਨੇ ਗਾਲ ਬਾਹੀ ਆ ਉਹ ਗੁਰਿੰਦਰ ਸਿੰਘ ਰਿਲੇਟਡ ਕੋਈ ਗੱਲ ਹੋ ਗਿਆ ਉਹਨਾਂ ਵਿੱਚ ਗੱਲ, ਮਤਲਬ ਹੋਪਫੁਲੀ ਬੱਚੇ ਨਾ ਹੋਣ, ਮੈਂ ਗੱਲ ਸੁਣਿਓ। ਉਹ ਕਹਿੰਦਾ ਮਤਲਬ ਬਾਂਹ ਕਰਕੇ, ਕਹਿੰਦਾ ਕਰਕੇ ਹੱਥ ਵਿੱਚ ਖੋਲ ਦੇਣਾ ਤੇਰੇ ਮੈਂ, ਜੇ ਨਾ ਖੋਲਿਆ ਕਹਿੰਦਾ ਮੈਨੂੰ 6ਵੇਂ ਪਾਤਸ਼ਾਹ ਹਰਗੋਬਿੰਦ ਦਾ ਪੁੱਤ ਨਾ ਆਖੀ। ਮਤਲਬ ਢਾਡੀਆਂ 6ਵੇਂ ਪਾਤਸ਼ਾਹ ਚੱਲਿਆ, ਆਹ ਉਹਦੀ ਕਸਵੱਟੀ ਹੈ ਜਿਹਨੂੰ ਲੋਕੀ ਸਰਾਂ ਤੇ ਚੱਕੀ ਫਿਰਦੇ ਸੀਗੇ। ਉਹ ਇੱਕ ਹੋਰ ਜਿਹੜਾ ਵੀ ਉਹ ਸੰਧੂ ਆ ਕੋਈ ਨਾ, ਮਤਲਬ ਮੈਂ ਹੌਲੀ ਹੌਲੀ ਗੱਲਾਂ ਸਮਝ ਆਉਂਦੀਆਂ ਨਾ, ਇਹ ਬਈ ਤੁਸੀਂ ਟੋਕਤਾ ਹੈ ਨਾ, ਬੰਦਾ ਕੋਈ ਆਪਦਾ ਏਜੰਡਾ ਲੈ ਕੇ ਆਇਆ, ਉਹਨੂੰ ਪੁਸ਼ ਕਰਨਾ ਚਾਹੁੰਦਾ, ਤੁਸੀਂ ਨਹੀਂ ਅਸੈਪਟ ਕੀਤਾ, ਤੁਹਾਡਾ ਆਪਦਾ ਮਕਸਦ ਕੋਈ ਜੁੜਦਾ ਨਹੀਂ ਜੁੜਦਾ, ਦੈਟਸ ਫਾਈਨ। ਉਹ ਬੰਦਾ ਇੱਥੋਂ ਗਿਆ ਸਿੱਧਾ ਏਕ ਨੂਰ ਰੇਡੀਓ ਵਾਲਿਆਂ ਦੇ ਹਨਾ, ਫਿਰ ਕਿੱਧਰੇ ਗੋਲਡੀ ਕੋਲੇ, ਕਿੱਧਰੇ ਰਾਣੇ ਕੋਲੇ, ਕੋਈ ਮੈਂ ਕਹਿੰਦਾ ਵੀ ਰੇਡੀਓ ਨਹੀਂ ਛੱਡਿਆ ਹੋਣਾ ਜਿੱਥੇ ਉਹ ਜਾ ਕੇ ਨਹੀਂ ਕਰਦਾ। ਤੁਸੀਂ ਸਾਰੇ ਉਹਨੂੰ ਚਾਰਾਂ ਚੱਕੀ ਫਿਰਦੇ ਹੋ। ਸੋ ਦੱਸਿਆ ਤਾਂ ਹੈਗਾ ਉਹ ਸਿੱਟੇ ਹੋਏ ਨੱਕ ਨਾਲੋਂ ਪੂੰਝ ਕੇ ਜੂਠੇ ਕਰਕੇ ਛੱਡੇ, ਤੁਸੀਂ ਉਹਨਾਂ ਨੂੰ ਚੱਕੀ ਜਾਂਦੇ। ਚਾਹੀਦਾ ਬੰਦਾ ਲਿਆ ਕਰੋ, ਆਪਦੀ ਗੱਲ ਕਰੋ, ਤੁਸੀਂ ਤੁਹਾਡੇ ਚ ਕਿਹੜਾ ਕੋਈ ਕਮੀ ਹੈ, ਤੁਸੀਂ ਗੱਲ ਕਰੋ ਆਪਦੀ। ਤੂੰ ਕਹਿ ਵੀ ਮੈਨੂੰ ਮੇਰਾ ਇਰਾਦਾ ਸੀ ਪੋਲੀਟੀਕਲ ਪਾਰਟੀ ਬਣਾਉਣ ਦਾ ਰਹਿਣਾ ਆ, ਮੈਂ ਮੇਰੇ ਕੋਲ ਏਜੰਡਾ ਸੀਗਾ, ਨਹੀਂ ਮੰਨੇ, ਮੇਰਾ ਤਾਂ ਇੰਨਾ ਕੁ ਵਿਰੋਧ ਆ ਬਸ। ਉਦੋਂ ਬਾਅਦ ਉਹਨੂੰ ਸੌਖਾ ਹੋ ਜੂ ਗੱਲ ਕਰਨੀ। ਚਲੋ ਆਪਾਂ ਇਦਾਂ ਕਰਦੇ ਹਾਂ ਜੀ, ਆ ਤਾਂ ਹੋ ਗਿਆ ਉਹਨਾਂ ਦਾ। ਤੇ ਹੁਣ ਮੈਂ ਕਿਉਂਕਿ ਦੋਨੇ ਗੱਲਾਂ ਨਾ 84 ਦੇ ਸੰਦਰਭ ਦੇ ਵਿੱਚ ਆ, ਤੇ ਉਹ ਤਾਂ ਚਲ ਭਾਜੀ ਗੱਲ ਕਰਦੇ ਹੁੰਦੇ, ਮੇਰਾ ਨਹੀਂ ਹੈਗਾ, ਪਰ ਮੈਂ ਸਿੰਪਲ ਕਿ ਦੋ ਗੱਲਾਂ ਮੈਂ ਤੁਹਾਨੂੰ ਰਿਲੇਟ ਕਰਾ ਕੇ ਦਿਖਾਉਣੀਆਂ। ਪਹਿਲਾਂ ਤੁਸੀਂ 5 ਮਿੰਟ ਤੋਂ ਉਹਦੀ ਚਲਾ ਦਿਓ ਆਪਣੇ ਜਿੰਦ ਬਡਾਲੀ ਦੀ ਵੀਡੀਓ, ਉਹ ਮਤਲਬ 10 ਮਿੰਟ ਦੀ, ਉਹ ਮੈਂ 5 ਮਿੰਟ ਹੀ ਚਲਾਇਆ। ਜਿਹੜਾ ਮੇਨ ਕੰਸਰਨ ਆਪਾਂ ਉਹ ਕੋਈ ਸ਼ਿਵ ਸੈਨਾ ਵਾਲਿਆਂ ਨਾਲ ਕੋਈ ਹੈਗਾ ਚੱਕਰ ਚੱਲ ਰਿਹਾ, ਉਹਨਾਂ ਨੇ ਵੀ ਬਿਆਨ ਬੂਨ ਦਿੱਤਾ, ਭਾਨੂੰ ਪ੍ਰਤਾਪ ਸਿੰਘ ਜੋ ਵੀ ਆ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਮੈਨੂੰ ਹੁਣ ਪਤਾ ਲੱਗਿਆ ਵੀ ਅਸੀਂ ਕਿਹਨਾਂ ਦੇ ਪੁੱਤ ਆ, ਇਹ ਹੁਣ ਦੱਸਣ ਲੱਗਿਆ ਆਪਾਂ ਨੂੰ। ਜੇ ਤੁਸੀਂ 5 ਮਿੰਟ ਤੋਂ ਚਲਾ ਦਿਓ ਜੀ। ਪਹਿਲਾਂ ਮੈਂ 1 ਮਿੰਟ ਸਰੋਤੇ ਲੈ ਲਿਆ, ਤੁਸੀਂ ਜਾਨੂੰ ਪੌਜ਼ ਕਰ ਲਿਓ। ਸਵਾਗਤ ਹੈ ਤੁਹਾਡਾ 07। ਹੈਲੋ, ਹਾਂਜੀ ਭਾਜੀ, ਮੈਂ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਦੁਬਾਰਾ ਆ ਗਿਆ ਭਾਜੀ, ਮੈਂ ਨਾ ਉਹ ਵੀਡੀਓ ਚੱਲੀ ਨਹੀਂ ਸੀ ਪੂਰੀ ਭਾਜੀ, ਹੁਣ ਉਦੋਂ ਗੱਲ ਮੈਂ ਤਾਂ ਕਰਕੇ ਉਹਨਾਂ ਵਿੱਚ ਛੱਡਤੀ, ਸਕਿਪ ਕਰਤੀ। ਉਹਨਾਂ ਇੱਕ ਪੰਕਤੀ ਦਾ ਵੀ ਜ਼ਿਕਰ ਕੀਤਾ ਸੀ, ਉਹ ਮੈਂ ਸੁਣਿਆ ਪ੍ਰੋਗਰਾਮ। ਅੱਛਾ ਜੀ। ਜਿਹੜਾ ਇਹਨਾਂ ਕੀਤਾ ਵਾ ਜੰਮੂ ਨਾ ਸੋਚੇ ਸੋਚਣਾ ਹੋਈ ਹਨਾ, ਉਹਦੇ ਬਾਰੇ ਕੀਤਾ ਸੀ। ਤੇ ਭਾਜੀ ਮੈਨੂੰ ਇੱਕ ਗੱਲ ਲੱਗਦੀ ਆ ਵੀ ਇਹ ਗੁਰੂ ਸਾਹਿਬ ਨਾਲ ਨਹੀਂ ਚੱਲ ਰਹੇ, ਗੁਰੂ ਸਾਹਿਬ ਦੇ ਉਲਟ ਚੱਲ ਰਹੇ ਜਿੱਦਾਂ। ਹਾਂਜੀ। ਉਹ ਕਹਿ ਰਿਹਾ ਨਾ ਵੀ ਹਜੇ ਵੀ ਸਾਰਾ ਕੁਝ ਹੁੰਦਾ, ਇਸ਼ਨਾਨ ਵੀ ਹੁੰਦੇ, ਸਾਰਾ ਕੁਝ ਹੁੰਦਾ ਹਨਾ। ਤੇ ਜੇ ਗੁਰਬਾਣੀ ਦੇ ਹਿਸਾਬ ਨਾਲ ਵੇਖੇ, ਗੁਰੂ ਸਾਹਿਬ ਨੇ ਤੇ ਆਪਾਂ ਨੂੰ ਉਦੋਂ ਹੀ ਕਹਿਤਾ ਵੀ ਸੋਚਿਆ ਸੋਚਣੀ ਹੋਵੇ, ਇਸ਼ਨਾਨਾਂ ਦਾ ਮਤਲਬ ਵੀ ਇਹਦਾ ਕੋਈ ਉਹ ਫਰਕ ਨਹੀਂ ਪੈਂਦਾ ਹਨਾ। ਇਹ ਗੱਲ
ਉਹ ਗੱਲ ਇਹ ਸਕਿਪ ਕਰ ਗਏ ਜਿੱਦਾਂ ਸੋਚਣਾ। ਮੈਨੂੰ ਇਸ ਗੱਲ ਤੋਂ ਇਹ ਲੱਗਦਾ ਵੀ ਇਹ ਗੁਰੂ ਸਾਹਿਬ ਦੇ ਨਾਲ ਨਹੀਂ ਚੱਲ ਰਹੇ। ਗੁਰੂ ਸਾਹਿਬ ਨੇ ਤੇ ਉਹਨੂੰ ਉਦੋਂ ਹੀ ਰਿਜੈਕਟ ਕਰਤਾ ਵੀ ਇਹ ਤੀਰਥ ਇਸ਼ਨਾਨਾਂ ਦਾ ਜਿੱਦਾਂ ਫਾਇਦਾ ਨਹੀਂ ਕੋਈ, ਹਨਾ। ਹਾਂਜੀ, ਉਹ ਫਿਰ ਏਦਾਂ ਨਾ ਉਹ ਉਹਨਾਂ ਨੇ ਸਥਾਪਤੀ ਦੇ ਨਾਲ ਖੜਨਾ। ਹੁਣ ਮਤਲਬ ਉਹ ਜਿਹੜੇ ਭਾਈ ਗੱਲ ਸੁਣਾਉਂਦੇ ਚਣਾ ਵਾਲੀ ਜਿਹੜੀ ਪ੍ਰਚਾਰਕ ਜਾਂ ਜਿਹੜੇ ਵੀ ਇਸ ਫੀਲਡ ਦੇ ਵਿੱਚ ਹੈਗੇ ਆ ਚਾਹੇ ਸਾਡੇ ਵਿਦਵਾਨ ਨੇ, ਉਹ ਕਹਿੰਦੇ ਵੀ ਅਸੀਂ ਤਾਂ ਖੂਨ ਮਤਲਬ ਮੱਝ ਦੁੱਧ ਨਹੀਂ ਦੇ ਰਹੀ, ਹਨਾ। ਫਿਕਰ ਤਾਂ ਉਹਨੂੰ ਆ ਜ਼ਿਮੀਦਾਰ ਨੂੰ ਜਿਹੜਾ ਵਿਚਾਰਾ ਪੱਠੇ ਪਾਉਂਦਾ, ਮਿਹਨਤ ਕਰਦਾ, ਉਹਨੂੰ ਦਿਨ ਰਾਤ ਨਮਾਉਂਦਾ ਧਮਾਉਂਦਾ, ਸਿੰਘਾਂ ਨੂੰ ਕਾਲਾ ਕੂਲਾ ਤੇਲ ਲਾਉਂਦਾ, ਚਮਕਾਉਂਦਾ ਉਹਨੂੰ, ਹਨਾ। ਹਾਂਜੀ ਹਾਂਜੀ, ਜੇ ਦੁੱਧ ਘਟੂਗਾ ਤਾਂ ਉਹਨੂੰ ਫਿਕਰ ਪੈਣਾ, ਉਹਨੂੰ ਫਿਕਰ ਪੈਣਾ ਉਹਨੂੰ। ਇਹ ਤਾਂ ਇਹ ਕਹਿੰਦੇ ਲੈ ਦੱਸ ਯਾਰ ਅਸੀਂ ਕੀ ਕਹਿੰਦੇ ਆ, ਅਸੀਂ ਨਾ ਦੁੱਧ ਪੀਏ ਮੱਝ ਦਾ, ਹੈ ਤੂੰ ਸਾਡੇ ਬਾਰੇ ਕਾਹਦੇ ਲਈ ਗੱਲ ਕਰਦੇ? ਅਸੀਂ ਤਾਂ ਖੂਨ ਪੀਨੇ ਆ, ਅਸੀਂ ਤਾਂ ਦੁੱਧ ਨੂੰ ਟੱਚ ਨਹੀਂ ਕਰਦੇ। ਬਿਲਕੁਲ ਭਾਜੀ ਬਿਲਕੁਲ, ਜਪਜੀ ਸਾਹਿਬ ਦੇ ਫਿਰ ਬਿਲਕੁਲ ਉਲਟ ਚੱਲ ਰਹੇ ਆ ਇਹ। ਉਹ ਨਹੀਂ ਉਦਾਂ ਨਹੀਂ ਹੈਗਾ, ਕਿਉਂਕਿ ਜਿਹੜਾ ਬੰਦਾ ਵਿਰੋਧ ਚ ਹੁੰਦਾ ਨਾ ਉਹਨੂੰ ਨਹੀਂ ਕੋਈ ਫਰਕ ਪੈਂਦਾ ਹੁੰਦਾ ਵੀ ਉਹ ਕਿਹਦਾ ਸਹਾਰਾ ਲੈ ਰਿਹਾ। ਉਹਨੂੰ ਐ ਲੱਗਦਾ ਹੁੰਦਾ ਵੀ ਜੇ ਮੈਂ ਤੈਨੂੰ ਢਾਉਣਾ ਮੈਨੂੰ ਕੁਝ ਮਿਲ ਜੇ, ਜਿਹੜਾ ਮਰਜ਼ੀ ਚੀਜ਼। ਹੁਣ ਜਿਹੜੇ ਬੰਦੇ ਦੇਖਿਆ ਹੁਣ ਜਦੋਂ ਬੰਦਾ ਕਿਸੇ ਗੱਡੀ ਤੇ ਜਾਂ ਕੋਈ ਗੁੱਸੇ ਚ ਆਇਆ ਹੁੰਦਾ ਉਹਦੇ ਹੱਥ ਜਿਹੜੀ ਚੀਜ਼ ਹੁੰਦੀ ਉਹੀ ਮਾਰਦਾ ਚੱਕ ਕੇ। ਉਹ ਐਂ ਥੋੜਾ ਕਹਿੰਦਾ ਵੀ ਜੇ ਮੈਂ ਆਹ ਪਲਾਸਟਿਕ ਦੀ ਬੋਤਲ ਮਾਰੀ ਇਹਦੇ ਨਾਲ ਸ਼ੀਸ਼ਾ ਨਹੀਂ ਟੁੱਟਣਾ, ਜਾਂ ਆ ਮੈਂ ਰੋੜਾ ਮਾਰਿਆ ਨਾ ਕਿਹੜਾ ਕੰਧ 'ਚ ਗਲੀ ਹੋ ਜਾਣੀ ਆ। ਉਹ ਫਿਰ ਜੋ ਕਰਨਾ ਚਾਹੁੰਦਾ ਬਸ ਵੀ ਮੈਂ ਢਾਉਣਾ, ਮੈਂ ਇਹਦਾ ਮਾਰਨਾ, ਇਹਨਾਂ ਦੇ ਹੋਰ ਕੁਝ ਨਹੀਂ, ਆਪਦਾ ਕੁਝ ਨਹੀਂ ਬਣਾਉਣਾ ਉਹਨਾਂ ਨੇ। ਉਹ ਇਸ ਪੱਖ ਚੱਲਦੇ। ਚਲੋ ਠੀਕ ਹੈ ਵੀਰੇ, ਮੇਰੇ ਨਾਲ ਗੱਲ ਸਰੋਤੇ ਦੂਜੇ ਪਾਸੇ ਵੀ ਉਹਨਾਂ ਨੇ ਵੀ ਸੁਣ ਲਈ, ਫਿਰ ਮੈਂ ਵੀਡੀਓ ਪੂਰੀ ਕਰਨੀ ਹੈ। ਠੀਕ ਹੈ ਭਾਜੀ, ਮਿਹਰਬਾਨੀ। ਥੈਂਕ ਯੂ। 08 ਤੇ ਸਵਾਲ ਦੇ ਤੁਹਾਡਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਪਰ ਠੀਕ ਠਾਕ ਆ? ਹਾਂਜੀ। ਤੇ ਉਹ ਮੈਂ ਨਛੱਤਰ ਕੋ ਬੋਲਦੀ ਯੂਕੇ ਤੋਂ। ਅੱਛਾ ਹਾਂਜੀ, ਆਵਾਜ਼ ਆਉਂਦੀ ਸਹੀ? ਹਾਂ ਬਿਲਕੁਲ ਆ ਰਹੀ, ਕਰੋ ਗੱਲ ਕਰੋ ਜੀ ਤੁਸੀਂ। ਹਾਂਜੀ, ਤੇ ਉਹ ਦੂਸਰਾ ਮੈਂ ਗੱਲ ਕਰਦੀ ਆ, ਮੈਂ ਸੁਣਦੀ ਸੀਗੀ ਹੁਣ ਆਦਾ ਜੰਮੂ ਦਾ ਵੀ ਹੋਰ ਵੀ, ਤੇ ਮੈਂ ਕਿਹਾ ਇਹਨਾਂ ਦੇ ਕੋਲ ਜੇ ਕਹੀਏ ਆਪਾਂ ਸਹੀ ਗੱਲ ਦਾ ਜਵਾਬ ਇਹਨਾਂ ਕੋਲ ਕੋਈ ਵੀ ਨਹੀਂ ਹੈਗਾ। ਇਹਨਾਂ ਨੂੰ ਉਹੀ ਅੱਗ ਲੱਗੀ ਆ ਵੀ ਹਾਏ ਹਾਏ ਮੋਹਰੇ ਕਿੱਦਾਂ। ਹੁਣ ਭਾਈ ਹਰਨੇਕ ਸਿੰਘ ਜੀ ਆ, ਉਹਨਾਂ ਨੇ ਗੁਰਬਾਣੀ ਨੂੰ ਐਨ ਖੋਲ ਕੇ ਸਾਰੀ ਦੁਨੀਆ 'ਚ ਦੱਸਿਆ। ਜੋ ਇਹਨੇ ਗੰਦ ਲਿਖਿਆ ਆ ਗੁਰੂਆਂ ਦੇ ਉਲਟ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ ਗੁਰੂਆਂ ਦੇ ਦੁਸ਼ਮਣ ਆ। ਕਦੇ ਕਹਿੰਦੇ ਕੀੜੇ ਫਲਾਨੇ ਗੁਰੂ ਦੇ ਪਏ, ਕਦੇ ਲੰਗਰ ਦੀ ਗੱਲ ਕਰਦੇ। ਬਾਬੇ ਨਾਨਕ ਨੇ 20 ਰੁਪਈਆਂ ਦਾ ਉਹ ਕੋਈ ਮਾੜੇ ਢੀੜੇ ਕਰਦੇ ਨਹੀਂ ਸੀ ਬਾਬਾ ਨਾਨਕ, ਨਾ ਉਹ ਲੰਗਰਾਂ ਤੋਂ ਤਾਂ ਪਹਿਲਾਂ ਇਹਨਾਂ ਚੀਜ਼ਾਂ ਤੋਂ ਡੱਕਦੇ ਗਏ ਆ। ਇਹਨੇ ਆਪ ਹੀ ਸਾਰਾ ਕੁਝ ਬਣਾਇਆ ਵੀ ਅਸੀਂ ਕਿੱਦਾਂ ਗਾਹ ਖੱਟੀ ਕੱਟਣੀ ਆ। ਬਿਲਕੁਲ ਜੀ, ਆਪਣੀ ਕਮਾਈ ਦਾ ਸਾਧਨ ਬਣਾਇਆ ਇਹਨੇ ਸਾਰਿਆਂ ਨੇ। ਤਾਂ ਹੁਣ ਇਹਨਾਂ ਦੇ ਅੱਗ ਤਾਂ ਇਹ ਲੱਗੀ ਵੀ ਹਾਏ ਹਾਏ ਹਰਨੇਕ ਸਿੰਘ ਦੀ ਤਾਂ ਗੱਲ ਸਾਰੀ ਦੁਨੀਆ ਹੀ ਸੁਣਨ ਲੱਗ ਪਈ। ਦੁਨੀਆ ਜਾਣਦੀ ਸੀ ਪਹਿਲਾਂ ਹੀ, ਪਰ ਉਹਨਾਂ ਨੂੰ ਇਹ ਚੀਜ਼ ਦਾ ਕੋਈ ਮੋਹਰੇ ਲਿਆਉਂਦਾ ਨਹੀਂ ਸੀ ਗੱਲ। ਅੱਜ ਤਾਂ ਹੀ ਦੁਨੀਆ ਸਾਰੀ ਉਹ ਜਾ ਰਹੀ ਵੀ ਸੱਚ ਦੇ ਮਗਰ। ਜਿਹੜਾ ਵਿਰਸਾ ਰੇਡੀਓ ਸੱਚ ਦੀ ਆਵਾਜ਼ ਬੁਲੰਦ ਕੀਤੀ, ਏਦਾਂ ਹੀ ਚੜ੍ਹਦੀ ਕਲਾ 'ਚ ਜਾਣ ਸਾਰੇ ਜਾਣਗੇ ਵੀ ਦੇਖਣ। ਇਹਨਾਂ ਦੇ ਕੋਲ ਕੀ ਹੈ ਝੂਠੀਆਂ। ਹਰਿਮੰਦਰ ਸਾਹਿਬ ਇੰਨੀ ਉੱਥੇ ਜੀ ਕੋੜੀ ਠੀਕ ਹੁੰਦੇ, ਅੱਜ ਲੰਗਰ ਵੀ ਉੱਥੇ ਕਾਲ ਪੈ ਗਿਆ। ਲੰਗਰ ਨੂੰ ਕਰਨ ਦਾ ਆ ਵੀ ਸਾਨੂੰ ਜੀ ਲੰਗਰ ਲੈ ਕੇ ਆਓ, ਪੈਸੇ ਚੜਾਓ, ਜੇ ਕਰੋ। ਤਾਂ ਹਜੇ ਹਜ਼ਾਰਾਂ ਹੀ ਘਮਾ ਜ਼ਮੀਨ ਹੈ ਗੁਰਦੁਆਰਿਆਂ ਦੇ ਨਾਂ ਹੈ। ਇਹਨਾਂ ਨੂੰ ਗੱਲ ਕਰਨ ਦਾ ਕਿਤੇ ਇਹਨਾਂ ਕੋਲ ਹੈਗਾ ਚੱਜ ਵੀ ਕੀ ਹੈਗਾ ਦੁਨੀਆ ਤੇ ਕੀ ਹੋ ਰਿਹਾ, ਹਨਾ। ਕਦੇ ਕਹਿੰਦੇ ਉੱਥੇ ਕੋੜੀ ਠੀਕ ਹੁੰਦੇ, ਜੇ ਕੋੜੀ ਠੀਕ ਹੁੰਦੇ ਪਿੰਗਲਵਾੜਾ ਜਾਂ ਇੱਥੇ ਬਾਬਾ ਪੂਰਨ ਸਿੰਘ ਸੀ, ਉਹ ਪਿੰਗਲਵਾੜਿਆਂ ਤੇ ਕਾਹਤੇ ਉੱਥੇ ਸੇਵਾ ਕਰਦਾ ਸੀ ਜਾ ਕੇ। ਉਹ ਤਾਂ ਹੈਗਾ ਜੀ, ਸਰੋਵਰ 'ਚ ਨਮਾ ਦਿੰਦਾ ਸਾਰਿਆਂ ਰੋਗੀਆਂ ਨੂੰ। ਉਹ ਹਾਂ ਸਾਰਿਆਂ ਨੂੰ ਉੱਥੇ ਨਲਾ ਦਿੰਦਾ ਵਿੱਚ, ਹਨਾ। ਜੇ ਹੁਣ ਲੰਗਰ ਦੀ ਗੱਲ ਦੇਖੋ, ਹੁਣ ਕਿੱਦਾਂ ਲੋਕਾਂ ਤੋਂ ਕਣਕ ਇਕੱਠੀ ਕਰਨ ਡਏ ਆ। ਇੱਥੋਂ ਪਤਾ ਲੱਗਦਾ ਵੀ ਇਹਨਾਂ ਨਾਲੋਂ ਦੁਨੀਆ ਟੁੱਟ ਗਈ ਆ। ਹੁਣ ਦੁਨੀਆ ਨੂੰ ਬਹੁਤ ਅਕਲ ਆ ਗਈ, ਦੁਨੀਆ ਸਮਝਦੀ ਆ। ਇਹਨਾਂ ਨੂੰ ਜਿਹੜਾ ਕੂੜ ਕਬਾੜ ਇੱਕ ਲੱਗਾ ਸੀ, ਪਤਾ ਨੀ ਨਾਂ ਕੀ ਆ ਉਹਦਾ, ਰਣਜੀਤ ਸਿੰਘ ਨੂੰ ਕਹਿੰਦਾ, ਭਾਈ ਰਣਜੀਤ ਸਿੰਘ ਨੂੰ ਕਹੇ। ਇਹ ਤਾਂ ਵਿਹਲੜ ਬੰਦਾ ਆ, ਇਹ ਤਾਂ ਏਸੀ ਕਮਰਿਆਂ 'ਚ ਬਹਿੰਦਾ, ਏਸੀ ਗੱਡੀ 'ਚ। ਤੇ ਤੁਸੀਂ ਕਿਹੜੇ, ਤੁਸੀਂ ਨੀ ਏਸੀ ਗੱਡੀਆਂ ਵਰਤਦੇ? ਦੱਸੋ ਤੁਹਾਡੇ ਇੰਨੀ ਤਕਲੀਫ ਹੁੰਦੀ ਆ, ਹਨਾ। ਉਹ ਤਾਂ ਬੰਦਾ ਸਹੀ ਲਾਈਨ ਤੇ ਆ ਕੇ ਆਪਣਾ ਦੱਸ ਵੀ ਦਿੱਤਾ ਵੀ ਮੈਂ ਪਹਿਲਾਂ ਗਲਤ ਪਾਸੇ ਸੀਗਾ ਬਾਬਿਆਂ ਨਾਲ। ਮੈਂ ਵੀ ਜਾਣਦੀ ਆ, ਬਹੁਤ 12 ਸਾਲ ਦੀ ਉਮਰ ਤੱਕ ਮੈਂ ਜਾਣਦੀ ਆ, ਹਨਾ। ਠੀਕ ਹੈ ਜੀ। ਛੋਟੀ ਜਿਹੀ ਉਮਰ 'ਚ ਲਾਪਿਆ ਸੀ, 12-13 ਸਾਲਾਂ ਦੇ। ਸਾਡੇ ਪਿੰਡ 2-3 ਵਾਰੀ ਆ ਚੁੱਕੇ, ਪਰ ਮੈਂ ਨਹੀਂ ਸੀ ਜਾਂਦੀ ਹੁੰਦੀ ਸੁਣਨ ਉਸ ਵੇਲੇ, ਹਾਂਜੀ, ਹਨਾ। ਤੇ ਇਹ ਕਰਕੇ ਇਹਨਾਂ ਦੇ ਕੋਲ ਗੱਲ ਦਾ ਕੋਈ ਜਵਾਬ ਨਹੀਂ ਹੈਗਾ। ਇਹ ਤਾਂ ਗੁਰੂਆਂ ਤੇ ਕਿੰਨੀਆਂ ਗੁਰੂਆਂ ਦੇ ਉੱਤੇ ਤੋਹਮਤਾਂ ਲਾਈਆਂ ਆ, ਕੋਈ ਕਮਾਲ ਹੀ ਨਹੀਂ। ਤਾਂ ਧੱਜੀਆਂ ਉਡਾ ਦਿੱਤੀਆਂ ਸੱਚੀ। ਇੰਨੇ ਗੁਰੂਆਂ ਨੂੰ ਨੀਵੇਂ ਸਿੱਟਿਆ। ਜਿੱਥੇ ਕਹਿੰਦੇ ਮਾਤਾ ਭਾਗੋ ਤਾਂ ਨੰਗੀ, ਉਹ ਕੁਲਵੰਤ ਸਿੰਘ ਉਹ ਆਪਣੀ ਜਨਾਨੀ ਨੂੰ ਨੰਗੀ ਭਾਲੇ ਤੇ ਇੱਥੇ ਚਾਹੇ ਆਪ ਬੈਠਾ ਰਵੇ ਤੇ ਦਿਖਾ ਦੇਣ ਦੁਨੀਆ ਨੂੰ
ਸਵਾਦ ਆ ਜਾਵੇ ਵੀ ਹਾਂ ਵੀ ਵਾਕਿਆ ਹੀ ਕੋਈ ਗੱਲ ਹੈਗੀ ਆ। ਆਹੋ ਠੀਕ ਹੈ ਹਾਂਜੀ। ਤੇ ਏਦਾਂ ਦੇ ਬਕਵਾਸ ਕਰਨ ਆ ਜਾਂਦੇ ਆ ਸਾਰੇ। ਟਕਸਾਲੀ ਕੀ ਆ ਇਹ ਸ਼੍ਰੋਮਣੀ ਕਮੇਟੀ ਕੀ ਜਿੰਨੇ ਸਾਧ ਡੇਰਾ ਸਾਰੀ ਕਤੀੜ ਇੱਕੋ ਲਾਈਨ ਤੇ ਜਾਂਦੀ ਆ। ਤੁਸੀਂ ਅੱਜ ਇਹ ਸੱਚ ਨਾਲ ਖੜ ਜਾਓ। ਜੇ ਅੱਜ ਬੰਦਾ ਕੋਈ ਲਿਆਇਆ ਭਾਈ ਹਰਨੇਕ ਸਿੰਘ ਉੱਠੇ ਆ ਸੱਚ ਦੀ ਗੱਲ ਕੀਤੀ ਆ ਖੋਲ ਕੇ ਗੁਰੂਆਂ ਦੀਆਂ ਗੱਲਾਂ ਨੇ ਸੁਣਾਤੀਆਂ ਹਨਾ। ਉਹਦੇ ਚ ਕੀ ਹੈ ਚਾਹੇ ਜੇ ਤੁਸੀਂ ਸੁਣਾਉਂਦੇ ਵੀ ਆ ਕਿਸੇ ਨੂੰ ਗੱਲ ਉਹਨਾਂ ਦਾ ਕਲਿੱਪ ਸਾਰਾ ਪੂਰਾ ਸੁਣਾਓ। ਉੱਥੋਂ ਕਿ ਗੱਲ ਲੈ ਲੈਂਦੇ ਆ ਜਿਹੜੀ ਇਹਨਾਂ ਦੇ ਮਤਲਬ ਦੀ ਆ ਸੁਣਾਉਂਦੇ ਹੈ ਨੀ ਉਦਾਂ ਹੀ ਉੱਥੇ ਬੈਠੇ ਬਕਤ ਬੋਲੀ ਜਾਂਦੇ ਆ ਚੈਨਲਾਂ ਤੇ। ਪਹਿਲੀ ਗੱਲ ਦੇਖੋ। ਦੂਜੀ ਪੈਸੇ ਸਾਰੇ ਤੇ ਜਿਹੜਾ ਵੀ ਚੈਨਲ TV ਚੈਨਲ ਲਾ ਲਓ ਰੇਡੀਓ ਚੈਨਲ ਲਾ ਲਓ ਸਾਰਿਆਂ ਤੇ ਅਪੀਲਾਂ ਕਰਦੇ ਆ। ਫਿਰ ਰੋਜ਼ ਦੀ ਰੋਜ਼ ਪੈਸੇ ਦੇਵੋ ਜੀ ਪੈਸੇ। ਪੈਸਿਆਂ ਤੋਂ ਛੁੱਟ ਕੋਈ ਨੀ। ਭਾਈ ਹਰਨੇਕ ਸਿੰਘ ਆ ਉਹਦੀ ਕਿਤੇ ਵੀ ਰਿਕਾਰਡ ਦਿਖਾ ਲੈਣ ਉਹਨੂੰ ਕਿਸੇ ਤੋਂ ਪੈਸਾ ਮੰਗਿਆ ਉਹਨੇ ਅਪੀਲਾਂ ਕੀਤੀਆਂ ਕਿਉਂ ਕਰ ਰਿਹਾ ਉਹ ਸੱਚ ਤੇ ਖੜਾ ਆ। ਬਿਲਕੁਲ ਜੀ ਹਨਾ ਹਾਂਜੀ। ਤੇ ਲੋਕਾਂ ਨੂੰ ਅਕਲ ਨਹੀਂ ਆਉਣੀ। ਇਹਨੇ ਹੁਣ ਉੱਧਰ ਡਿੱਗੀ ਜਾਂਦੇ ਨੀ ਡਿੱਗ ਪੈਣਾ ਥੱਲੇ। ਮੈਂ ਸੱਚ ਕਹਿੰਦੀ ਆ ਇਹਨਾਂ ਦੀ ਬਾਰੀ ਹੁਣ ਬਸ ਇੰਨੀ ਕਹੀ ਆ ਵੀ ਇਹਨੇ ਥੱਲੇ ਡਿਗੇ ਵੀ ਇਹ ਖੜਨਾ ਤਾਂ ਚਾਹੁੰਦੇ ਵੀ ਖਰਿਆ ਮਾੜਾ ਮੋਟਾ ਸਾਡਾ ਚੱਲੀ ਜਾਵੇ ਰੋਟੀ ਫੁਲਕਾ। ਹਾਂਜੀ ਚਲੋ ਠੀਕ ਹੈ ਪੁੱਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹਾਂਜੀ ਜੇ ਹੈਗੀ ਵੀਡੀਓ ਰੈਡੀ ਹਾਂਜੀ ਚਲਾ ਦਿਓ 5 ਮਿੰਟ ਤੋਂ ਚਲਾ ਦਿਓ ਸੁੱਕ ਕੋਈ ਫਰਕ ਨਹੀਂ। ਆ ਸੁਣਿਓ ਜੀ। ਥੋ ਪਤਾ ਦੱਸ ਜਿਹੜੇ ਨਜਾਇਜ਼ ਮਰੇ ਆ ਵੀਰ ਹਿੰਦੂ ਵੀਰ ਅਸੀਂ ਮਦਦ ਕਰਾਂਗੇ ਉਹਨਾਂ ਦੀ ਦੱਸ ਠੀਕ ਆ। ਜੇ ਤੁਸੀਂ ਪਬਲਿਸਿਟੀ ਲੈਣੀ ਆ ਬੇਵਜ੍ਹਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਉਹ ਵੱਖਰੀ ਗੱਲ ਆ ਠੀਕ ਹੈ। ਪਰ ਆਪਣੀ ਔਕਾਤ 'ਚ ਰਹੀਦਾ ਹੁੰਦਾ ਥੋੜਾ ਜਿਹਾ। ਤੇਰੇ ਨਾਲੋਂ ਜ਼ਿਆਦਾ ਸਾਡੇ ਹਿੰਦੂ ਵੀਰ ਦੋਸਤ ਆ ਠੀਕ ਆ। ਅਸੀਂ ਬੈਠਦੇ ਉੱਠਦੇ ਵੀ ਆ ਖਾਂਦੇ ਪੀਂਦੇ ਵੀ ਇਕੱਠੇ ਆ ਠੀਕ ਹੈ। ਵਿਚਾਰ ਚਰਚਾ ਰੋਜ਼ ਹੁੰਦੀ ਉਹਨਾਂ ਦੇ ਨਾਲ ਤੇ ਇੱਜ਼ਤ ਕਰਦੇ ਆ। ਉਹ ਕਿੰਨੇ ਹਿੰਦੂ ਪਰਿਵਾਰ ਸੰਤਾਂ ਦੀ ਇੱਜ਼ਤ ਕਰਦੇ ਆ ਠੀਕ ਹੈ। ਕਿੰਨੇ ਪਰਿਵਾਰਾਂ ਦੀ ਉਹਨਾਂ ਨੇ ਬੇਟੀਆਂ ਦੇ ਘਰ ਵਸਾਏ ਆ ਕਦੇ ਖੋ ਕੀਤੀ ਇਹਨਾਂ ਗੱਲਾਂ ਦੀ ਠੀਕ ਆ। ਤੁਸੀਂ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ 3-4 ਜਣੇ ਠੀਕ ਹੈ। ਹੋਰ ਗੱਲ ਕੁਛ ਨਹੀਂ ਹੈ। ਕਦੇ ਸੂਰੀ ਬਿਆਨ ਦਿੰਦਾ ਤੁਸੀਂ 2% ਇਹਨਾਂ ਨੂੰ ਮਾਰ ਦੇਣਾ ਚਾਹੀਦਾ ਫਲਾਣਾ ਤੇ ਮੁਕਾਏ ਉਹ ਦੇਖ। ਤੂੰ ਵੀ ਛਤਰੀ ਦਾ ਪੁੱਤ ਆ। ਭਾਨੂ ਪ੍ਰਤਾਪ ਤੇਰਾ ਨਾਂ ਹੈ ਠੀਕ ਹੈ। ਮੈਂ ਵੀ ਛਤਰੀ ਦਾ ਪੁੱਤ ਆ। ਜੇ ਕਿਤੇ 4 ਹੱਥ ਕਰਨੇ ਆ ਨਾ ਤਾਂ ਇਹ ਭੜਕਾਊ ਵੀਡੀਓ ਨਾ ਪਾ ਤਾਂ ਫਿਰ ਜੰਗ ਦੇ ਮੈਦਾਨ 'ਚ ਮਿਲ ਕਿਤੇ ਆ ਕੇ। ਕਾਹਨੂੰ ਚੱਕਰਾਂ 'ਚ ਪੈਣਾ ਤੂੰ ਠੀਕ ਆ। ਛਤਰੀ ਦੇ ਪੁੱਤ ਐ ਤੂੰ ਵੀ ਛਤਰੀ ਦਾ ਪੁੱਤ ਆ ਮੈਂ ਵੀ ਛਤਰੀ ਦਾ ਪੁੱਤ ਆ ਠੀਕ ਆ। ਤੇ ਛਤਰੀਆਂ ਦਾ ਕੰਮ ਕੀ ਹੁੰਦਾ ਤੂੰ ਬਾਖੂਬੀ ਜਾਣਦਾ ਹੋਏਗਾ ਜੇ ਤੂੰ ਅਸਲੀ ਛਤਰੀ ਦਾ ਪੁੱਤ ਹੋਇਆ ਠੀਕ ਆ। ਤੇ ਬਕਾਇਦਾ ਬਸ ਕੋਈ ਨਾ ਬਸ ਆਹੀ ਹਿੰਦੂ ਵੀਰ ਹੈ ਉਹਨਾਂ ਨੂੰ ਚੱਲੀ ਜਾਣਾ ਇਹਨਾਂ ਦਾ। ਹੁਣ ਸੁਣ ਲਿਆ ਜੀ ਜਿੰਦ ਮਡਾਲੀ ਮਤਲਬ ਜਿਹੜੇ ਆਪਾਂ ਸਾਰੇ ਕਹਿੰਦਾ ਸਾਨੂੰ ਛੱਡ ਕੇ ਸਾਨੂੰ ਤਾਂ ਗਿਣਦੇ ਨਹੀਂ ਵਿੱਚ ਉਹ ਅਸੀਂ ਛਤਰੀਆਂ ਦੇ ਪੁੱਤ ਆ। ਉਹ ਮੇਰੇ ਖਿਆਲ ਨਾਲ ਉੱਥੋਂ ਹੀ ਤੱਕ ਹੁੰਦੇ ਆ ਵੀ ਹਮ ਛਤਰੀ ਕੇ ਪੂਤ ਬਾਹਮਣ ਕੇ ਨਹੀਂ ਸਮਝਣਾ ਉਹਦਾ ਵੀ ਜੇ ਹੁਣ ਆਪਣਾ ਉਹਨਾਂ ਨਾਲ ਇੰਨਾ ਗੂੜਾ ਰਿਸ਼ਤਾ ਤੁਹਾਡਾ ਚਲੋ ਤੁਹਾਡਾ ਤਾਂ ਹੈਗਾ ਹੀ ਆ ਵੀ ਤੁਸੀਂ ਕੁੰਭ ਦੇ ਮੇਲੇ ਤੇ ਵੀ ਜਾ ਕੇ ਆਉਂਦੇ ਹੋ ਹਨਾ। ਤੁਸੀਂ ਹਨੂੰਮਾਨ ਚਾਲੀਸਾ ਵੀ ਪੜ੍ਹ ਲੈਂਦੇ ਹੋ ਤੁਸੀਂ ਹੋਲੀ ਵੀ ਮਨਾ ਲੈਂਦੇ ਹੋ ਤੁਸੀਂ ਦੀਵਾਲੀ ਵੀ ਮਨਾ ਲੈਂਦੇ ਹੋ ਤੁਸੀਂ ਗੰਗਾ ਤੇ ਵੀ ਨਹਾ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ। ਉਹਨਾਂ ਦੇ ਸਾਰੇ ਤੁਹਾਡੇ ਤੁਸੀਂ ਉਹਨਾਂ ਦੇ ਸਾਰੇ ਸ਼ਾਸਤਰਾਂ ਦਾ ਤੁਹਾਡਾ ਬੰਤਾ ਸਿੰਘ ਕਹਿੰਦਾ ਵੀ ਜੇ ਤੁਸੀਂ ਮਤਲਬ ਜਿਹੜਾ ਰਾਮਚੰਦਰ ਜੀ ਆ ਜਾਂ ਕ੍ਰਿਸ਼ਨ ਆ ਜਾਂ ਵਿਸ਼ਨੂੰ ਆ ਕਹਿੰਦਾ ਜੇ ਤੁਸੀਂ ਕਦੇ ਵੀ ਰਾਮ ਜਾਂ ਕ੍ਰਿਸ਼ਨ ਜਾਂ ਵਿਸ਼ਨੂੰ ਨੂੰ ਕੋਈ ਵੀ ਗਲਤ ਗੱਲ ਕਹਿੰਦੇ ਹੋ ਮਤਲਬ ਸ਼ਬਦ ਬੋਲਦੇ ਹੋ ਕਹਿੰਦਾ ਸਿੱਧਾ ਨਾਨਕ ਨੂੰ ਜਾਂਦਾ ਕਿਉਂਕਿ ਉਹ ਇੱਕੋ ਹੀ ਨੇ। ਨਾਨਕ ਤੇ ਰਾਮ ਨਾਨਕ ਤੇ ਕ੍ਰਿਸ਼ਨ ਦੇ ਨਾਨਕ ਤੇ ਵਿਸ਼ਨੂੰ 'ਚ ਕੋਈ ਫਰਕ ਨਹੀਂ। ਇਹ ਬੰਤਾ ਸਿੰਘ ਦੀ ਮਨੌਤ ਆ ਜੀ। ਫਿਰ ਜੇ ਹੁਣ ਆਪਣਾ ਉਹਨਾਂ ਨਾਲ ਮਤਲਬ ਇੰਨਾ ਰਿਸ਼ਤਾ ਵਾ ਉਹ ਵੀ ਛਤਰੀਆਂ ਆਪਣੇ ਖੱਤਰੀ ਕਹਿ ਦਿੰਦੇ ਆ ਉਹ ਵੀ ਛਤਰੀ ਵੰਸ਼ ਅਸੀਂ ਵੀ ਛਤਰੀ ਵੰਸ਼ ਹੈ ਸਾਡੇ ਪਾਤਸ਼ਾਹ ਵੀ ਸਾਰੇ ਛਤਰੀ ਵੰਸ਼। ਜੇ ਅਸੀਂ ਸਾਰੇ ਇੱਕੋ ਵੰਸ਼ ਚੋਂ ਆ ਉਹਨਾਂ ਨਾਲੋਂ ਫਿਰ ਅਸੀਂ ਅੱਡ ਹੋ ਕੇ ਟਿੰਡੇ ਲੈਣੇ ਆ। ਫਿਰ ਲੜਾਈ ਕਾਹਦੀ ਆ। ਆ ਫਿਰ ਜਿਹੜਾ ਜੂਨ ਦਾ ਮਹੀਨਾ ਚੜਿਆ ਫਿਰ ਚੜਿਆ ਕਾਹਦਾ ਸੀਗਾ ਇਹ ਕਿ ਪੰਡਿਤ ਜਵਾਹਰ ਲਾਲ ਨਹਿਰੂ ਬ੍ਰਾਹਮਣ ਸੀ ਤਾਂ ਕਰਕੇ ਸਾਡੀ ਉਹਨਾਂ ਲੜਾਈ ਸੀ। ਉਹ ਛਤਰੀਆਂ ਦਾ ਸਾਡੀ ਲੜਾਈ ਕੋਈ ਨਹੀਂ ਹੈਗੀ ਵੀ ਅੰਦਰੋਂ ਤੁਸੀਂ ਇਦਾਂ ਮੰਨਦੇ ਹੋ। ਜਿਹੜੇ ਲੋਕਾਂ ਦੇ ਪੁੱਤਾਂ ਨੇ ਜਾ ਕੇ ਮਰ ਗਏ ਉਹ ਕਿਹੜੇ ਖਾਤੇ 'ਚ ਪਾਉਣੇ ਆ ਤੁਸੀਂ ਵੀ ਛਤਰੀਆਂ ਨਾਲ ਛਤਰੀ ਲੜ ਪਏ ਸੀਗੇ ਵੀ ਤੁਹਾਡਾ ਦਾ ਹਿੰਦੂਆਂ ਦਾ ਤੁਹਾਨੂੰ ਇੰਨਾ ਫਿਕਰ ਆ। ਫਿਰ ਰੌਲਾ ਅੱਡ ਹੋਣਾ ਕੀ ਤੂੰ ਆ ਮੁਸਲਮਾਨਾਂ ਤੋਂ ਅੱਡ ਹੋਣਾ ਪੰਜਾਬ 'ਚੋਂ। ਜੇ ਤੁਸੀਂ ਪਾਕਿਸਤਾਨ ਤੋਂ ਅੱਡ ਹੁੰਦੇ ਟੁੱਟਦੇ ਤਾਂ ਮੈਂ ਸਮਝਦਾ ਵੀ ਹਾਂ ਭਾਈ ਅਸੀਂ ਕਿਉਂਕਿ ਹਿੰਦੂ ਸਾਡਾ 9 ਮਾਸ ਦਾ ਰਿਸ਼ਤਾ ਉਹ ਵੀ ਛਤਰੀ ਅਸੀਂ ਵੀ ਛਤਰੀਆਂ ਦੇ ਪੁੱਤ ਤੇ ਇਸ ਤਰ੍ਹਾਂ ਰਹਿਣਾ ਇਕੱਠੇ ਮੁਸਲਮਾਨਾਂ ਨਾਲ ਨਹੀਂ ਰਹਿਣਾ ਅਸੀਂ ਤਾਂ ਸਾਨੂੰ ਪੰਜਾਬ ਅੱਡ ਚਾਹੀਦਾ।
ਆਹੀ ਤਾਂ ਛੱਤਰੀਆਂ ਕੇ ਪੂਤ ਤੇ ਮਾਸਟਰ ਤਾਰਾ ਸਿੰਘ ਨੂੰ ਪਤਾ ਸੀਗਾ ਵੀ ਅਸੀਂ ਤਾਂ ਛੱਤਰੀ ਹੁੰਨੇ, ਅਸੀਂ ਤਾਂ ਕਿਰਪਾਨ ਚੱਕ ਲੈਣੀ ਹੈ, ਉਦੋਂ ਉਧਰੋਂ ਆਏ ਸੀ ਇਹਨਾਂ ਨੇ। ਫਿਰ ਹੁਣ ਰੌਲਾ ਕਾਹਦਾ ਵਾ? ਫਿਰ 2 ਲੱਖ ਨੌਜਵਾਨੀ ਕਾਹਦੇ ਲਈ ਮਰਾਈ? ਛੱਤਰੀਆਂ ਦੇ ਪੁੱਤ ਸੀ ਤਾਂ ਲੜ ਪਏ। ਮਤਲਬ ਸਰਕਾਰ ਨਾਲ ਕੋਈ ਨਹੀਂ, ਉਧਰੋਂ ਵੀ ਛੱਤਰੀ ਸੀ ਇੱਧਰੋਂ ਵੀ ਛੱਤਰੀ ਸੀ, ਲੜ ਪਏ। ਹੈ ਅਸੀਂ ਭਾਈ ਭੈਣ ਇੱਕੋ ਜਿਹੇ, ਪਰ ਅਸੀਂ ਹੋਣਾ ਫਿਰ ਵੀ ਅੱਡ ਆ। ਮਤਲਬ ਇੰਨਾ ਤਾਂ ਉਹ ਨਹੀਂ ਮੂਹਰੇ ਆ ਕੇ ਬੋਲਦੇ ਆ ਜਿੰਨਾ ਤੁਸੀਂ ਬਚਾਉਣ ਲੱਗ ਜਾਂਦੇ ਹੋ। ਜੋ ਫਿਰ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਹੈ ਹੀ ਹਿੰਦੂ, ਚਾਹੇ ਸੋਨੂੰ ਦੇਖ ਲਈਏ, ਚਾਹੇ ਵਿਦਵਾਨ ਦੀ ਵਿਦਵਤਾ ਦੇਖ ਲਓ, ਇਹਨੇ ਵੀ ਸਾਰਾ ਪੁਜਾਰੀ ਢਾਂਚਾ ਉਵੇਂ ਸਾਂਭ ਕੇ ਰੱਖਿਆ ਹੋਇਆ। ਇੰਨੀ ਖੋਜ ਕਰਿਆ ਆ, ਇੰਨੀਆਂ ਸਦੀਆਂ ਪੁਰਾਣੀਆਂ ਬਿਲਡਿੰਗਾਂ ਲੱਭ ਕੇ ਵੀ ਕਿਸੇ ਤਰ੍ਹਾਂ ਇਹ ਪਤਾ ਲੱਗ ਜੇ ਵੀ ਇਹ ਟ੍ਰੈਡੀਸ਼ਨ ਰਿਹਾ ਵਾ, ਵੀ ਦੁੱਧ ਨਾਲ ਤਾਂ ਸਿਆਣੇ ਧੋਂਦੇ ਸੀਗੇ। ਵੀ ਸਾਬਤ ਕਰਦਾ ਮੈਂ, ਕਹਿਣਾ ਨਾ ਪੈ ਜੇ ਵੀ ਇਹ ਮਨ ਮੱਤ ਆ, ਠੋਕ ਕੇ ਕਹਿ ਨਹੀਂ ਹੋਇਆ। ਤੁਹਾਨੂੰ 1.5 ਘੰਟਾ ਪ੍ਰੋਗਰਾਮ ਕੀਤਾ ਉਹਨਾਂ ਰਾਣੇ ਦੇ ਉੱਥੇ ਜਾ ਕੇ, ਕੀ ਨਿਕਲਿਆ ਉਹ ਚੋਂ? ਤਾਂ ਤੁਹਾਨੂੰ ਕਹਿੰਦਾ ਅੰਦਰੋਂ ਤੁਸੀਂ ਸਾਰੇ ਇੱਕੋ ਹੀ ਆ। ਹੁਣ ਚਲੋ ਤੁਸੀਂ ਇਹ ਸੁਣ ਲਿਆ, ਕਿਉਂਕਿ ਜੈਸੇ ਛੋਟੇ ਛੋਟੇ ਆ, ਮੈਂ ਹੋਰ ਕਮੈਂਟ ਨਹੀਂ ਕਰਨਾ ਆਪਣੇ ਜੂਨ ਮਹੀਨੇ ਦੇ ਰਿਲੇਟਡ। ਆ ਸੁਣ ਲੈਣਾ ਵੀ ਆਪਾਂ ਛਤਰੀ ਦੇ ਪੁੱਤ, ਉਹ ਵੀ ਛਤਰੀ ਦੇ ਪੁੱਤ ਨੇ, ਰੌਲਾ ਨਹੀਂ ਕੋਈ ਹੈਗਾ ਸਾਡਾ। ਛਤਰੀ ਦੇ ਸਿਰ ਤੇ ਵੀ ਬ੍ਰਾਹਮਣ ਬੈਠਾ, ਤੇ ਜਿਹੜੇ ਸਿੱਖ ਆਦਿ ਨੂੰ ਛਤਰੀ ਮੰਨਦੇ ਉਹਨਾਂ ਦੇ ਸਿਰ ਤੇ ਵੀ ਉਹੀ ਬੈਠਾ, ਕੋਈ ਫਰਕ ਨਹੀਂ ਹੈਗਾ। ਜਦੋਂ ਫਿਰ ਪੈਟਦੇ ਹੋ ਨਾ, ਜਦੋਂ ਵਾਲਾ ਕਹਿੰਦਾ ਵਾ ਵੀ ਤੁਸੀਂ ਟੇਕੋ ਮੱਥਾ ਮੂਰਤੀ ਨੂੰ ਅਸੀਂ ਭੰਨ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਹੀਂ ਐਂ ਕਰਦੇ। ਨਾ, ਪਰਿਕਰਮਾ ਅਸੀਂ ਕਰਦੇ ਹਾਂ, ਪ੍ਰਸ਼ਾਦ ਅਸੀਂ ਲੈ ਕੇ ਆਉਂਦੇ ਹਾਂ, ਧੂਫਾਂ ਅਸੀਂ ਲਾਉਂਦੇ ਹਾਂ, ਜੋਤਾਂ ਅਸੀਂ ਲਾਉਂਦੇ ਹਾਂ, ਟੱਲੀਆਂ ਅਸੀਂ ਖੜਕਾਉਂਦੇ ਹਾਂ, ਆਰਤੀਆਂ ਅਸੀਂ ਕਰਦੇ ਹਾਂ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ, ਮੂਰਤੀ ਦੀ ਨਹੀਂ ਕਰਦੇ। ਪਰ ਇੰਨਾ ਆ ਕਹਿਣ ਦੀ ਲੋੜ ਹੀ ਨਹੀਂ, ਜਦੋਂ ਹੈ ਹੀ ਆਪਾਂ ਇਕੱਠੇ ਤਾਂ ਹੈਗੇ ਇੱਕ ਦੂਜੇ ਨਾਲ। ਤੇ ਇਸ ਤੋਂ ਬਾਅਦ ਹੁਣ ਇੱਕ ਮਤਲਬ ਇਸ ਰਿਲੇਟਡ 'ਚ ਇਸ ਤੋਂ ਬਾਅਦ ਜਸਵਿੰਦਰ ਸਿੰਘ, ਜਿਹਨੂੰ ਆਪਾਂ ਜਸਵਿੰਦਰ ਸਿੰਘ ਬੂਟ ਕਰਕੇ ਜਾਣਦੇ, ਇਹਨੇ ਬੂਟ ਦੀ ਸ਼ਹੀਦੀ ਦਿੱਤੀ ਸੀ ਅਮਰੀਕਾ। ਜਿਹੜਾ ਭਾਈ ਸਾਹਿਬ ਬਾਰੇ ਬਹੁਤ ਕਰਦਾ ਹੁੰਦਾ ਉਹ, ਕਿਉਂਕਿ ਭਾਈ ਸਾਹਿਬ ਨੇ ਚੱਲਦੇ ਦੀਵਾਨ 'ਚ ਉਹਦਾ ਮੇਰੇ ਖਿਆਲ ਬਾਬਾ ਠਾਕਰ ਸਿੰਘ, ਜਿਹੜੇ 21 ਸਾਲ ਮੁਖੀ ਰਿਹਾ ਦਮਦਮੀ ਟਕਸਾਲ ਦੇ ਭਿੰਡਰਾਂਵਾਲੇ ਦੇ ਜਾਣ ਤੋਂ ਬਾਅਦ, ਉਹਦਾ ਭਾਣਜਾ ਹੈ ਰਿਸ਼ਤੇਦਾਰੀ 'ਚੋਂ, ਜੁੜੀ ਵੀ ਨਹੀਂ ਰਿਸ਼ਤੇ, ਪਰ ਮੇਰੇ ਖਿਆਲ ਨਾਲ ਭਾਣਜਾ ਹੀ ਆ। ਪਰ ਐਨੀਵੇ, ਕਿਉਂਕਿ ਉਹਦੀ ਗੱਲ ਹੋਈ ਤੁਹਾਨੂੰ ਸੀਕ ਲੱਗਣਾ ਸੀਗਾ, ਪਰ ਇਹਨੇ ਨਾ ਉਹ ਵੀਡੀਓ ਦੇ ਵਿੱਚ ਬਾਕੀ ਚਲੋ ਕਮਲ ਕੁੱਟੇ ਹੀ ਆ ਵੀ ਸ਼ਰਤ ਲਾ ਲਈ, ਉਹ ਕਰ ਲਈ, ਪਰ ਉਹਦੇ ਵਿੱਚ ਨਾ ਇੱਕ ਛੋਟੀ ਜਿਹੀ ਗੱਲ ਕਰਦਾ ਇੱਕ, ਗਿਆਨੀ ਜੋ ਠਾਕਰ ਸਿੰਘ ਤੇ ਸਵਾਲ ਆਉਂਦਾ ਵੀ ਤੇਰਾ ਮਾਮਾ, ਜੋ ਵੀ ਤੇਰਾ ਰਿਸ਼ਤੇਦਾਰ ਬਾਬਾ ਜੀ ਨੂੰ ਤੁਸੀਂ ਬ੍ਰਹਮ ਗਿਆਨੀ ਕਹਿੰਦੇ ਹੋ, ਉਹ 21 ਸਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਝੂਠ ਬੋਲਦਾ ਰਿਹਾ ਵੀ ਜਰਨੈਲ ਸਿੰਘ ਭਿੰਡਰਾਂਵਾਲਾ ਸ਼ਹੀਦ ਨਹੀਂ ਹੋਇਆ, ਉਹ ਆਉਣਗੇ, ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਰਹੀ ਹੈ। ਇਹਦਾ ਹੁਣ ਜੋ ਪਿੱਛੇ ਜੇ ਉਹਨਾਂ ਨੇ ਕੀਤਾ, ਜੋ ਯਾਦਗਾਰ ਬਣਾਉਣੀ ਪਈ ਉਹਨਾਂ ਨੂੰ ਵੀ ਨਹੀਂ। ਤੇ ਦੂਜੇ ਪਾਸੇ ਜੋ ਦਿਖਾਉਣਾ ਵਾ ਪੋਸਟਮਾਰਟਮ ਰਿਪੋਰਟ ਵੀ ਉਸੇ ਦਿਨ ਦੀ 3:02 ਦੀ, ਉਹਦਾ ਆਪ ਦਾ ਸਕਾ ਭਰਾ ਜਰਨੈਲ ਸਿੰਘ ਭਿੰਡਰਾਂਵਾਲਾ ਕੇ ਫੌਜ 'ਚੋਂ ਆ ਕੇ ਸ਼ਨਾਖਤ ਕਰਦਾ ਵਾ। ਇੱਕ ਪੱਖ ਉਹ ਵੀ ਹੈ, ਤੇ ਹੁਣ ਜੋ ਦੂਜਾ ਪੱਖ ਹਰਨੇਕ ਭਾਈ ਰੱਖਦੇ ਆ ਇੱਥੋਂ ਵੀ ਬਾਕੀ ਸਭ ਠੀਕ ਆ, ਵੀ ਇੱਕ ਤਾਂ ਪਹਿਲਾਂ ਜਦੋਂ ਕਦੇ ਲੜਾਈ ਹੋਈ ਹੋਵੇ ਉਹਨੇ ਗੋਲੀਆਂ ਚਲਾਈਆਂ ਹੋਣ, ਜਰਨੈਲ ਸਿੰਘ ਭਿੰਡਰਾਂਵਾਲੇ ਬੰਦਾ ਹੁੰਦਾ ਮਾਰਿਆ ਹੋਵੇ, ਜਾਂ ਉਹ ਵੀ ਛੱਡ ਦੋ ਚਲੋ, ਵੀ 6 ਜੂਨ ਨੂੰ ਜਦੋਂ ਉੱਥੇ ਸੀਗੇ, ਜਦੋਂ ਪੋਸਟਮਾਰਟਮ ਰਿਪੋਰਟ ਆਈ ਹੈ, ਉਹਦੀ ਪਿੱਠ 'ਚ ਕਿਹਨੇ ਗੋਲੀਆਂ ਮਾਰੀਆਂ। ਤੇ ਭਾਈ ਕਹਿੰਦੇ ਵੀ ਅੱਜ ਤੱਕ ਕੋਈ ਗਰੰਟੀ ਨਹੀਂ ਦੇ ਸਕਿਆ ਵੀ ਜੇ ਸਬੇਕ ਸਿੰਘ, ਜਿਹੜਾ ਮਤਲਬ ਉਹਨਾਂ ਦੇ ਇੰਟਰਨਲ ਡਿਪਾਰਟਮੈਂਟ 'ਚ ਕੰਮ ਕਰਦਾ, ਜਿਹਨੇ ਬੰਗਲਾਦੇਸ਼ ਬਣਾਇਆ ਵਾ, ਠੀਕ ਆ, ਵੀ ਉਹਦੀ ਡੈਥ ਕਿੱਥੇ ਹੋਈ ਆ ਨਹੀਂ ਪਤਾ। ਉਹਦੇ ਗਾਂ ਬੱਚੇ ਮਤਲਬ ਵਧੀਆ ਰੈਂਕ ਤੇ, ਜਦੋਂ ਉੱਥੇ ਸੀਗਾ 84, ਗਾਂ ਬੱਚੇ ਆ ਉਹ ਆਰਮੀ ਦੇ ਵਿੱਚ ਵਧੀਆ ਰੈਂਕ ਤੇ ਆ। ਏਦਾਂ ਨਹੀਂ ਹੈ ਵੀ ਆਰਮੀ ਨੂੰ ਕੱਢਿਆ ਵੀ ਨਾ ਤੇਰਾ ਬਾਪੂ ਗਦਾਰ ਸੀ, ਉਹਨੇ ਤਾਂ ਦੇਸ਼ ਦੇ ਖਿਲਾਫ ਬਗਾਵਤ ਕੀਤੀ ਸੀ। ਤੇਰਾ ਕਿਆ ਪਤਾ ਕੱਲ ਨੂੰ ਆਦੇ ਅਸੀਂ ਉਹਦਾ ਕੋਰਟ ਮਾਰਸ਼ਲ ਕਰਤਾ ਸੀਗਾ, ਉਹ ਦੁਨੀਆ ਦਿਖਾਉਣ ਨੂੰ ਸੀਗਾ, ਕੋਰਟ ਮਾਰਸ਼ਲ ਕੀਤਾ, ਅੰਦਰ ਆ ਗਏ। ਜਦੋਂ ਭਾਈ ਹਰਨੇਕ ਸਿੰਘ ਕਹਿੰਦੇ ਵੀ ਹਾਂ ਉੱਥੇ ਸਬੇਕ ਸਿੰਘ ਨਹੀਂ ਸ਼ਹੀਦ ਹੋਇਆ, ਜਾਂ ਵੀ ਕਿਹਨੇ ਪਿੱਠ 'ਚ ਗੋਲੀਆਂ ਮਾਰੀਆਂ, ਕੀ ਹੋਇਆ ਸਾਨੂੰ ਦੱਸੋ ਦਾ ਸੀ, ਉਹ ਕਿੰਨਾ ਪਿੱਠ ਸਿਆਪਾ ਪੈਂਦਾ। ਹੁਣ ਅਗਲੇ ਹਫ਼ਤੇ ਚੱਲੀ ਜਾਣੀ ਹੈ ਗੱਲ, ਹੋ ਜਾਣੀ ਗਾਂ ਜਾ ਕੇ, ਪਰ ਪੈਂਦਾ ਨਾ ਪਿੱਠ ਸਿਆਪਾ ਵੀ ਹਾਂ ਪਿੱਠ 'ਚ ਕਿਹਨੇ ਗੋਲੀਆਂ ਮਾਰੀਆਂ, ਜਾਂ ਵੀ ਕੁਛ ਤਾਂ ਹੈ ਜਿਹੜਾ ਨਹੀਂ ਸਮਝ, ਨਹੀਂ ਕੜੀ ਜੋੜ ਰਹੀ ਭਾਈ। ਤੇ ਉਹ ਕੜੀ ਜਦੋਂ ਇਹ ਗੱਲ ਇੰਨੀ ਕੁ ਹੁੰਦੀ ਹੈ, ਇਕੱਲਾ ਕੁਐਸਚਨ ਬਣਾ ਕੇ ਗੱਲ ਕੀਤੀ ਜਾਂਦੀ ਹੈ, ਸਿੰਪਲ ਗੱਲ ਆ, ਸਵਾਲ ਆ, ਕਿਉਂਕਿ ਪਿੱਠ ਪਿੱਛੇ ਗੋਲੀ ਵੱਜਣੀ ਇੰਨੀ ਨੇੜੋਂ ਕਿਸੇ ਨੇ ਮਾਰੀ ਆ ਵੀ ਉਹ ਕੱਪੜੇ ਵੀ ਨਹੀਂ ਲਿਬੜੇ ਹੋਏ ਨੇ, ਜਾਣ ਤੋਂ ਕਸਮਾਨ ਯੁੱਧ ਚੱਲ ਰਿਹਾ ਹੋਵੇ ਅੰਦਰ, ਵੀ ਪ੍ਰੋਬੇਬਿਲਿਟੀ ਹੈਗੀ ਆ, ਇੰਨੀ ਕੀ ਗੱਲ ਹੋਈ ਸੀ ਨਾ। ਹੁਣ ਜਸਵਿੰਦਰ ਸਿੰਘ ਬੂਟ ਜਿਹੜੀ ਭਾਜੀ ਹਰਨੇਕ ਸਿੰਘ ਨੇ ਗੱਲ ਕੀਤੀ ਆ, ਉਹਦਾ ਸਬੂਤ ਹੋਊਗਾ, ਤੇ ਉਹ 1655 ਤੋਂ ਆਈ ਥਿੰਕ ਤੁਹਾਡੇ ਕਿ ਮੈਂ ਇੱਥੋਂ ਚਲਾਵਾਂ, ਨਹੀਂ ਤਾਂ ਇੱਕ ਸੈਕਿੰਡ ਸੋਰੀ, ਅੱਜ ਥੋੜਾ ਜਿਹਾ ਨਾ ਇਹ ਸੀਗੀਆਂ ਜ਼ਿਆਦਾ ਵੀਡੀਓ ਤੇ ਮੈਂ ਥੋੜਾ ਲੇਟ ਕੀਤਾ ਇਹਨਾਂ ਨੂੰ, ਉਸੇ ਚੱਕਰ ਦੇ ਵਿੱਚ ਹੋਇਆ ਜੀ। ਇੱਕ ਸੈਕਿੰਡ, ਇਹਦਾ ਜ਼ਿਆਦਾ ਪੁਰਾਣੀ ਨਹੀਂ ਹੈਗੀ, ਇਹਦੀ ਥੀ ਪਈ ਹੋਈ ਆ।
ਹਾਂਜੀ ਆ ਲਓ ਜੀ, ਮੈਂ ਇਹਨੂੰ ਹੁਣੀ ਚਲਾ ਦੇਣਾ। ਇਹ ਹੈਗੀ ਆ 20 ਮਿੰਟ ਦੀ। ਆਪਾਂ ਇਹਨੂੰ ਜਿੱਥੇ ਜਾ ਕੇ ਇਹ ਕਰਨ ਲੱਗਦਾ ਗੱਲ ਉੱਥੋਂ ਕਰ ਲੈਂਦੇ ਆ ਜੀ। ਥੋੜੀ ਜੇ 1-2 ਮਿੰਟ ਅੱਗੇ ਪਿੱਛੇ ਹੋਈ ਪਲੀਜ਼। ਹੈਂ ਤੂੰ ਆਪਣੇ ਅੰਦਰ ਝਾਤਾਰ ਕਿੰਨਾ ਕੁ ਝੂਠ ਮਾਰਦਾ ਦੂਜਿਆਂ ਨੂੰ ਗੱਲਾਂ ਕਰਨ ਵਾਲਿਆ। ਤੇ ਬਾਕੀ ਜੇ ਤੈਨੂੰ ਹੈਗਾ ਨਾ ਕੋਈ ਥੋੜਾ ਬਹੁਤਾ ਵੀ ਮੈਂ ਇਦਾਂ ਦੇ ਸਵਾਲ ਕਰ ਦੂੰ ਕੀ ਜਵਾਬ ਦੇ ਦੇਣਗੇ, ਆ ਫਿਰ ਤੂੰ ਸਾਹਮਣੇ ਬਹਿ ਕੇ ਗੱਲ ਕਰ। ਜੇ ਤੇਰੇ 'ਚ ਇੰਨੀ ਹਿੰਮਤ ਆ ਗਈ ਆ, ਮੈਂ ਹੁਣ ਵੀ ਤੈਨੂੰ ਚੈਲੰਜ ਕਰਦਾ। ਤੇ ਬੜਿਆਂ ਨੇ ਉਹ ਥੱਲੇ ਕਮੈਂਟ ਕੀਤੇ ਸੀਗੇ ਵੀ 2 ਲੱਖ ਮੈਂ ਦਊਂਗਾ ਜੇ ਢੱਡਰੀ ਏਦਾਂ ਗੱਲ ਕਰ ਲਵੇ ਸਾਹਮਣੇ ਆ ਕੇ। ਕਿਸੇ ਨੇ ਕਿਹਾ ਲੱਖ ਮੈਂ ਦਊਂਗਾ, ਕਿਸੇ ਨੇ ਕਿਹਾ 50,000 ਮੇਰੇ ਵੱਲੋਂ ਵੀ। ਹਾਂਜੀ ਤੇ ਉਹ ਨਾਮ ਵਾਧਾ ਹੁਣ ਮੇਰਾ ਖਿਆਲ ਜਿੰਨਿਆਂ ਨੇ ਕਿਹਾ 10 ਲੱਖ ਤੇ ਹੋ ਹੀ ਗਿਆ ਹੋਣਾ। ਤੇ ਮੈਂ ਤੈਨੂੰ ਕਹਿੰਦਾ ਤੈਨੂੰ ਚੈਲੰਜ ਆ, ਜੇ ਤੂੰ ਸਾਹਮਣੇ ਬਹਿ ਕੇ ਆਪਣੇ ਆਪ ਨੂੰ ਸੱਚਾ ਤੇ ਗੁਰਬਾਣੀ ਮੁਤਾਬਕ ਸਹੀ ਸਾਬਤ ਕਰਦੇ ਨਾ ਤੇ ਤੈਨੂੰ 10 ਲੱਖ ਰੁਪਇਆ ਇਨਾਮ ਤੂੰ ਆ ਜੇ ਤੇਰੇ 'ਚ ਜੁਰਤ ਤੂੰ ਕਰ ਲਈ। ਡਰਦਾ ਕਿਹੜੀ ਗੱਲੋਂ ਆ ਯਾਰ? ਹੁਣ ਦਊਗਾ ਜਵਾਬ ਉਹਦਾ। ਜੇ ਤੈਨੂੰ ਇੰਨਾ ਹੀ ਆਪਣੇ ਆਪ ਤੇ ਮਾਣ ਹੈ ਨਾ ਵੀ ਮੈਂ ਆਹ ਗੱਲ ਕਰ ਦੂੰ, ਕੀ ਜਵਾਬ ਹੋਏਗਾ? ਤੂੰ ਆ ਸਾਹਮਣੇ ਬਹਿ ਕੇ ਗੱਲ ਤੇ ਕਰ ਝੂਠ ਦੀ ਪੰਡ। ਸੋ ਤੇਰੇ ਝੂਠ ਤੇ ਜੱਗ ਜ਼ਾਹਰ ਨੇ, ਸਬੂਤ ਨੇ ਸਾਡੇ ਕੋਲੇ ਜਿਹੜੇ ਤੂੰ ਝੂਠ ਮਾਰੇ ਹੋਏ ਨੇ ਉਹ। ਹਾਂਜੀ ਤੇ ਦੂਜਿਆਂ ਨੂੰ ਤੂੰ ਕੀ ਕਹਿਣਾ? ਉਹਦੇ ਪਿੱਛੇ ਤੇ ਕਈ ਰੀਜ਼ਨ ਆ। ਉਹ ਸਮਾਂ ਕਿਹੋ ਜਿਹਾ ਸੀ, ਕੀ ਗੱਲਬਾਤ ਸੀ। ਤੇ ਸਾਡੇ ਕੋਲ ਰਿਕਾਰਡਿੰਗਾਂ ਵੀ ਕੁਝ ਹੈਗੀਆਂ ਨੇ ਜਿਹੜੇ ਜਿਨ੍ਹਾਂ ਨੇ ਮਤਲਬ ਕਿ 6 ਜੂਨ ਤੋਂ ਬਾਅਦ ਵੀ ਸੰਤਾਂ ਨੂੰ ਮਿਲੇ ਹੋਣਗੇ, ਉਹ ਵੀ ਸੁਣਾ ਦਾਂਗੇ। ਉਹ ਵੀ ਬੜਾ ਕੁਝ ਹੈਗਾ, ਉਹਦੇ ਬਾਰੇ ਵੀ ਗੱਲ ਕਰ ਲਾਂ। ਠੀਕ ਆ ਜੀ, ਹੁਣ ਸੁਣ ਲਿਆ ਵੀ ਕਈ ਬੰਦੇ ਹੈਗੇ, ਰਿਕਾਰਡਿੰਗ ਇਹਨਾਂ ਕੋਲੇ ਵੀ 6 ਜੂਨ ਤੋਂ ਬਾਅਦ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲੇ ਆ। ਮਤਲਬ ਮੇਰੀ ਸ਼ਹੀਦੀ ਉੱਥੇ ਨਹੀਂ ਹੋਈ ਦਰਬਾਰ ਸਾਹਿਬ ਦੇ ਵਿੱਚ 6 ਜੂਨ ਨੂੰ। ਠੀਕ ਆ ਜੀ, ਇਹ ਹੌਲੀ ਹੌਲੀ ਗੱਲਾਂ ਖੁੱਲੀ ਜਾਣੀਆਂ ਨੇ। ਕਿਸੇ ਨੇ ਇਸ ਪੱਖੋਂ ਸੋਚਿਆ ਹੀ ਨਹੀਂ ਸੀਗਾ, ਕਿਸੇ ਨੇ ਏਡਾ ਰਿਸਕ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹਨੂੰ ਵੀ ਹਰੇਕ ਸਾਲ ਆਪਾਂ ਜਾ ਕੇ ਮਨਾਈ ਜਾਂਦੇ ਹਾਂ ਵੀ ਦੇਖੀਏ ਸਾਡੇ ਨਾਲ ਖੇਡ ਖੇਡੀ ਹੋਈ ਹੈ। ਕਿਸੇ ਦੀ ਕੀ ਗੱਲ ਹੈ, ਮੈਂ ਆਪਦੀ ਗੱਲ ਕਰਾਂ। ਉਹ ਤਾਂ ਹੁਣ ਜੇ ਭਾਈ ਹਰਨੇਕ ਸਿੰਘ ਨਾ ਹੁੰਦੇ ਜਾਂ ਇਸ ਪੱਖੋਂ ਕੋਈ ਪਰਸਪੈਕਟਿਵ ਨਾ ਦਿੰਦੇ, ਐਂਗਲ ਨਾ ਦਿੰਦੇ, ਅਸੀਂ ਤਾਂ ਉਹੀ ਮੰਨਦੇ ਹਾਂ ਜੋ ਸਾਨੂੰ ਦੱਸਿਆ ਗਿਆ ਵਾ। ਕੋਈ ਆਲਟਰਨੇਟ ਵੀ ਹੈ ਨਹੀਂ ਸੀ ਨਾ। ਇੱਧਰੋਂ ਸੀਗਾ, ਜੇ ਇੱਧਰੋਂ ਇਹ ਸੀਗੇ, ਦੂਜੇ ਪਾਸੇ ਮੂਹਰੇ ਪ੍ਰਚਾਰਕ ਸੀਗੇ, ਉਹਨਾਂ ਪਿੱਛੇ ਭਾਈ ਖੂਨ ਡੋਲਦੇ ਰਹੇ ਆਪਦਾ। ਬਸ ਮੈਂ ਇੱਥੋਂ ਕਦੇ ਨੋਰਮਲੀ ਗੱਲ ਨਹੀਂ ਕਰਦਾ, ਮਤਲਬ ਚਾਹੇ ਆਪਣੇ ਧੁੰਦਾ ਜੀ ਹੋਇਆ, ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਇਆ, ਇਹ ਮਤਲਬ 2 ਪ੍ਰਚਾਰਕੀ ਜਿਹਨਾਂ ਨੂੰ ਮੈਂ ਸੁਣਿਆ ਵਾ ਤੇ 2 ਪ੍ਰਚਾਰਕ ਨਹੀਂ ਮੈਂ ਮਿਲਿਆ ਵਾ ਪਰਸਨਲੀ ਤੌਰ ਤੇ ਮਿਲਿਆ ਵਾ। ਤੇ ਧੁੰਦਾ ਜੀ ਨੇ ਮੈਂ 2-3 ਦਿਨ ਰਿਹਾ ਵੀ। ਇੰਨਾ ਪਿੱਛੇ ਖੜੇ ਰਹੇ, ਵਿਦਵਾਨਾਂ ਤੋਂ ਆ ਸੀਗੀ। ਮਤਲਬ ਮੈਂ ਇਹ ਕਹਿਣਾ ਵੀ ਜੇ ਲਿਟਰਲੀ ਗੁਰਦਰਸ਼ਨ ਸਿੰਘ ਢਿੱਲੋਂ ਤੇ ਆ ਕੇ ਮੇਰੀ ਫਰਸਟ੍ਰੇਸ਼ਨ ਦਾ ਲੈਵਲ ਪੀਕ ਹੋ ਜਾਂਦਾ, ਉਹ ਬੰਦੇ ਨੂੰ ਸੁਣਨਾ ਤੇ ਉਹਦੀਆਂ ਗੱਲਾਂ ਜਿਹੜੀਆਂ ਦਲੀਲਾਂ ਨੇ ਮਤਲਬ ਖਤਮ ਆਵਾ। ਮਤਲਬ ਉਹ ਬੰਦੇ ਨੂੰ ਮੈਂ ਇਹ ਸੋਚਦਾ ਵੀ ਇਹ ਬੰਦੇ ਡਿਸਕਸ਼ਨ ਦੇ ਵਰਤ ਨਹੀਂ ਹੈਗੇ। ਹੁਣ ਉੱਥੇ ਜੇ ਮੇਰੀ ਫਰਸਟ੍ਰੇਸ਼ਨ ਇੰਨੀ ਆ, ਮਤਲਬ ਉਹਨਾਂ ਦਾ ਕਮਲ ਜੋ ਸੁਣੀਦਾ ਵੀ ਇਹ ਆਦੇ ਉਹਨੂੰ ਡਾਕਟਰ ਵਿਦਵਾਨ ਕਹਿੰਦੇ ਨੇ, ਉਦੋਂ ਬਾਅਦ ਹੁਣ ਯਾਰ ਹਰਦੀਪ ਸਿੰਘ ਜੰਮੂ ਨੂੰ ਡਿਸਕਸ ਕਿੱਦਾਂ ਕਰ ਲਈਏ? ਚਲੋ ਹੁਣ ਤਾਂ ਮੈਂ ਬੇਨਤੀ ਕੀਤੀ, ਸ਼ਾਇਦ ਗਾਂ ਤੋਂ ਕੋਸ਼ਿਸ਼ ਕਰਨਗੇ ਆਪਦੀ ਬੈਕਗਰਾਊਂਡ ਦੱਸ ਕੇ ਫਿਰ ਕਰਨਗੇ। ਪਰ ਹੁਣ ਤੁਸੀਂ ਦੇਖਿਆ ਆਪਾਂ 2 ਵੀਡੀਓ ਸੁਣੀਆਂ। ਹੁਣ ਇਹ ਬੰਦੇ ਤਾਂ ਕਹਿ ਰਹੇ ਵੀ ਉਹ ਜਿਉਂਦੇ ਸੀਗੇ, ਵੀ ਉਹਨਾਂ ਸਮਾਂ ਹੋਰ ਸੀ, ਰੀਜ਼ਨ ਸੀ, ਨੀਤੀ ਸੀ, ਤਾਂ ਮਤਲਬ ਨੇ ਸਾਬਤ ਕਰਤਾ ਵੀ ਠਾਕਰ ਸਿੰਘ ਝੂਠ ਜੇ ਬੋਲਿਆ 21 ਸਾਲ ਉਹਦੀ ਵਜ੍ਹਾ ਸੀਗੀ, ਪਰ ਬੋਲਿਆ ਝੂਠ ਹੀ ਆ। ਤੇ ਹੁਣ ਜਸਵਿੰਦਰ ਸਿੰਘ ਨੂੰ ਕੌਣ ਪੁੱਛੂਗਾ ਜਾਂ ਟਕਸਾਲਿਆਂ ਨੂੰ ਵੀ ਉਹ ਬੰਦੇ ਮੂਹਰੇ ਕਿਉਂ ਨਹੀਂ ਹੁੰਦੇ ਜਿਹੜੇ 6 ਜੂਨ ਤੋਂ ਬਾਅਦ ਉਹਨਾਂ ਨੂੰ ਮਿਲੇ ਆ? ਫਿਰ ਐਵੇਂ ਫਿਰ ਐਕਤੀ 6 ਜੂਨ ਦਾ ਸ਼ਹੀਦੀ ਜਿਹੜਾ ਮਨਾਉਣਾ ਨਹੀਂ ਨਾ ਚਾਹੀਦਾ। ਜਰਨੈਲ ਸਿੰਘ ਭਿੰਡਰਾਂਵਾਲੇ ਦਾ ਹੁਣ ਥੋੜਾ ਯਾਦ ਕਰਨਾ ਚਾਹੀਦਾ। ਉਹ ਤਾਂ ਉੱਥੋਂ ਨਿਕਲ ਗਿਆ ਭਾਈ। ਕਿੱਡਾ ਵੱਡਾ ਸਵਾਲ ਖੜਾ ਵਾ। ਇਹ ਦੱਸਿਆ ਇਹਨਾਂ ਨੇ ਵਿਰੋਧ ਕਰਦੇ ਨੇ ਆਪ ਦਾ ਸਾਰਾ ਕੁਝ ਪੱਟ ਕੇ ਬਹਿ ਜਾਣਾ, ਸਾਰਾ ਕੁਝ ਪੱਟ ਕੇ ਬਹਿਣਾ, ਫਿਰ ਬਣਾਉਣ ਨੂੰ ਕੁਛ ਨਹੀਂ ਹੈਗਾ। ਠੀਕ ਆ, ਉਹ ਚਲੋ ਭਾਜੀ ਹੁਣੀ ਹੈਗੇ ਆ ਜਾਂ ਉਧਰ ਭਾਈ ਸਾਹਿਬ ਖੜੇ ਆ ਤਾਂ ਕਰਕੇ। ਹੈਰਾਨੀ ਵਾਲੀ ਗੱਲ ਇਹ ਆ ਬਈ ਉਧਰ ਭਾਈ ਸਾਹਿਬ ਖੜੇ ਜਾਂ ਹਰਨੇਕ ਭਾਈ ਖੜੇ, ਤਾਂ ਜਿੰਨੇ ਪ੍ਰਚਾਰਕ ਹੁਣ ਲੱਗੇ ਹੋਏ ਆ। ਹੁਣ ਗੋਲਡੀ ਤੇ ਬਲਰਾਜ ਆ ਯਾਰ। ਹੁਣ ਮੈਨੂੰ ਮਤਲਬ ਗੋਲਡੀ ਤਾਂ ਆਪਾਂ ਨੂੰ ਕਹਿ ਰਹੇ ਨੇ ਬੂਜਰ, ਹੁਣ ਬਲਰਾਜ ਨੂੰ ਕਹਿ ਵੀ ਉਦੋਂ ਹੈ ਤਾਂ ਉਹ ਵੀ ਸਿਰੇ ਦਾ ਜੱਡ ਬੰਦਾ, ਪਰ ਉਹ ਵਿੱਚ ਕਮੀਨਾ ਵੀ ਆ। ਧੁੰਦੇ ਉਹਨਾਂ ਨੂੰ ਪਤਾ ਵਾ, ਮੈਂ ਵੀ ਨੋਟ ਕੀਤਾ ਵੀ ਧੁੰਦੇ ਨੇ ਉਹਦੀ ਵੀਡੀਓ ਨਹੀਂ ਸ਼ੇਅਰ ਕੀਤੀ। ਉਹ ਇੰਨਾ ਪਾਗਲ ਬੰਦਾ ਬਲਰਾਜ ਵੀ ਜਦੋਂ ਗੋਲਡੀ ਹੁਣਾਂ ਨੇ ਉਹਨੂੰ ਸੱਦ ਕੇ ਗੱਲ ਸੁਣ ਲਈ ਉਹਦੀ, ਤੂੰ ਉਸੇ ਪ੍ਰੋਗਰਾਮ 'ਚ ਫੋਨ ਕਰ ਲੈ, ਠੀਕ ਆ ਅੱਜ ਨਹੀਂ ਬਣਦੀ ਤੁਹਾਡੀ ਪਰ ਅਕਲ ਨੂੰ ਤਾਂ ਹੱਥ ਮਾਰੋ, ਤੂੰ ਐ ਥੋੜੀ ਗੈਰਤ ਰੱਖਿਆ ਕਰੋ। ਤੂੰ ਕਹਿ ਵੀ ਜੇ ਗੋਲਡੀ ਉਹਨੂੰ ਲੈ ਕੇ ਆਣਾ ਐਜ਼ ਏ ਗੈਸਟ, ਮੈਂ ਨਹੀਂ ਲੈ ਕੇ ਆਉਣਾ ਉਹਨੂੰ, ਮੈਂ ਕੋਈ ਹੋਰ ਗੈਸਟ ਲੈ ਕੇ ਆਊਂਗਾ। ਮੈਨੂੰ ਬਲਰਾਜ ਨਾ ਆਖਿਓ
ਪਰ ਤੁਸੀਂ ਕਿੱਥੇ ਬਸ ਤੁਹਾਡਾ ਮਤਲਬ ਵੀ ਹਰਨੇਕ ਸਿੰਘ ਦੇ ਵਿਰੁੱਧ ਕੋਈ ਬੋਲਣ ਵਾਲਾ ਮਿਲ ਜੇ, ਉਹ ਚਾਹੇ ਪਹਿਲੇ ਨੇ ਝੂਠਾ, ਦੂਜੀ ਤੀਜੀ ਜਿੰਨੀ ਮਰਜ਼ੀ ਵੱਡੀ ਝੂਠ ਹੋਵੇ ਤੁਸੀਂ ਖਾ ਲੈਣੀ ਆ। ਤੁਸੀਂ ਉਹਨੂੰ ਟਾਈਮ ਦੇ ਦੇਣਾ ਵੀ ਕੁਛ ਤਾਂ ਬੋਲ ਹਰਨੇਕ ਸਿੰਘ ਬਾਰੇ, ਕੁਛ ਤਾਂ ਦੱਸ, ਪਰ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ। ਸਵਾਲਾਂ ਦੇ ਜਵਾਬ ਸਾਨੂੰ ਦੇਣੇ ਪੈਣੇ। ਤੇ ਜੀ ਆਪਾਂ ਇੱਥੇ ਹੀ ਪ੍ਰੋਗਰਾਮ ਨੂੰ ਸੰਕੋਚੀਏ। ਅੱਜ ਬਸ ਗੱਲਾਂ ਹੀ ਕਰਨੀਆਂ ਸੁਣਨਾ, 2-3 ਕਲਿੱਪ ਸੀਗੇ। ਮੈਂ ਅਗਲੇ ਫਰਾਈਡੇ ਤੋਂ ਮੋਸਟ ਲਾਈਕਲੀ ਦਿਸ ਫਰਾਈਡੇ ਨਹੀਂ ਤਾਂ ਪ੍ਰੋਗਰਾਮ ਤਕਰੀਬਨ ਮਹੀਨੇ 'ਚ ਆਪਾਂ 2-3 ਫਰਾਈਡੇ ਕਰ ਲਿਆ ਕਰਨੇ ਕਵਰ, ਮੇਰਾ ਰੋਸਟਰ ਬਣ ਕੇ ਆ ਜਾਣਾ। ਤੇ ਕੱਲ ਨੂੰ ਸਿੱਖ ਪਾਤਸ਼ਾਹੀ ਭਾਜੀ ਹਰਨੇਕ ਸਿੰਘ ਨਾਲ, ਤੇ ਉਹ ਪੂਰਾ ਟਾਈਮ ਉਹੀ ਰਹਿਣਾ ਵੀਡੀਓ ਲਾਈਵ ਦਾ। ਵੀਰਵਾਰ ਨੂੰ ਚਿੱਟੀ ਸਿਉਂਕ, ਤੇ ਸ਼ੁੱਕਰਵਾਰ ਨੂੰ ਜੇ ਹੋਇਆ ਤਾਂ ਠੀਕ ਆ, ਨਹੀਂ ਤਾਂ 10 ਮੁਕਰਾਦਾ ਸੱਚ ਸੈਂਟਰ ਬਾਅਦ ਭਗਤ ਦੇ ਮਸਲੇ। ਤੇ ਸਾਨੂੰ ਅਗਲੀ ਵਾਰ ਮਿਲਾਂਗੇ ਜਦੋਂ ਮਿਲਾਂਗੇ। ਹੁਣ ਦੋ ਇਜਾਜ਼ਤ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।